ਅੱਜ ਬੀਇੰਗ ਅ ਟੀਚਰ ਪੇਜ ਤੇ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਟਾਕ ਦੇ ਵਿੱਚ ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖਿਆ ਵਿਭਾਗ ਤੋਂ। ਤੇ ਉਹ ਸਿਰਫ ਇੱਕ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਵਿੱਚ ਅਧਿਆਪਕ ਹੀ ਨਹੀਂ ਹਨ, ਸਗੋਂ ਇੱਕ ਲੋਕ ਪੱਖੀ ਚਿਹਰੇ ਦੇ ਵਜੋਂ ਜਾਣੇ ਜਾਂਦੇ ਨੇ। ਲੋਕਾਂ ਦੇ ਵਿੱਚ ਕੰਮ ਕਰਦੇ ਨੇ ਤੇ ਲੋਕ ਪੱਖੀ ਜਿਹੜਾ ਉਹਨਾਂ ਦਾ ਸੋਚਣ ਦਾ ਮੁਹਾਵਰਾ ਹੈ, ਜਿਹਦੇ ਲਈ ਉਹ ਲਗਾਤਾਰ ਅਖਬਾਰਾਂ ਦੇ ਵਿੱਚ ਵੀ ਇਸ ਪਾਲਿਸੀ ਨੂੰ ਐਡਰੈਸ ਕਰਦੇ ਰਹੇ, ਇਹਦੇ ਬਾਰੇ ਗੱਲ ਕਰਦੇ ਰਹੇ ਜਦੋਂ ਤੋਂ ਇਹ ਡਰਾਫਟ ਜਿਹੜਾ ਆਇਆ ਸੀ। ਤੇ ਹੁਣ ਵੀ ਉਹ ਲਗਾਤਾਰ ਇਸ ਇਸ਼ੂ ਨੂੰ ਐਡਰੈਸ ਕਰ ਰਹੇ ਨੇ। ਜਦੋਂ ਅਸੀਂ ਬੀਇੰਗ ਅ ਟੀਚਰ ਪੇਜ ਦੀ ਕਲਪਨਾ ਬਾਰੇ ਅਸੀਂ ਹਰ ਵਾਰੀ ਇਹ ਗੱਲ ਆਪਣੇ ਸਰੋਤਿਆਂ ਨਾਲ ਇਸ ਲਈ ਸਾਂਝੀ ਕਰਦੇ ਹਾਂ ਕਿ ਸਾਡੇ ਨਾਲ ਕੁਝ ਨਵੇਂ ਜਿਹੜੇ ਦੋਸਤ ਜੁੜਦੇ ਨੇ ਹਰ ਵਾਰ, ਤੇ ਅਸੀਂ ਉਹਦੇ ਰਾਹੀਂ ਕੋਈ ਨਵੀਂ ਗੱਲ ਹਰ ਵਾਰ ਨਵਿਆਂ ਨੂੰ ਆਪਣੇ ਨਾਲ ਜੋੜਨ ਲਈ ਇਸ ਪੇਜ ਦਾ ਜੋ ਪਰਪਸ ਹੈ ਬੀਇੰਗ ਅ ਟੀਚਰ ਪੇਜ ਦਾ, ਕਿ ਜਿਹੜਾ ਅਧਿਆਪਕ ਦਾ ਹੋਣਾ ਹੈ ਉਹ ਕਿਹੜੇ-ਕਿਹੜੇ ਮਸਲਿਆਂ ਨਾਲ ਜੁੜਿਆ ਹੁੰਦਾ ਤੇ ਅਧਿਆਪਕ ਦੇ ਹੋਣੇ ਨਾਲ ਕਿਹੜੇ-ਕਿਹੜੇ ਮਸਲੇ ਜੁੜੇ ਹੋਏ ਨੇ, ਉਹਨਾਂ ਸਾਰਿਆਂ ਨੂੰ ਅਸੀਂ ਸਾਡੇ ਘੇਰੇ ਚ ਆਉਂਦੇ ਨੇ। ਇਹ ਸਾਡੀ ਸੀਮਾ ਹੈ ਕਿ ਅਸੀਂ ਉਹਦੇ ਚੋਂ ਕਿੰਨਿਆਂ ਕੁ ਨੂੰ ਐਡਰੈਸ ਕਰ ਪਾਵਾਂਗੇ। ਸੋ ਅੱਜ ਅਸੀਂ ਜਿਹੜੀ ਕੌਮੀ ਸਿੱਖਿਆ ਨੀਤੀ ਕੁਝ ਦੇਰ ਪਹਿਲਾਂ ਪ੍ਰਵਾਨ ਕੀਤੀ ਗਈ ਆ ਸੈਂਟਰ ਗਵਰਨਮੈਂਟ ਵੱਲੋਂ, ਉਸ ਵਿਸ਼ੇ ਤੇ ਗੱਲ ਕਰਨ ਲਈ ਡਾਕਟਰ ਕੁਲਦੀਪ ਸਿੰਘ ਹੁਣਾਂ ਨੂੰ ਸੱਦਾ ਦਿੱਤਾ। ਉਹ ਸਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨਗੇ ਤੇ ਖਾਸ ਤੌਰ ਤੇ ਜਿਹੜੀ ਇਹ ਨੀਤੀ ਆ ਇਹਦੇ ਜਿਹੜੇ ਸਕੂਲੀ ਸਿੱਖਿਆ ਨਾਲ ਜੁੜੇ ਹੋਏ ਮਸਲੇ ਨੇ, ਕਿਉਂਕਿ ਜਦੋਂ ਅਸੀਂ ਪਿਛਲੀ ਵਾਰ ਵੀ ਇਸ ਵਿਸ਼ੇ ਤੇ ਗੱਲ ਕੀਤੀ ਤਾਂ ਇਹ ਏਡਾ ਲੰਬਾ ਚੌੜਾ ਵਿਸ਼ਾ ਹੈ ਕਿ ਅਸੀਂ ਇੱਕੋ ਹੀ ਟਾਕ ਦੇ ਵਿੱਚ, ਇੱਕੋ ਹੀ ਲੈਕਚਰ ਦੇ ਵਿੱਚ ਸਾਰੇ ਕਾਸੇ ਨੂੰ ਨਹੀਂ ਐਡਰੈਸ ਕਰ ਸਕਦੇ। ਅਸੀਂ ਇਹਨੂੰ ਇੱਕ ਲੜੀ ਦੇ ਰੂਪ ਚ ਕਿ ਇਹਦਾ ਕਾਲਜਾਂ ਨਾਲ ਕੀ ਸੰਬੰਧ ਬਣਦਾ, ਯੂਨੀਵਰਸਿਟੀ ਨਾਲ ਇਸ ਕੌਮੀ ਸਿੱਖਿਆ ਨੀਤੀ ਯੂਨੀਵਰਸਿਟੀਆਂ ਨੂੰ ਕਿਵੇਂ ਪ੍ਰਭਾਵਿਤ ਕਰੂਗੀ, ਕਾਲਜਸ ਨੂੰ ਕਿਵੇਂ ਪ੍ਰਭਾਵਿਤ ਕਰੂਗੀ, ਇੱਕ ਲੜੀ ਦੇ ਰੂਪ ਚ ਲੈਕਚਰ ਕਰਨ ਬਾਰੇ ਸੋਚ ਰਹੇ ਹਾਂ। ਸੋ ਅੱਜ ਦਾ ਜਿਹੜਾ ਇਹ ਲੈਕਚਰ ਹੈ ਡਾਕਟਰ ਕੁਲਦੀਪ ਸਿੰਘ ਹੁਣਾਂ ਦਾ, ਉਹ ਸਾਡੇ ਨਾਲ ਇਸ ਜਿਹੜੀ ਕੌਮੀ ਸਿੱਖਿਆ ਨੀਤੀ ਨਵੀਂ ਆਈ ਹੈ ਇਹਦਾ ਸਾਡੀ ਸਕੂਲੀ ਸਿੱਖਿਆ ਤੇ ਕੀ ਪ੍ਰਭਾਵ ਪੈਂਦਾ ਇਹਦੇ ਬਾਰੇ ਗੱਲ ਕਰਨਗੇ। ਤੇ ਜਿਵੇਂ ਅਸੀਂ ਇਹਦੇ ਬਾਰੇ ਪਹਿਲਾਂ ਕੁਝ ਗੱਲਾਂ ਕਰ ਚੁੱਕੇ ਹਾਂ, ਅਸੀਂ ਦੇਖਦੇ ਹਾਂ ਕਿ ਡਾਕਟਰ ਕੁਲਦੀਪ ਸਿੰਘ ਹੁਣੇ ਕੀ ਸੋਚਦੇ ਨੇ। ਮੈਂ ਉਹਨਾਂ ਦਾ ਸਾਡੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸਰ, ਤੁਸੀਂ ਹੁਣ ਸਕਰੀਨ ਤੇ ਹੋ ਸਾਡੇ ਨਾਲ। ਡਾਕਟਰ ਕੁਲਦੀਪ ਸਿੰਘ ਹੁਣਾਂ ਦਾ ਸਵਾਗਤ ਹੈ। ਇਸ ਤੋਂ ਬਾਅਦ ਮੈਂ ਸਕਰੀਨ ਉਹਨਾਂ ਦੇ ਹਵਾਲੇ ਕਰਦੀ ਹਾਂ। ਉਹ 40-45 ਮਿੰਟ ਲਈ ਆਪਣੀ ਗੱਲ ਕਰਨਗੇ ਤੇ ਉਸ ਤੋਂ ਬਾਅਦ ਜਦੋਂ ਉਹ ਆਪਣੀ ਗੱਲ ਕਰ ਚੁੱਕਣਗੇ ਤਾਂ ਜਿਹੜੇ ਸਵਾਲ ਦੋਸਤਾਂ ਨੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਕੀਤੇ ਹੋਣਗੇ, ਅਸੀਂ ਉਹਨਾਂ ਸਵਾਲਾਂ ਦੇ ਰਾਹੀਂ ਸੰਵਾਦ ਨੂੰ ਅੱਗੇ ਤੋੜਨ ਦੀ ਕੋਸ਼ਿਸ਼ ਕਰਾਂਗੇ। ਸੋ ਹੁਣ ਡਾਕਟਰ ਕੁਲਦੀਪ ਸਿੰਘ ਹੁਣਾਂ ਨੂੰ ਸੱਦਾ ਹੈ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਬਹੁਤ ਹੀ ਸਤਿਕਾਰਯੋਗ ਨੀਤੂ ਅਰੋੜਾ ਜੀ ਤੇ ਇਹਨਾਂ ਦੀ ਟੀਮ, ਜਿਸ ਕਿਸਮ ਨਾਲ ਇਹ ਇਸ਼ੂ ਉਸ ਵੇਲੇ ਬੜਾ ਮਹੱਤਵਪੂਰਨ ਬਣਿਆ ਜਦੋਂ ਸਾਰੀ ਦੁਨੀਆ ਇੱਕ ਬੜੇ ਵੱਡੇ ਗੰਭੀਰ ਸੰਕਟ ਦੇ ਵਿੱਚ ਆ। ਕਰੋਨਾ ਮਹਾਮਾਰੀ ਨੇ ਦੁਨੀਆ ਦੀ ਕੋਈ ਪਰਤ ਜਿਹੜੀ ਆ ਇਕੋਨਮੀ ਦੀ ਹਿਲਾ ਕੇ ਰੱਖੀ। ਉਸ ਸਮੇਂ ਇਸ ਕਿਸਮ ਦੀ ਐਜੂਕੇਸ਼ਨ ਦੇ ਸਵਾਲ ਨੂੰ ਟੱਚ ਕਰਨਾ, ਕਿਉਂਕਿ ਨਵੀਂ ਸਿੱਖਿਆ ਨੀਤੀ ਆਈ 2019 ਦੇ ਵਿੱਚ, ਇਹਦਾ ਡਰਾਫਟ ਆਇਆ, ਕਿਹੜੇ ਇਹੋ ਜਿਹੇ ਹਾਲਾਤ ਬਣੇ ਜਾਂ ਕਿਉਂ ਇਸ ਤੇਜ਼ੀ ਦੇ ਨਾਲ ਇਹ ਹੁਣ ਇਸ ਦੌਰ ਦੇ ਵਿੱਚ ਸ਼ੁਰੂ ਕੀਤੀ ਗਈ, ਇਹਦੇ ਬਾਰੇ ਮੈਂ ਥੋੜੀ ਬਹੁਤੀ ਪਹਿਲਾਂ ਗੱਲਬਾਤ ਕਰਾਂਗਾ। ਜਿਵੇਂ ਡਾਕਟਰ ਨੀਤੂ ਅਰੋੜਾ ਉਹਨਾਂ ਨੇ ਗੱਲ ਕੀਤੀ ਸੀ ਕਿ ਟੀਚਰ ਦਾ ਬੜਾ ਵੱਡਾ ਅਹੁਦਾ ਕਹਿ ਲਓ ਜਾਂ ਟੀਚਿੰਗ ਪ੍ਰੋਫੈਸ਼ਨ ਬੜਾ ਕਮਿਟਮੈਂਟ ਵਾਲਾ ਪ੍ਰੋਫੈਸ਼ਨ ਹੁੰਦਾ, ਜਿਹਨੇ ਵੱਖ-ਵੱਖ ਲੈਵਲ ਤੇ ਸੁਸਾਇਟੀ ਨੂੰ ਤਬਦੀਲ ਕਰਨਾ ਹੁੰਦਾ। ਇੱਕ ਦੁਨੀਆ ਦਾ ਬੜਾ ਵੱਡਾ ਫਿਲਾਸਫਰ ਹੋਇਆ 14ਵੀਂ ਸਦੀ ਦਾ ਪਾਸਕਲ, ਉਹਦੀ ਇੱਕ ਲਾਈਨ ਆ ਬੜੀ ਮਸ਼ਹੂਰ, ਕਹਿੰਦਾ ਕੋਈ ਵੀ ਵਿਅਕਤੀ ਹੈ, ਚਾਹੇ ਟੀਚਰ ਆ ਚਾਹੇ ਵਿਦਿਆਰਥੀ ਆ, ਕੋਈ ਵੀ ਜਿਹੜੇ ਜੀਵਨ ਜਾਂਚ ਦੇ ਵਿੱਚ ਵਿਚਰ ਰਿਹਾ, ਉਹ ਬਚਪਨ ਤੋਂ ਲੈ ਕੇ ਆਖਰੀ ਸਮੇਂ ਤੱਕ ਕੋਈ ਨਾ ਕੋਈ ਚੀਜ਼ ਲਰਨ ਕਰਦਾ ਰਹਿੰਦਾ। ਸਵਾਲ ਹੁੰਦਾ ਵੀ ਉਹ ਕੀ ਲਰਨ ਕਰਦਾ, ਕਿਸ ਕਿਸਮ ਨਾਲ ਲਰਨ ਕਰਦਾ, ਕਿਹੜੀ ਚੀਜ਼। ਕੋਈ ਵੀ ਵਿਅਕਤੀ ਇਸ ਧਰਤੀ ਤੇ ਜਿਉਂਦਾ ਨਹੀਂ ਰਹਿ ਸਕਦਾ ਵਿਦਆਊਟ ਲਰਨਿੰਗ ਪ੍ਰੋਸੈਸ। ਇਸ ਕਰਕੇ ਐਜੂਕੇਸ਼ਨ ਇਹੋ ਜਿਹਾ ਡਿਸਿਪਲਿਨ ਆ, ਉਹ ਏਡਾ ਵੱਡਾ
ਵਿਜ਼ਨ ਹੁੰਦਾ ਵੀ ਜਿਹੜਾ ਵੱਖ-ਵੱਖ ਲੈਵਲ ਤੇ ਤੁਹਾਡੇ ਕਿਸੇ ਨਾ ਕਿਸੇ ਲੈਵਲ ਤੇ ਸੋਚਣ ਦੇ ਢੰਗ ਤਰੀਕਿਆਂ ਨੂੰ ਵੀ ਪ੍ਰਭਾਵਿਤ ਕਰਦਾ। ਇਸ ਪਾਲਿਸੀ ਨੂੰ ਲੈ ਕੇ ਕਈ ਕਿਸਮ ਦੀਆਂ ਡਿਬੇਟਸ ਚੱਲ ਰਹੀਆਂ ਨੇ। ਉਸ ਬੇਸਾਂ ਚੋਂ ਹਰ ਇੱਕ ਦਾ ਸੋਚਣ ਦਾ ਢੰਗ ਆ, ਮੇਰਾ ਵੀ ਇੱਕ ਆਪਣਾ ਸੋਚਣ ਦਾ ਢੰਗ ਆ, ਜਿਹੜੇ ਪਾਲਿਸੀ ਨੂੰ ਡਿਫੈਂਡ ਕਰਦੇ ਨੇ ਉਹਨਾਂ ਦਾ ਵੀ ਸੋਚਣ ਦਾ ਢੰਗ ਆ। ਵੱਖ-ਵੱਖ ਲੈਵਲ ਤੇ ਜਦੋਂ ਆਪਣੀ ਗੱਲਬਾਤ ਹੋਊਗੀ ਉਹਦੇ ਵਿੱਚੋਂ ਹੀ ਰਿਫਲੈਕਟ ਹੁੰਦਾ ਕਿ ਤੁਸੀਂ ਪੋਜੀਸ਼ਨ ਲੈ ਕੇ ਕਿੱਥੋਂ ਖੜ ਕੇ ਸੋਚਦੇ ਹੋ। ਜਿਵੇਂ ਟੀਚਿੰਗ ਜਿਹੜਾ ਐਜ਼ ਏ ਪ੍ਰੋਫੈਸ਼ਨ ਆ, ਇਹ ਬੜਾ ਐਥੀਕਲ ਐਕਟ ਹੁੰਦਾ ਜਿਹਦੇ 'ਚ ਆਪਾਂ ਸ਼ੇਅਰ ਕਰਦੇ ਹਾਂ ਨੌਲੇਜ ਇੱਧਰੋਂ ਉੱਧਰ ਨੂੰ, ਕਿਉਂਕਿ ਟੀਚਿੰਗ ਪ੍ਰੋਫੈਸ਼ਨ ਬੜੇ ਪੁਰਾਣੇ ਸਮਿਆਂ ਤੋਂ ਇਹਦੇ ਬਾਰੇ 'ਚ ਕਈ ਕਿਸਮ ਦੀਆਂ ਧਾਰਨਾਵਾਂ, ਕਈ ਕਿਸਮ ਦੇ ਵਿਚਾਰ, ਇੱਕ ਕਿਸਮ ਦਾ ਆਰਟ ਵੀ ਹੁੰਦਾ ਜਿਹਦਾ ਇੱਕ ਦੂਸਰੇ ਨਾਲ ਕਿਸੇ ਨਾ ਕਿਸੇ ਰਿਲੇਸ਼ਨਸ਼ਿਪ 'ਚ ਆਪਾਂ ਇੱਕ ਦੂਜੇ ਨੂੰ ਡਿਵੈਲਪ ਕਰਦੇ ਹਾਂ। ਫਿਰ ਇਹ 'ਚ ਫਰੀਡਮ ਹੁੰਦੀ ਆ, ਆਜ਼ਾਦੀ ਹੁੰਦੀ ਹੈ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ। ਹੁਣ ਸਵਾਲ ਵੱਡਾ ਇਹ ਆ ਜਾਂਦਾ ਕਿ ਜਦੋਂ ਟੀਚਰ ਸੋਚਣ ਲੱਗਦੇ ਨੇ, ਕਿਉਂਕਿ ਟੀਚਰ ਦਾ ਨਿੱਤ ਵਾਹ ਪੈਂਦਾ ਇੱਕ ਇਸ ਕਿਸਮ ਦੇ ਬੱਚਿਆਂ ਦੇ ਨਾਲ ਜਿਹੜੇ ਲਗਾਤਾਰ ਲਿਵਿੰਗ ਹੁੰਦੇ ਨੇ, ਜਿਹੜੇ ਕਿਸੇ ਨਾ ਕਿਸੇ ਲੈਵਲ ਤੇ ਨਵੇਂ ਢੰਗ ਨਾਲ ਸੋਚਦੇ ਆ। ਮੈਂ ਅੱਜ ਤੋਂ 2-3 ਦਿਨ ਪਹਿਲਾਂ ਇੱਕ ਅਮਰੀਕਾ ਦੇ ਵਿੱਚ ਦੇਖ ਰਿਹਾ ਸੀ ਵੀ ਉਹ ਕੀ ਸੋਚ ਰਹੇ ਨੇ, ਤਾਂ ਇੱਕ ਉੱਥੋਂ ਦੇ ਸਕੂਲ ਟੀਚਰ ਨੇ ਲਿਖਿਆ ਕਿ ਮੈਨੂੰ ਟੀਚਿੰਗ ਦਾ ਆਨੰਦ ਨਹੀਂ ਆ ਰਿਹਾ। ਉਹਦਾ ਕਾਰਨ ਉਹਨੇ ਕਿਹਾ ਸੀ ਕਿ ਜੋ ਟੀਚਿੰਗ ਕਲਾਸਰੂਮ 'ਚ ਹੁੰਦੀ ਆ, ਜੋ ਬੱਚਾ ਦੇਖਦਾ, ਉਹਦੇ ਹਾਵ ਭਾਵ ਜੋ ਉਹਦੇ ਦਿਖਾਈ ਦੇ ਰਿਹਾ, ਮੇਰੇ ਨਾਲ ਗੱਲਬਾਤ ਕਰਦਾ, ਕਿਸੇ ਦੇ ਚਿਹਰੇ ਤੇ ਆਸ ਆ, ਕਿਸੇ ਤੇ ਨਿਰਾਸ਼ ਆ, ਵੱਖ-ਵੱਖ ਲੈਵਲ ਤੇ ਆ, ਉਹ ਜਦੋਂ ਮੈਂ ਕਹਿੰਦੀ ਉਹ ਚਿਹਰੇ ਨਹੀਂ ਨਾ ਮੇਰੇ ਸਾਹਮਣੇ ਆਉਂਦੇ, ਮੈਂ ਦੇਖ ਕੇ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕਦੀ, ਮੈਨੂੰ ਇੱਕ ਪਾਸੜ ਕਿਸਮ ਦੀ ਗੱਲ ਕਹਿਣੀ ਪੈਂਦੀ ਆ ਕਿ ਮੈਂ ਉਸ ਲੈਵਲ ਤੇ ਇੰਟਰੈਕਟ ਨਹੀਂ ਕਰ ਸਕਦੀ। ਕਹਿਣ ਦਾ ਭਾਵ ਸੀ ਕਿ ਕਲਾਸਰੂਮ ਟੀਚਿੰਗ, ਸਕੂਲ, ਸੰਸਥਾਵਾਂ ਇਹ ਸੁਸਾਇਟੀਆਂ ਨੂੰ ਸ਼ੇਪ ਕਰਦੀਆਂ ਨੇ, ਰੀਸ਼ੇਪ ਕਰਦੀਆਂ ਨੇ, ਉਹਨਾਂ ਨੂੰ ਵੱਖਰੇ ਅੰਦਾਜ਼ ਦੇ ਵਿੱਚ ਵਿਕਸਿਤ ਕਰਦੀਆਂ ਨੇ। ਜਦੋਂ 1964 'ਚ ਕੋਠਾਰੀ ਕਮਿਸ਼ਨ ਨੇ ਵੀ ਰਿਪੋਰਟ ਲਿਖੀ, ਉਹਨੇ ਪਹਿਲੀ ਬਹੁਤ ਸ਼ਾਨਦਾਰ ਲਾਈਨ ਆ, ਕਲਾਸੀਕਲ ਲਾਈਨ ਆ, ਉਹ ਕਹਿੰਦਾ ਭਾਰਤ ਦੀ ਹੋਣੀ ਕਲਾਸਰੂਮਾਂ 'ਚ ਢਲਦੀ ਹੈ, ਜਿਸ ਕਿਸਮ ਦੇ ਕਲਾਸਰੂਮ ਹੋਣਗੇ ਉਸ ਕਿਸਮ ਦਾ ਭਾਰਤ ਹੋਊਗਾ। ਸਾਡਾ ਦੇਸ਼ ਜਦੋਂ ਆਜ਼ਾਦ ਹੁੰਦਾ, ਬੜੀਆਂ ਵੱਡੇ ਪੱਧਰ ਤੇ ਐਜੂਕੇਸ਼ਨ ਦੇ ਲੈਵਲ ਤੇ, ਥੋੜੀ ਜਿਹੀ ਮੈਂ ਹਿਸਟਰੀ ਦੇ ਐਂਗਲ ਤੋਂ ਗੱਲ ਕਰਾਂਗਾ ਕਿ 1947 'ਚ ਡਾਕਟਰ ਭੀਮ ਰਾਓ ਅੰਬੇਦਕਰ ਹੁਣੀ ਲਿਖਦੇ ਨੇ ਕਿ ਆਜ਼ਾਦੀ ਦਾ ਮਾਣਾ ਮੇਰੇ ਲਈ ਇਹ ਹੋਊਗਾ ਜਦੋਂ ਮੈਂ ਕੱਲੇ-ਕੱਲੇ ਬੱਚੇ ਨੂੰ ਸਕੂਲ 'ਚ ਲਿਆਉਂਗਾ, ਮੈਨੂੰ ਕੋਈ ਬਾਹਰ ਸਕੂਲ ਤੋਂ ਬੱਚਾ ਨਾ ਦਿਖਾਈ ਦੇਵੇ ਤੇ ਸਕੂਲ ਉਹਦੇ ਘਰ ਤੱਕ ਪਹੁੰਚਾਊਂਗਾ, ਉਦੋਂ ਮੈਂ ਸਮਝੂਗਾ ਕਿ ਦੇਸ਼ ਸਾਡਾ ਕਿਸੇ ਨਾ ਕਿਸੇ ਲੈਵਲ ਤੇ ਆਜ਼ਾਦ ਆ ਤੇ ਹਰ ਬੱਚਾ ਸਕੂਲ ਦੇ ਵਿੱਚ ਆਉਂਦਾ। ਜਿੰਨੇ ਵੀ ਸਿਸਟਮ ਬਣੇ ਨੇ ਸਕੂਲਾਂ ਦੇ, ਚਾਹੇ ਸਰਕਾਰੀ ਸਕੂਲ ਬਣੇ ਜਿੰਨੇ ਵੀ ਆ, ਇਹ ਹਰ ਜਿਹੜਾ ਰਾਈਟ ਮਿਲਿਆ ਲੋਕਾਂ ਨੇ ਲੜ ਕੇ ਲਿਆ। ਆਜ਼ਾਦੀ ਜਿਵੇਂ ਲੜ ਕੇ ਲਈ, ਉਸੇ ਤਰ੍ਹਾਂ ਆਜ਼ਾਦੀ ਵੇਲੇ ਇੱਕ ਕਨਸੈਪਟ ਡਿਵੈਲਪ ਕੀਤਾ ਗਿਆ ਕਿ ਇਟ ਇਜ਼ ਦੀ ਰਿਸਪੌਂਸਿਬਿਲਿਟੀ ਆਫ ਦੀ ਸਟੇਟ, ਕਿ ਰਾਜ ਨੇ ਹੀ ਐਜੂਕੇਸ਼ਨ ਦੇਣੀ ਆ ਤਾਂ ਕਿ ਇਕੁਅਲ ਕਿਸਮ ਦਾ ਸਮਾਜ ਖੜਾ ਹੋ ਸਕੇ। 1947 ਤੋਂ ਲੈ ਕੇ 1968 ਤੱਕ ਨੈਸ਼ਨਲ ਲੈਵਲ ਤੇ ਇਹ ਤੇ ਬਹਿਸਾਂ ਚੱਲਦੀਆਂ ਰਹੀਆਂ। 1968 ਚ ਆ ਕੇ ਸਾਡੀ ਐਜੂਕੇਸ਼ਨ ਪਾਲਿਸੀ ਆ ਜਿਹੜੀ 1964 ਤੇ 66 ਕੋਠਾਰੀ ਕਮਿਸ਼ਨ ਬਣਦੀ ਆ, ਉਹਦੇ ਚ ਸਭ ਤੋਂ 2-4 ਕਨਸੈਪਟ ਨੇ ਜਿਹੜੇ ਮੈਂ ਤਾਂ ਇਹਦੇ ਨਾਲ ਜੋੜ ਕੇ ਗੱਲ ਕਰੂੰਗਾ ਵੀ ਇੱਥੇ ਕਨਸੈਪਟ ਕਿਵੇਂ ਉਹਦੇ ਚੋਂ ਹਿੱਲੇ ਹੋਏ ਨੇ। 1964 ਤੋਂ 66 ਵਾਲੀ ਪਾਲਿਸੀ ਇਹ ਗੱਲ ਲੈ ਕੇ ਆਉਂਦੀ ਆ ਕਿ ਕਾਮਨ ਸਕੂਲ ਸਿਸਟਮ ਅਸੀਂ ਕਰਨਾ, ਕਿ ਗਰੀਬ ਤੇ ਅਮੀਰ ਦਾ ਬੱਚਾ ਇੱਕੋ ਸਕੂਲ 'ਚ ਪੜ੍ਹੇ, ਉਸ ਕਿਸਮ ਦੇ ਕਨਸੈਪਟ ਵਾਲਾ ਸਕੂਲ ਨੂੰ ਅਸੀਂ ਵਿਕਸਿਤ ਕਰਨਾ। ਉਹ ਤੋਂ ਬਾਅਦ 'ਚ ਇਹ ਪਾਲਿਸੀ ਚੱਲਦੀ ਹੈ, ਉਹ ਪਾਲਿਸੀ ਹੀ ਰੱਖਦੀ ਹੈ ਕਿ 6% ਅਸੀਂ GDP ਦਾ ਖਰਚ ਕਰਨਾ, ਜਿਹੜਾ ਅੱਜ 2020 ਵਾਲੀ ਪਾਲਿਸੀ ਨੇ ਵੀ ਉਹੀ GDP ਦੇ ਗੱਲ ਕੀਤੀ ਆ। ਹਾਲਾਂਕਿ ਕਿੰਨੀਆਂ ਕੀਮਤਾਂ ਵੱਧ ਗਈਆਂ, ਕਿੰਨੀਆਂ ਸੰਸਥਾਵਾਂ ਵੱਧ ਗਈਆਂ, ਕਿੰਨੇ ਖਰਚੇ ਵੱਧ ਗਏ, ਪਰ 6% GDP ਦੀ ਗੱਲ ਕਰਦੇ ਨੇ। ਪਰ ਉਦੋਂ ਚ ਆ ਕੇ ਜਦੋਂ 86 ਦੀ ਪਾਲਿਸੀ ਆਉਂਦੀ ਆ, ਉਹ 6% ਚੋਂ ਆ ਕੇ ਕਹਿੰਦੀ ਆ ਵੀ 2% ਹਾਇਰ ਐਜੂਕੇਸ਼ਨ ਤੇ 4% ਆ ਜਿਹੜਾ ਸਕੂਲ ਐਜੂਕੇਸ਼ਨ ਤੇ ਖਰਚ ਕੀਤਾ ਜਾਵੇ, ਯਾਨੀ 6% GDP ਦਾ ਖਰਚਾ ਕੀਤਾ ਜਾਵੇ। ਕਹਿਣ ਦਾ ਭਾਵ ਆ ਕਿ ਇੱਕ ਇਕਨੋਮਿਕ ਫੈਕਟਰ ਹੈ ਜਾਂ ਹੁੰਦਾ, ਸਟੇਟ ਦੀ ਰਿਸਪੌਂਸਿਬਿਲਿਟੀ ਆ ਕਿਉਂਕਿ ਉਹਨੇ ਕਿਸ ਲੈਵਲ ਤੇ ਐਜੂਕੇਸ਼ਨ 'ਚ ਖਰਚ ਕਰਨਾ। ਇਹ ਪੁਆਇੰਟ ਨੂੰ ਮੈਂ ਟੱਚ ਕਰਦਾ ਹੋਇਆ ਕਿ ਜਿਵੇਂ ਸਾਡੇ ਕੋਲੇ ਪ੍ਰਤੀ ਦਿਨ ਬੱਚੇ ਤੇ ਜਿਹੜਾ ਅੱਜ ਖਰਚਾ ਹੁੰਦਾ ₹2.35 ਖਰਚ ਹੁੰਦਾ, ਜੇ ਉਹਨਾਂ ਦਾ ਮਹੀਨੇ ਦਾ ਕੈਲਕੂਲੇਟ ਕਰ ਲਿਆ ਜਾਵੇ, ਪਹਿਲੀ ਤੋਂ 12ਵੀਂ ਤੱਕ ਦਾ ਤਾਂ ₹71 ਬਣਦਾ, ਲਗਭਗ 35 ਤੋਂ 50 ਕਰੋੜ ਦੇ ਨੇੜੇ ਤੇੜ ਸਾਡੇ ਕੋਲੇ ਬੱਚੇ ਨੇ। ਇਸੇ ਤਰ੍ਹਾਂ ਜਿਹੜੀ ਹਾਇਰ ਐਜੂਕੇਸ਼ਨ ਆ, 3,82,00,000 ਬੱਚੇ ਨੇ, ਉਹਨਾਂ ਤੇ ₹28 ਪਰ ਡੇ ਖਰਚਾ ਹੁੰਦਾ ਤੇ ₹860 ਜਿਹੜੇ ਪਰ ਮੰਥ ਖਰਚਾ ਹੁੰਦਾ। ਕਹਿਣ ਦਾ ਭਾਵ ਕਿ ਬਜਟ ਜਿਹੜਾ, ਜਦੋਂ ਅਸੀਂ ਦੇਖਦੇ ਹਾਂ ਬਜਟ ਨੂੰ, ਤਾਂ ਡਾਕਟਰ ਮਨਮੋਹਨ ਸਿੰਘ ਦੇ ਸਮੇਂ 'ਚ
3.19% ਬਜਟ ਦਾ ਸ਼ੇਅਰ ਖਰਚਿਆ ਜਾਂਦਾ ਸੀ ਤੇ GDP ਦਾ ਖਰਚਿਆ ਜਾਂਦਾ ਸੀ 0.7%। ਜਿਹੜੀ ਹੁਣ ਸਾਡੇ ਜਿਨ੍ਹਾਂ ਨੇ ਅੱਜ ਨਵੀਂ ਪਾਲਿਸੀ ਲੈ ਕੇ ਆਂਦੀ ਆ, ਇਹਨਾਂ ਦਾ ਜਿਹੜਾ ਪਿਛਲਾ ਟਨਿਓਰ ਸੀਗਾ ਉਹਦੇ 'ਚ 2.88% GDP ਦਾ ਨਹੀਂ ਸੀ, ਬਜਟ ਦਾ ਸ਼ੇਅਰ ਸੀ ਤੇ GDP ਦਾ ਖਰਚਾ ਆ ਗਿਆ 0.5%। ਅਸੀਂ ਲਿਖ ਜ਼ਰੂਰ ਹਰੇਕ ਵਾਰੀ ਦਿੰਨੇ ਆ, ਪਰ ਖਰਚਾ ਸਾਡਾ GDP ਦਾ 1% ਤੋਂ ਵੀ ਘੱਟ ਆ। ਜਦੋਂ ਐਜੂਕੇਸ਼ਨ ਦੇ ਲੈਵਲ ਤੇ ਅਸੀਂ ਐਕਸਪੈਂਡੀਚਰ ਦਾ ਇਹ ਬਹੁਤ ਵੱਡਾ ਇਸ਼ੂ, ਇਹਨੂੰ ਗਾਂਹ ਜਾ ਕੇ ਆਪਾਂ ਟੱਚ ਕਰਾਂਗੇ ਕਿ ਜੋ ਕੋਈ ਸਵਾਲ ਹੁੰਦਾ ਵੀ ਕਿਸ ਰੂਪ 'ਚ ਕਿਹੜੀ ਗਵਰਨਮੈਂਟ ਕਿਸ ਲੈਵਲ ਤੇ, ਜਾਣੀ ਕਹਿਣ ਦਾ ਭਾਵ ਆ ਕਿ ਬਜਟਿੰਗ ਆ ਜਿਹੜੀ ਐਜੂਕੇਸ਼ਨ 'ਚ ਹੁਣ ਵੀ ਇਹਨਾਂ ਨੇ 6% ਰੱਖੀ ਹੈ GDP ਦੇ, ਪਰ ਖਰਚਿਆ ਕਦੇ ਨਹੀਂ ਗਿਆ। ਖਰਚਿਆ ਲਗਾਤਾਰ 1986 ਤੋਂ ਬਾਅਦ ਲਗਾਤਾਰ ਉਹ ਡਿਕਲਾਈਨ ਕਰਦਾ ਗਿਆ। ਹੁਣ ਇਹ ਪਾਲਿਸੀ ਬਣਾਉਣ ਦੇ ਦੋ ਵੱਡੇ ਕਾਰਨ ਨੇ ਕਿ ਇਹ 34 ਸਾਲਾਂ ਬਾਅਦ ਪਾਲਿਸੀ ਬਣੀ ਆ। 1986 'ਚ ਪਾਲਿਸੀ ਬਣੀ ਸੀ, 1980 'ਚ ਉਹਨੂੰ ਕਮੇਟੀਆਂ ਬਣਨੀਆਂ ਸ਼ੁਰੂ ਕਰਤੀਆਂ। ਉਹਨੂੰ 3-4 ਸਾਲ ਹਿੰਦੁਸਤਾਨ ਨੂੰ ਬਲੈਕ ਈਅਰ ਇਨ ਐਜੂਕੇਸ਼ਨ ਕਿਹਾ ਜਾਂਦਾ, ਕਿਉਂਕਿ ਦੇਸ਼ 'ਚ ਬੜਾ ਹੀ ਰੌਲਾ ਰੱਪਾ ਸੀ, ਪੋਲੀਟੀਕਲ ਅਨਸਟੇਬਿਲਿਟੀ ਸੀ, ਉਹਦੇ ਕਰਕੇ ਕੁਝ ਵੀ ਐਜੂਕੇਸ਼ਨ 'ਚ ਕੋਈ ਪੋਜ਼ਿਟਿਵ ਨਹੀਂ ਸੀ ਹੋ ਰਿਹਾ। 86 ਦੀ ਫਿਰ ਪਾਲਿਸੀ ਉਹਦੇ ਲੈਵਲ ਤੇ ਬਣਦੀ ਆ। ਉਹ 'ਚ ਬਾਅਦ ਆ ਕੇ 6 ਸਾਲ ਉਹਦੇ ਤੇ ਬਹਿਸ ਚੱਲਦੀ ਆ। ਉਹ ਬਹਿਸ ਚੱਲਦੀ ਆ, ਪ੍ਰੋਫੈਸਰ ਰਾਮਾ ਮੂਰਤੀ ਕਮੇਟੀ ਬਣਦੀ ਆ, ਪ੍ਰੋਫੈਸਰ ਅਨਿਲ ਸਦਕਪਾਲ ਹੋਣੀ ਜਿਹੜੇ ਬਹੁਤ ਵੱਡੇ ਐਜੂਕੇਸ਼ਨਿਸਟ ਨੇ, ਉਹ ਲੈਟਰ ਲਿਖਦੇ ਨੇ ਕਿ ਇਹਦੇ 'ਚ ਆਹ ਘਾਟਾਂ ਰਹਿ ਗਈਆਂ। ਉਹਨਾਂ ਨੇ ਕਿਹਾ ਵੀ ਜਿਹੜੀਆਂ ਕੈਟੇਗਰੀਆਂ ਸੀ OBC SC ਦਲਿਤਸ ਨੇ, ਜਿਹੜੇ ਟਰਾਈਬਲਸ ਨੇ, ਉਹਨਾਂ ਦੀ ਐਜੂਕੇਸ਼ਨ ਦੇ ਲੈਵਲ ਤੇ ਐਕਸੈਸ ਬਹੁਤ ਘੱਟ ਆ, ਇਸ ਕਰਕੇ ਉਹਨਾਂ ਕੈਟੇਗਰੀਜ਼ ਨੂੰ ਸ਼ਾਮਲ ਕੀਤਾ ਜਾਵੇ। ਬਹੁਤ ਲੋਕਾਂ ਨੇ ਉਹਦੇ ਤੇ ਲਿਖਿਆ। ਉਹ ਲਿਖਣ ਤੋਂ ਬਾਅਦ 1992 ਦਾ ਜਦੋਂ ਡਾਕੂਮੈਂਟ ਆਉਂਦਾ, ਉਹ 'ਚ ਨਾਲ 5 ਹੀ ਵੋਲੀਅਮ ਆਉਂਦੇ ਨੇ ਕਿ ਜਿਹੜੇ ਵੱਖ-ਵੱਖ ਸੁਜੈਸ਼ਨਸ ਆਉਂਦੀਆਂ ਨੇ, ਉਹ ਸੁਜੈਸ਼ਨਸ ਨੂੰ ਵੀ ਨਾਲ ਛਾਪਦੇ ਨੇ ਕਿ ਕਿਹੜੀਆਂ ਸੁਜੈਸ਼ਨਸ ਨੇ, ਕਿਹੜੀਆਂ ਅਸੀਂ ਮੰਨੀਆਂ, ਕਿਹੜੀਆਂ ਨਹੀਂ ਮੰਨੀਆਂ। ਉਹ ਤੋਂ ਬਾਅਦ ਜੋ ਐਜੂਕੇਸ਼ਨ ਪਾਲਿਸੀ 34 ਸਾਲ ਚੱਲਦੀ ਆ, ਇਸ ਪਾਲਿਸੀ ਤੋਂ ਬਾਅਦ ਜਾ ਕੇ ਜਦੋਂ ਇਕਨੋਮੀ ਦੇ ਅੰਦਰ ਚੇਂਜਸ ਆਉਂਦੀਆਂ ਨੇ, ਜਦੋਂ ਸਾਡੀ ਮਾਰਕੀਟ ਵੱਲ ਨੂੰ ਇਕਨੋਮੀ ਚੱਲਦੀ ਹੈ, ਜਿਹਨੂੰ ਨਿਊ ਲਿਬਰਲਿਜ਼ਮ ਕਿਹਾ ਜਾਂਦਾ, ਉਸ ਪੀਰੀਅਡ 'ਚ ਆ ਕੇ ਸਟੇਟ ਹੌਲੀ-ਹੌਲੀ ਐਜੂਕੇਸ਼ਨ ਤੋਂ ਪਿੱਛੇ ਮੋੜਾ ਦੇਣਾ ਸ਼ੁਰੂ ਕਰ ਦਿੰਦੀ ਆ ਤੇ ਖਰਚਾ ਲਗਾਤਾਰ ਘਟਾਉਂਦੀ ਆ। ਇਹ ਪਾਲਿਸੀ ਜਦੋਂ ਬਣਦੀ ਆ 2019, ਇਸ ਕਰਕੇ ਕਿ ਅਸੀਂ ਇੱਕ ਨਵੇਂ ਕਿਸਮ ਦਾ, ਕਿਉਂਕਿ ਪੋਲੀਟੀਕਲ এনवायरमेंट ਬਣ ਗਿਆ, ਦੂਸਰਾ ਨਿਊ ਲਿਬਰਲਿਜ਼ਮ ਦਾ ਏਜੰਡਾ ਪੂਰੀ ਤਰ੍ਹਾਂ ਪੁਸ਼ ਹੋ ਰਿਹਾ ਸੀ। ਦੋ ਚੀਜ਼ਾਂ ਨਾਲ ਜੋੜ ਕੇ ਇਹ ਐਜੂਕੇਸ਼ਨ ਪਾਲਿਸੀ ਦੀ ਧਰਾਤਲ ਬਣਦੀ ਆ, ਜਿਹਦੇ 'ਚ 2019 ਦਾ ਖਰੜਾ ਆਉਂਦਾ ਵਾ। ਉਹ ਖਰੜਾ ਵੀ ਇਸ ਕਿਸਮ ਨਾਲ ਆਉਂਦਾ ਵਾ ਕਿ ਖਰੜਾ ਚਾਹੀਦਾ ਤਾਂ ਜਦੋਂ 1986 ਦੀ ਪਾਲਿਸੀ ਬਣੀ, ਜਦੋਂ 1964 ਦੀ, ਜਿਹੜੇ 1964 ਦੀ ਪਾਲਿਸੀ ਬਣਦੀ ਆ, ਉਹ ਪ੍ਰੋਫੈਸਰ DS ਕੋਠਾਰੀ ਉਹਦੇ ਚੇਅਰਮੈਨ ਸੀ, ਪ੍ਰੋਫੈਸਰ ਸ਼ਾਹ ਉਹਦੇ ਸੈਕਟਰੀ ਸੀ। 6 ਮਹੀਨੇ ਅਕੋਰਡਿੰਗ ਟੂ ਡਾਕਟਰ TR ਸ਼ਰਮਨ ਸਰ, ਕਿਉਂਕਿ ਉਹਨਾਂ ਨੇ ਪੰਜਾਬ ਦਾ ਉਦੋਂ ਕੇਸ ਡੀਲ ਕੀਤਾ ਸੀ, ਕਿ ਉਹ 6 ਮਹੀਨੇ ਲਗਾਤਾਰ ਵੱਡੇ ਪ੍ਰੋਫੈਸਰ ਬਹਿ ਕੇ ਡਿਸਕਸ ਕਰਦੇ ਰਹੇ ਕਿ ਆਹ ਪੁਆਇੰਟ ਨਾ ਰਹਿ ਜਾਵੇ, ਕਿਉਂਕਿ ਉਸ ਵੇਲੇ ਉਹ ਪਾਲਿਸੀ ਦਾ ਨਾਂ ਸੀ ਨੈਸ਼ਨਲ ਡਿਵੈਲਪਮੈਂਟ ਐਂਡ ਐਜੂਕੇਸ਼ਨ, ਕਿ ਨੈਸ਼ਨਲ ਡਿਵੈਲਪਮੈਂਟ ਦੇ ਨਾਲ ਅਸੀਂ ਐਜੂਕੇਸ਼ਨ ਦਾ ਕੋਰਿਲੇਸ਼ਨ ਬਣਾਉਣਾ ਤਾਂ ਕਿ ਸਾਡਾ ਸਮਾਜ ਅੱਗੇ ਵੱਧ ਸਕੇ। ਉਸ ਪੀਰੀਅਡ ਦੇ ਵਿੱਚ ਉਹ ਪਾਲਿਸੀ ਫਰੇਮ ਹੁੰਦੀ ਆ, 1000 ਪੇਜ ਜਿਹੜਾ ਬਣਦਾ, ਬੜੀ ਲੰਬੀ ਚੌੜੀ। ਉਹਦੇ 'ਚ ਇਕਨੋਮਿਕ ਤੋਂ ਲੈ ਕੇ ਲੈਂਗੁਏਜ ਦੇ ਸਵਾਲ, ਲੈਂਗੁਏਜ ਤੋਂ ਲੈ ਕੇ ਸਕੂਲ ਸਟਰਕਚਰਾਂ ਦੇ ਸਵਾਲ, ਤੇ ਵੱਡਾ ਉਹਦੇ 'ਚ ਕਨਸੈਪਟ ਦਿੰਦਾ ਕਾਮਨ ਸਕੂਲ ਸਿਸਟਮ, ਕਿਉਂਕਿ ਸਾਡਾ ਦੇਸ਼ ਬਹੁਤ ਵੱਖਰੇ ਕਿਸਮ ਦਾ, ਉਹ ਪਿੰਡਾਂ ਤੱਕ ਫੈਲਿਆ ਹੋਇਆ। ਉਸ ਕਰਕੇ ਕੋਈ ਵੀ, ਕਿਉਂਕਿ ਸਾਡੇ ਜਿਹੜਾ ਸੰਵਿਧਾਨ ਸੀ ਉਹਦੇ 'ਚ ਇਹ ਸੀ ਕਿ ਅਸੀਂ ਹਰ ਪਿੰਡ ਤੱਕ ਸਕੂਲ ਲੈ ਕੇ ਜਾਣਾ, ਹਰ ਪਿੰਡ ਤੱਕ ਸਕੂਲ ਜਾਊਗਾ ਤਾਂ ਐਜੂਕੇਸ਼ਨ ਤੱਕ ਲੋਕ ਪਹੁੰਚਣਗੇ। ਇਸ ਕਰਕੇ ਉੱਥੋਂ ਤੱਕ ਐਜੂਕੇਸ਼ਨ ਦੇ ਲੈਵਲ ਤੇ ਜਾਣ ਵਾਸਤੇ ਇਸ ਪ੍ਰੋਸੈਸ ਨੂੰ ਟ੍ਰਿਗਰ ਔਨ ਕੀਤਾ ਗਿਆ ਸੀ। ਉਹ ਤੋਂ ਬਾਅਦ ਜਦੋਂ ਉਹ ਪਾਲਿਸੀ 64 ਤੋਂ ਬਾਅਦ 86 ਤੋਂ ਬਾਅਦ ਜਦੋਂ ਇਹ ਪਾਲਿਸੀ ਬਣਦੀ ਆ, ਇਹ ਕਿਸੇ ਵੀ ਲੈਵਲ ਤੇ, ਕਿਸੇ ਪੱਧਰ ਤੇ ਜਿਹੜੀਆਂ ਵਿਧਾਨ ਸਭਾਵਾਂ ਨੇ, ਸਟੇਟਾਂ ਨੇ, ਉਹਦੇ 'ਚ ਕੋਈ ਚੈਲੰਜਿੰਗ ਡਾਕੂਮੈਂਟ ਨਹੀਂ ਬਣਦਾ। ਜਿਹੜਾ 1985 ਦੇ ਵਿੱਚ ਚੈਲੰਜਿੰਗ ਸੀਗੇ ਸਾਡੇ 1985 ਦੇ ਲੈਵਲ ਤੇ ਜਿਹੜੇ ਖੜੇ ਸੀ, ਉਹਨੂੰ ਬੇਸ ਬਣਾ ਕੇ 1986 ਦੀ ਪਾਲਿਸੀ ਬਣਦੀ ਆ। ਪਰ ਉਹ ਕਿਸੇ ਨਾ ਕਿਸੇ ਲੈਵਲ ਤੇ ਇੱਥੇ ਡਿਸਕਸ਼ਨ ਦੇ ਨਾਲੋਂ ਇੱਕ ਡਾਕੂਮੈਂਟ ਆਉਂਦਾ, ਡਾਕੂਮੈਂਟ ਵੀ ਕਿਸੇ ਸਟੇਟਾਂ ਦੇ ਲੈਵਲ ਤੇ ਉਸ ਪਲਾਨ ਬਣਾ ਕੇ ਡਿਸਕਸ ਨਹੀਂ ਕੀਤਾ ਜਾਂਦਾ। ਹੁਣ ਵੀ ਜਦੋਂ ਪਾਲਿਸੀ ਇਹ ਲਿਆਂਦੀ ਆ, ਜਿਹਨੂੰ ਫਾਈਨਲਾਈਜ਼ ਕੀਤਾ ਗਿਆ ਜੁਲਾਈ ਦੇ ਵਿੱਚ, ਉਹ ਫਾਈਨਲਾਈਜ਼ ਕਰਨ ਵਾਲੇ ਕਿਹਾ ਕਿ 2 ਲੱਖ ਲੋਕਾਂ ਨੇ ਉਸ ਨੂੰ ਸੁਜੈਸ਼ਨ ਦਿੱਤੇ ਨੇ। ਕਿਹੜੇ ਲੋਕਾਂ ਨੇ ਸੁਜੈਸ਼ਨ ਦਿੱਤੇ ਆ, ਉਹਦਾ ਕੋਈ ਖਰੜਾ ਬਾਹਰ ਆਉਣਾ ਚਾਹੀਦਾ, ਕਿਹੜੇ ਸੁਝਾਅ ਸੀ,
ਕਿਸ ਕਿਸ ਲੈਵਲ ਤੇ। ਜੇ ਰਾਮਾ ਮੂਰਤੀ ਕਮੇਟੀ ਨਾਲ 5 ਵੋਲੀਅਮ ਛਪ ਸਕਦੇ ਆ ਤਾਂ ਇੱਥੇ ਸੁਝਾਵਾਂ ਦੇ ਕਿਉਂ ਨਹੀਂ ਛਪ ਸਕਦੇ। ਇਹ 66 ਪੇਜ ਦੀ ਪਾਲਿਸੀ ਦਾ ਡਾਕੂਮੈਂਟ ਪਾਸ ਕਰਕੇ ਆ ਗਿਆ, ਉਹ ਕੋਈ ਵੀ ਕਿਸੇ ਲੈਵਲ ਤੇ ਉਹ ਬਾਹਰ ਨਹੀਂ ਆਇਆ। ਦੂਸਰਾ, ਜਿਹੜੀਆਂ ਹਿੰਦੁਸਤਾਨ ਦੀ ਬਣਤਰ ਆ, ਕਿਉਂਕਿ ਜਦੋਂ ਪਹਿਲੀ ਪਾਲਿਸੀ ਬਣੀ ਸੀ ਉਦੋਂ ਲੰਬੀ ਵਹਿ ਸੀ ਕਿ ਸਟੇਟਾਂ ਜਿਹੜੀਆਂ ਨੇ ਉਹਨਾਂ ਨੂੰ ਧਿਆਨ 'ਚ ਰਾਈਟ ਆ ਜਿਹੜੇ ਮਿਲੇ ਹੋਏ ਨੇ, ਇਸ ਕਰਕੇ ਸਟੇਟਾਂ ਦੀ ਪਾਰਟਿਸਿਪੇਸ਼ਨ ਕਰਾਉਣੀ ਬਹੁਤ ਜ਼ਰੂਰੀ ਆ। ਤੇ ਸਟੇਟਾਂ ਦੀ ਪਾਰਟਿਸਿਪੇਸ਼ਨ ਵਾਸਤੇ ਸਾਡੇ ਕੋਲੇ ਬੜਾ ਮਹੱਤਵਪੂਰਨ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 1 ਆਫ ਦੀ ਕਨਸਟੀਟਿਊਸ਼ਨ ਜਿਹੜਾ ਸਟੇਟਸ ਨੂੰ ਰਾਈਟ ਦਿੰਦਾ, ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਏ ਯੂਨੀਅਨ ਆਫ ਸਟੇਟਸ। ਇਹ ਨਵੰਬਰ 25 1949 ਨੂੰ ਜਿਹੜੀ ਕਨਸਟੀਟਿਊਟ ਅਸੈਂਬਲੀ ਆ ਉਹਦੇ ਚੇਅਰਮੈਨ ਡਰਾਫਟ ਕਮੇਟੀ ਜਦੋਂ ਬਣੀ ਆ, ਇਹ ਸਾਰੇ ਦੇ ਸਾਰੇ ਫਿਰ ਉਹਦੇ ਚ ਪਾਵਰਾਂ ਵੀ ਦਿੱਤੀਆਂ ਤੇ ਬੇਸਿਕ ਪ੍ਰਿੰਸੀਪਲ ਆਫ ਫੈਡਰਲਿਜ਼ਮ ਇਜ਼ ਦੈਟ ਦੇ ਸਟੇਟ ਤੇ ਜਿਹੜੀਆਂ ਉਹਦੀਆਂ ਐਗਜ਼ੈਕਟਿਵ ਅਥਾਰਟੀ ਆ ਉਹ ਪਾਰਟਿਸਿਪੇਟ ਕਰਨਗੇ ਬਿਟਵੀਨ ਸੈਂਟਰ ਐਂਡ ਸਟੇਟਸ। ਉਹ ਤੋਂ ਬਾਅਦ ਜਦੋਂ ਜਦੋਂ ਥੋੜੇ ਬਹੁਤੇ ਕੋਈ ਮਸਲੇ ਸੈਂਟਰ ਸਟੇਟ ਦੇ ਆਉਂਦੇ ਰਹੇ, ਸਭ ਤੋਂ ਅਥੈਂਟਿਕ ਪੁਆਇੰਟ ਮੰਨਿਆ ਜਾਂਦਾ ਕਿ 13 ਜੱਜਾਂ ਦੀ ਕਨਸਟੀਟਿਊਸ਼ਨਲ ਬੈਂਚ ਬਣਦਾ ਸੁਪਰੀਮ ਕੋਰਟ, ਜਿਹਨੂੰ ਇੱਕ ਕੇਸ ਚੱਲਦਾ ਸੁਪਰੀਮ ਕੋਰਟ 1973 ਚ। ਉਹ ਕੀ ਫੈਸਲਾ ਦਿੰਦਾ, ਫੈਡਰਲ ਕਰੈਕਟਰ ਆਫ ਦੀ ਕਨਸਟੀਟਿਊਸ਼ਨ ਇਜ਼ ਦੀ ਬੇਸਿਕ ਸਟਰਕਚਰ। ਇਹ 13 constitute bench of Supreme Court in the ਕੇਸਵਾਨੰਦਾ ਭਾਰਤੀ ਕੇਸ 1973 ਦਾ ਉਹਦੀ ਬੇਸ ਲਾਈਨ ਆ। ਹੁਣ ਸਾਡੀ ਜਿਹੜੀ ਆ ਸੈਂਟਰ ਤੇ ਸਟੇਟ ਦੀ ਜਦ ਇਹ ਕਨਸਟੀਟਿਊਸ਼ਨ ਦੀ ਪ੍ਰੋਵੀਜ਼ਨ ਆ ਤਾਂ ਹਰ ਸਟੇਟ ਨੂੰ ਰਾਈਟ ਆ, ਕਿਉਂਕਿ ਸਾਡੇ ਹਿੰਦੁਸਤਾਨ ਬਹੁਤ 20-25 ਕਿਸਮ ਦੀਆਂ ਵੇਰੀਏਸ਼ਨਸ ਨੇ। ਇੱਥੇ ਕਿੰਨੀਆਂ ਲੈਂਗੁਏਜ ਨੇ, ਨੀਅਰ ਅਬਾਊਟ ਛੋਟੀਆਂ ਮੋਟੀਆਂ ਪਾ ਕੇ 700 ਦੇ ਲਗਭਗ ਲੈਂਗੁਏਜਸ ਬਣਦੀਆਂ। ਫਿਰ ਇਹਦੇ ਚ ਟਰਾਈਬਲਸ ਨੇ, ਸਬ ਕਾਸਟ ਨੇ, ਵੇਰੀਏਸ਼ਨਸ ਨੇ, ਵਿਲੇਜ ਨੇ, ਬਹੁਤ ਦੂਰ ਤੱਕ ਫੈਲਿਆ ਹੋਇਆ ਵਾ। ਇਸ ਕਰਕੇ ਉਹ ਸਾਰੀਆਂ ਵੇਰੀਏਸ਼ਨਸ ਨੂੰ ਧਿਆਨ 'ਚ ਰੱਖਣਾ ਐਜੂਕੇਸ਼ਨ ਦਾ ਪਾਲਿਸੀ ਦਾ ਪਰਸਪੈਕਟਿਵ ਚਾਹੀਦਾ ਸੀ, ਜਿਹੜਾ ਇਸ ਪਾਲਿਸੀ ਨੇ ਨੈਗਲੈਕਟ ਕੀਤਾ। ਸਟੇਟਾਂ ਦੀ ਕੋਈ ਵੀ ਇੰਟਰਵੈਂਸ਼ਨ ਨਹੀਂ ਕੀਤੀ ਗਈ, ਸਟੇਟਾਂ ਨੂੰ ਡਿਸਕਸ਼ਨ ਦੇ ਵਿੱਚ ਨਹੀਂ ਲਿਆਂਦਾ ਗਿਆ। ਤਾਂਹੀਓ ਹੁਣ ਜਿਵੇਂ ਪਿੱਛੇ ਕੇਰਲਾ ਨੇ ਵੀ ਕਮੇਟੀ ਬਣਾਈ ਆ, ਕਰਨਾਟਕਾ ਨੇ ਵੀ ਕੁਝ ਮਸਲਿਆਂ ਤੇ ਇਤਰਾਜ਼ ਉਠਾਏ ਨੇ, ਇਸੇ ਤਰ੍ਹਾਂ ਪੱਛਮੀ ਬੰਗਾਲ ਨੇ ਵੀ ਇਤਰਾਜ਼ ਉਠਾਏ ਨੇ ਕਿ ਜਿਹੜੀਆਂ ਸਾਡੀਆਂ ਸਟੇਟਸ ਨੇ ਉਹਨਾਂ ਦੀ ਪਾਰਟਿਸਿਪੇਸ਼ਨ ਹੋਣੀ। ਸਟੇਟਾਂ ਕੋਲੇ ਰਾਈਟ ਆ ਸਕੂਲ ਐਜੂਕੇਸ਼ਨ ਦਾ, ਤੋਂ ਆਪਣੇ ਢੰਗ ਨਾਲ ਆਪਣੀਆਂ ਜਿਹੜੀਆਂ ਵੇਰੀਏਸ਼ਨਸ ਆ, ਜਿਹੜੇ ਮਿਲੇ ਹੋਏ ਰਾਈਟਸ ਨੇ, ਉਹਨਾਂ ਦੇ ਆਧਾਰ ਤੇ ਪਹਿਲਾਂ ਤਾਂ ਇਹ ਪਾਲਿਸੀ ਦਾ ਵੱਡਾ ਡਰਾਬੈਕ ਇਹ ਆ ਕਿ ਇਹਨੇ ਨੈਸ਼ਨਲ ਲੈਵਲ ਤੇ ਜਿਸ ਪੱਧਰ ਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣਾਈ ਹੈ, ਪਹਿਲੀ ਕੋਈ ਵੀ ਪਾਲਿਸੀ ਇਸ ਕਿਸਮ ਦੀ ਪ੍ਰਕਿਰਿਆ 'ਚ ਗੁਜ਼ਰੀ ਨਹੀਂ। ਦੂਸਰਾ ਕਾਰਨ ਇਹ ਆ ਕਿ 1 ਮਈ 2020 ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਇੱਕ ਪ੍ਰੋਜੈਕਟ ਸ਼ੁਰੂ ਕਰਦੇ ਨੇ, ਜਿਹੜਾ ਪ੍ਰੋਜੈਕਟ ਵਰਲਡ ਬੈਂਕ ਦੀ ਸਪੋਰਟ ਦੇ ਨਾਲ, ਜਿਹਨੂੰ ਕਿਹਾ ਜਾਂਦਾ STARS, ਸਟਰੈਂਥਨਿੰਗ ਟੀਚਿੰਗ ਲਰਨਿੰਗ ਐਂਡ ਰਿਜ਼ਲਟਸ ਫਾਰ ਸਟੇਟਸ ਪ੍ਰੋਗਰਾਮ। ਉਸ ਪ੍ਰੋਗਰਾਮ 'ਚ ਕੀ ਹੈ, 6 ਸਟੇਟਾਂ ਨੂੰ ਇਸ ਕਿਸਮ ਦੀ ਸਪੋਰਟ ਆ ਜਿਹੜੀ ਵਰਲਡ ਬੈਂਕ ਵੱਲੋਂ ਦਿੱਤੀ ਜਾਂਦੀ। ਕਹਿਣ ਦਾ ਭਾਵ ਆ ਕਿ ਨਿਊ ਲਿਬਰਲਿਜ਼ਮ ਦਾ ਏਜੰਡਾ ਪਲੱਸ ਵਰਲਡ ਬੈਂਕ, ਉਹ ਇੱਕ 6 ਸਟੇਟਾਂ ਦੇ ਵਿੱਚ 3 ਪਰਫਾਰਮਿੰਗ ਸਟੇਟਸ ਕਹਿੰਦੀਆਂ ਨੇ, ਜਿਨ੍ਹਾਂ 'ਚ ਕੇਰਲਾ ਵੀ ਆ ਤੇ ਰਾਜਸਥਾਨ ਆ, ਤੇ ਇਹ 3 ਹੋਰ ਸਟੇਟਾਂ ਨੇ। 6 ਸਟੇਟਾਂ ਵਾਸਤੇ ਇਸ ਕਿਸਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਂਦਾ, ਜਿਹਦੇ 'ਚ ਟੀਚਿੰਗ ਦੀ ਜਿਹੜੀ ਆ ਟੀਚਿੰਗ ਸਕਿੱਲਸ ਜਾਂ ਟੀਚਿੰਗ ਦਾ ਉਹਦੇ ਨਾਲ ਜੋੜ ਕੇ ਉਹਨੂੰ ਕਲੱਬ ਕੀਤਾ ਜਾਂਦਾ। ਉਹ ਤੋਂ ਬਾਅਦ ਜਦੋਂ ਇਹ ਮਈ ਤੋਂ ਬਾਅਦ 'ਚ ਹੁਣ ਜਿਹੜੀ ਸਿਚੁਏਸ਼ਨ ਬਣਦੀ ਆ, ਇਸ ਸਿਚੁਏਸ਼ਨ ਦੇ ਵਿੱਚ ਆ ਕੇ ਇੱਕ ਐਗਰੀਮੈਂਟ ਹੁੰਦਾ। ਗੂਗਲ ਦੇ ਚੀਫ ਐਗਜ਼ੈਕਟਿਵ ਆਫਿਸਰ CEO ਅਨਾਉਂਸ ਤੇ ਮੇਜਰ ਇਨਵੈਸਟਮੈਂਟ ਬਾਈ ਮੁਕੇਸ਼ ਅੰਬਾਨੀਜ਼ ਰਿਲਾਇੰਸ ਇੰਡਸਟਰੀ ਕਰਦੀ ਆ। ਉਹਦੇ 'ਚ ਕੀ ਆ, ਇਹਦੇ 'ਚ ਮਾਰਕੀਟਿੰਗ ਏਜੰਸੀ ਇੱਕ ਰਿਪੋਰਟ ਦਿੰਦੀ ਆ ਕਿ ਹੁਣ ਜੇ ਐਜੂਕੇਸ਼ਨ ਆ ਉਹਦੇ 'ਚ ਜੇ ਤੁਸੀਂ ਆਨਲਾਈਨ ਕਰਦੇ ਹੋ ਤਾਂ 15 ਬਿਲੀਅਨ ਨੈਕਸਟ ਈਅਰਸ ਇਹਦੇ ਵਿੱਚੋਂ ਬੜਾ ਵੱਡਾ ਪ੍ਰੋਸੈਸ ਚੱਲੂਗਾ। ਆਨਲਾਈਨ ਵਾਲਾ ਪ੍ਰੋਸੈਸ ਇੱਕ ਨਵੇਂ ਕਿਸਮ ਦਾ, ਕਿਉਂਕਿ ਉਧਰ COVID-19 ਆ ਗਿਆ, ਆਨਲਾਈਨ ਐਜੂਕੇਸ਼ਨ ਪਾਲਿਸੀ 'ਚ ਆ ਗਿਆ, ਦੂਜੇ ਆਨਲਾਈਨ ਵਾਲੇ ਬਹੁਤ ਵੱਡੇ ਪੱਧਰ ਤੇ, ਜਿਹਦੇ ਕਰਕੇ ਇਮੀਡੀਏਟ ਲੋਕ ਇੱਕ ਬੜੇ ਵੱਡੇ ਸੰਕਟ ਸੀਗੇ, ਕ੍ਰਾਈਸਿਸ ਸੀ। ਜਦੋਂ ਦੁਨੀਆ ਇੱਕ ਵੱਖਰੇ ਅੰਦਾਜ਼ ਸੋਚ ਰਹੀ ਸੀ, ਜਿਨ੍ਹਾਂ ਨੇ ਟੈਕਨੋਲੋਜੀ ਨੂੰ ਡਿਵੈਲਪ ਕੀਤਾ, ਜਾਪਾਨ ਵਰਗੇ ਕੰਟਰੀ, ਉਹ ਤਾਂ ਆਪਣੇ ਬੱਚਿਆਂ ਨੂੰ ਕਿਤਾਬਾਂ ਪਹੁੰਚਾ ਰਹੇ ਨੇ, ਆਪਣੇ ਉੱਥੋਂ ਉਹਨਾਂ ਦੇ ਇਸ ਕਿਸਮ ਦਾ ਸਿਸਟਮ ਇਵੋਲਵ ਕੀਤਾ ਤਾਂ ਕਿ ਬੱਚੇ ਨੂੰ ਕਿਸੇ ਨਾ ਕਿਸੇ ਲੈਵਲ ਤੇ ਉਹ ਕਿਤਾਬ ਤੋਂ ਪੜ੍ਹੇ ਸਿੱਖੇ, ਉਹਦੀ ਇਨਸਪੈਕਸ਼ਨ ਹੋਵੇ, ਚੈਕਿੰਗ ਹੋਵੇ, ਭਲਾ ਘਰੇ ਬੈਠ ਕੇ ਕਰੇ।
ਵੀ ਆਨਲਾਈਨ ਐਜੂਕੇਸ਼ਨ ਨਾ, ਕਿਉਂਕਿ ਕੋਈ ਵੀ ਦੁਨੀਆ ਭਰ ਦੀ ਇਸ ਕਿਸਮ ਦੀ ਸਟੱਡੀਜ਼ ਨਹੀਂ ਕਿ ਸਕੂਲ ਪੱਧਰ ਤੇ ਆਨਲਾਈਨ ਐਜੂਕੇਸ਼ਨ ਦੇਣ ਨਾਲ ਪਰਫਾਰਮੈਂਸ ਵੱਧਦੀ ਹੈ। ਇਹਨਾਂ ਨੇ ਕਹਿਤਾ ਜੀ ਆਨਲਾਈਨ, ਜਿਹਦੇ ਚ ਟੋਟਲ ਡਾਕੂਮੈਂਟ ਚ, ਜਿਹਨੂੰ ਮੈਂ ਕਹਿੰਦਾ ਵੀ ਇੱਕ ਟੈਕਨੋ ਕਿਸਮ ਦਾ ਕੈਪੀਟਲਿਜ਼ਮ ਇਹਨੂੰ ਕਈਆਂ ਨੇ ਲਿਖਿਆ, ਵੀ ਟੈਕਨੋਲੋਜੀ ਦੀ ਡੋਮੀਨੇਸ਼ਨ ਆ ਜਿਹੜੀ ਉਹ ਐਜੂਕੇਸ਼ਨ ਚ ਇੰਟਰਵੀਨ ਕੀਤੀ ਕਰਨ ਵੱਲ ਨੂੰ ਇਹਦਾ ਇਸ਼ੂ ਆ ਜਿਹੜਾ ਟਰੈਗਰ ਔਨ ਕੀਤਾ ਗਿਆ, ਤੇ ਉਹਦੇ ਕਰਕੇ ਟੈਕਨੋਲੋਜੀ ਨੂੰ ਨਾਲ ਜੋੜ ਲਿਆ ਸਕੂਲ ਪੱਧਰ ਤੇ। ਹਾਲਾਂਕਿ ਐਜੂਕੇਸ਼ਨ ਦਾ ਵੱਡੀ ਕਾਰਨ ਆ ਵੀ ਜਦੋਂ ਸਕੂਲ ਡਿਟੀਰੀਓਰੇਟ ਹੁੰਦੇ ਨੇ, ਉਹਨਾਂ ਦੀ ਡਿਟੀਰੀਓਰੇਸ਼ਨ ਨੂੰ ਰੋਕਣ ਵਾਸਤੇ ਉਹਦੇ ਟੀਚਰਸ, ਉਹਦੇ ਅਧਿਆਪਕ, ਉਹਦਾ ਸਿਲੇਬਸ, ਉਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਂਦਾ, ਨਾ ਕਿ ਇਸ ਕਿਸਮ ਦਾ ਕਿ ਇੱਕ ਨਵੇਂ ਕਿਸਮ ਦੇ ਦਾ ਮਸਲਾ ਖੜਾ ਕਰ ਲਿਆ ਜਾਵੇ ਕਿ ਟੈਕਨੋਲੋਜੀ ਦੀ ਨੂੰ ਮੇਨ ਸੈਂਟਰ ਤੇ ਲਿਆਂਦਾ ਜਾਵੇ। ਇਹ ਜਿਹਦੇ ਚ ਮੈਂ ਇੱਕ ਥੋੜਾ ਜਿਹਾ ਅੰਕੜਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਸੀ 2017 ਚ ਕਿ ਓਨਲੀ 8% ਪਰਿਵਾਰ ਨੇ ਇੰਡੀਆ ਦੇ ਟੋਟਲ ਪਾਪੂਲੇਸ਼ਨ ਦੇ ਜਿਨ੍ਹਾਂ ਚ ਕੰਪਿਊਟਰ ਤੇ ਇੰਟਰਨੈਟ ਦੀ ਵਿਵਸਥਾ ਵਾ। 8% ਫੈਮਿਲੀਜ਼, ਸਾਡਾ ਕਿੱਡਾ ਵੱਡਾ ਮੁਲਕ ਆ, ਇਹ ਚ 100% ਨੂੰ ਕਿਵੇਂ ਟੈਕਨੋਲੋਜੀ ਦੇ ਪੱਧਰ ਤੇ ਦੇ ਸਕਦੇ ਆ। ਜਿਵੇਂ ਉਹਨਾਂ ਨੇ ਇੰਡੀਆ ਤੇ ਮੱਧ ਪ੍ਰਦੇਸ਼ ਦਾ ਕੰਪੈਰੀਜ਼ਨ ਕੀਤਾ ਜੀ, 2.7% ਮੱਧ ਪ੍ਰਦੇਸ਼ ਜਿਹੜੇ ਉਹਨਾਂ ਨੂੰ ਮਿਲਦੀ ਹੈ, 4.4 ਟੈਕਨੋਲੋਜੀ ਐਂਡ ਇੰਟਰਨੈਟ ਦਾ ਕਨੈਕਸ਼ਨ ਆ ਜਿਹੜਾ ਭਾਰਤ 'ਚ ਇਸੇ ਤਰ੍ਹਾਂ ਸੀਗਾ। ਮਤਲਬ ਮੱਧ ਪ੍ਰਦੇਸ਼ ਦੀਆਂ ਹੀ ਉਦਾਹਰਨਾਂ, ਇਹ ਪ੍ਰੋਫੈਸਰ ਅਨਲ ਸਾਤਿਕਪਾਲ ਉਹਨਾਂ ਨੇ ਵੱਖ-ਵੱਖ ਸਟੱਡੀਜ਼ ਦੇ ਪੱਧਰ ਤੋਂ ਇਹ ਆਸਪੈਕਟ ਨੂੰ ਡੀਲ ਕੀਤਾ ਸੀ ਕਿ ਜੇ 8% ਆ ਤਾਂ ਇਹਨੂੰ ਟੈਕਨੋਲੋਜੀ ਦੇ ਨਾਲ ਜੋੜ ਕੇ ਕਿਸ ਪੱਧਰ ਤੇ ਤੁਸੀਂ ਮਾਸ ਲੈਵਲ ਤੇ ਐਜੂਕੇਸ਼ਨ ਦੇ ਸਕਦੇ ਹੋ। ਇਹ ਤਾਂ ਹੈਗੀ ਆ ਵੀ ਜਿਹੜਾ ਹੁਣ ਦੇ ਸਟਰਕਚਰ ਦੇ ਲੈਵਲ ਤੇ ਜਿਹੜਾ ਕੀ ਇਮੀਡੀਏਟ ਕਾਰਨ ਕੀ ਬਣੇ ਆ ਕਿ ਜਿਸ ਕਿਸਮ ਦਾ COVID-19 ਆਇਆ ਉਹਨੇ ਲੋਕਾਂ ਦੀ ਆਰਥਿਕਤਾ ਤੋੜੀ। ਜਿਹੜਾ ਉਹਦਾ ਸਕੂਲ ਐਜੂਕੇਸ਼ਨ ਦਾ ਜੋ ਸਟਰਕਚਰ ਚੱਲ ਰਿਹਾ ਸੀਗਾ, ਜੇ ਕੋਈ ਚੇਂਜਸ ਕਰਨੀਆਂ ਸੀ ਕਿਸੇ ਨਾ ਕਿਸੇ ਲੈਵਲ ਤੇ ਸਟੇਟ ਨੂੰ ਇੰਟਰਵੀਨ ਕਰਕੇ ਕੋਈ ਡਿਸਕਸ਼ਨ ਦੇ ਕਿਸੇ ਲੈਵਲ ਤੇ ਉਹ ਇੱਕ ਪ੍ਰੋਸੈਸ ਕਿਤੇ ਅਡਾਪਟ ਕੀਤਾ ਜਾ ਸਕਦਾ ਸੀ, ਪਰ ਉਹ ਕੋਈ ਵੀ ਇਸ ਪ੍ਰਕਿਰਿਆ ਨਹੀਂ, ਸਿਰਫ ਤੇ ਸਿਰਫ ਇੱਕ ਕਿਸਮ ਨਾਲ ਕਿ ਇੱਕ ਵਰਲਡ ਬੈਂਕ ਦੀ ਰਿਪੋਰਟ ਆ ਗਈ, ਦੂਸਰਾ ਨਿਊ ਲਿਬਰਲ ਏਜੰਡਾ ਲੱਗ ਗਿਆ, ਨੰਬਰ 3 ਟੈਕਨੋਲੋਜੀ ਦਾ। ਇਹ ਤਾਂ ਹੈਗੀ ਇਹਦੀ ਧਰਾਤਲ ਦੇ ਫੈਕਟਰ ਆ ਜਿਨ੍ਹਾਂ ਕਾਰਨ ਇਹ ਪਾਲਿਸੀ ਦਾ ਗਾਂ ਹੈਗਾ ਕਿ ਜਿਹੜੀ ਇਹਨੇ ਪਾਲਿਸੀ ਨੇ ਮੇਨ ਇੰਪੋਰਟੈਂਟ ਜਿਹੜੇ ਨੁਕਤਿਆਂ ਨੂੰ ਡੀਲ ਕੀਤਾ ਵਾ, ਉਹਦੇ ਚ ਡੀਲ ਇਹਨਾਂ ਨੇ ਕੀਤਾ ਕਿ ਪਹਿਲਾਂ ਤਾਂ GDP ਵਾਲਾ ਮੈਂ ਤੁਹਾਡੇ ਨਾਲ ਡਿਸਕਸ ਕਰ ਲਿਆ। ਦੂਸਰਾ ਹੈਗਾ ਕਿ RTE 2009 ਉਹਦੇ ਚ ਗੱਲ ਕੀਤੀ ਆ ਵਿਸਥਾਰ ਕਰਨ ਦੀ, ਪਰ ਪਹਿਲੀ ਜਦੋਂ ਡਰਾਫਟ ਆਇਆ ਉਹਦੇ ਚ ਸੀ ਕਿ ਇਹਦਾ ਰਿਵਿਊ ਕੀਤਾ ਜਾਓ। ਇਹ ਬੜੇ ਲੰਬੇ ਸਮੇਂ ਦੀ ਡਿਬੇਟ ਸੀਗੀ। ਰਾਈਟ ਟੂ ਐਜੂਕੇਸ਼ਨ 2009 ਇਹ 1882 ਚ ਜੋਤੀ ਰਾਏ ਫੂਲੇ ਹੋਣਾ ਨੇ, ਜਿਨ੍ਹਾਂ ਨੇ ਐਂਟਰੀ ਬ੍ਰਾਹਮਣੀਕਲ ਕਲਚਰ ਤੇ ਜਾਣੀ ਹਿੰਦੁਸਤਾਨ ਦੇ ਵਿੱਚ ਜਿਹੜਾ ਅਪਰੈਸਡ ਸੈਕਸ਼ਨ ਸੀ, ਚਾਹੇ OBC ਚਾਹੇ ਦਲਿਤ ਸੀ, ਹੋਰ ਸੀ, ਵੀ ਹਰ ਬੱਚੇ ਲਈ ਸਕੂਲ ਹੋਵੇ। ਉਹ ਸਾਰੀ ਦੀ ਸਾਰੀ ਇੱਕ ਲੰਬੀ ਟ੍ਰੈਡੀਸ਼ਨ ਦੇ ਵਿੱਚੋਂ ਕਿ ਗਰੀਬ ਨੂੰ ਸਕੂਲ ਦੇਣਾ ਲਾਜ਼ਮੀ ਆ, ਉਹਨਾਂ ਨੇ 1852 ਚ ਇਹ ਏਜੰਡਾ ਖੜਾ ਕੀਤਾ ਸੀ ਕਿ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਨਾ ਸਟੇਟ ਦੀ ਰਿਸਪੌਂਸਿਬਿਲਟੀ ਆ। ਉਹ ਲੜਾਈ ਚੱਲਦੀ ਚੱਲਦੀ ਕਾਨਸਟੀਟਿਊਸ਼ਨ 'ਚ ਵੀ ਦਿੱਤੀ, ਕੋਠਾਰੀ ਕਮਿਸ਼ਨ ਨੇ ਵੀ ਕਿਹਾ। ਫਿਰ 1992 ਚ 19 ਕ੍ਰਿਸ਼ਨ ਜੱਜਮੈਂਟ ਆਉਂਦੀ ਆ, ਉਸ ਜੱਜਮੈਂਟ 'ਚ ਵੀ ਕਿਹਾ ਕਿ ਬੱਚੇ ਦੇ ਲਾਈਫ ਦੀ ਕੁਆਲਿਟੀ, ਉਹਨੂੰ ਭੋਜਨ ਦੇਣਾ ਤੇ ਉਹਨੂੰ ਐਜੂਕੇਸ਼ਨ ਫ੍ਰੀ ਦੇਣੀ, ਇਟ ਇਜ਼ ਦੀ ਰਿਸਪੌਂਸਿਬਿਲਟੀ ਆਫ ਦੀ ਸਟੇਟ। ਇਹਨਾਂ RTE ਨੇ ਕਈ ਲੈਵਲ ਤੇ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਸੀ ਜਾਂ ਹੋਰ ਸੀ ਉਹਨਾਂ ਚ ਕਿ 25% ਦੇ ਬੱਚੇ ਪੜ੍ਹਨ, ਇਹਦੇ ਚ ਪਾਲਿਸੀ ਜਿਹਨੂੰ ਡਿਲਿਊਟ ਕਰਨ ਦੀ ਗੱਲ ਕੀਤੀ ਗਈ ਆ। ਤੇ ਦੂਸਰਾ ਜਿਹੜੀ ਸਿਰਫ ਇੱਕ ਲਾਈਨ ਪਈ ਹੈ ਕਿ ਪੁਰਾਣੀਆਂ ਪਾਲਿਸੀਆਂ ਜਿਹੜੀਆਂ ਸੀ 86 ਤੱਕ ਦੀਆਂ ਤੇ ਪ੍ਰੋਗਰਾਮ ਆਫ ਐਕਸ਼ਨ 1992 ਵਾਲੀ ਜਿਹੜੀ ਪਾਲਿਸੀ ਸੀ, ਉਹਨਾਂ ਨੇ ਹਰ ਇੱਕ ਨੂੰ ਸਕੂਲ ਦੀ ਤਾਂ ਗੱਲ ਕੀਤੀ ਹੈ ਪਰ ਕੁਆਲਿਟੀ ਦੀ ਗੱਲ ਨਹੀਂ ਕੀਤੀ। ਕਿ ਇਹਦਾ ਕਹਿਣ ਦਾ ਭਾਵ ਆ ਕਿ ਹੁਣ ਜਿਹੜੀ ਅਸੀਂ ਕੁਆਲਿਟੀ ਦੀ ਐਜੂਕੇਸ਼ਨ ਦੇ ਰਹੇ ਹਾਂ, ਹਰ ਥਾਂ ਤੱਕ ਸਕੂਲ ਨਹੀਂ ਦਿੱਤਾ ਜਾ ਸਕਦਾ। ਉਹਦੇ 2-3 ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਹਦੇ 'ਚ ਜਿਹੜਾ ਡਾਟਾ ਦਿੱਤਾ ਹੈ ਰਿਪੋਰਟ 'ਚ, ਇਹ ਦਿਖਾਇਆ ਗਿਆ ਵੀ ਬਹੁਤ ਦੂਰ ਤੱਕ ਨੇ ਉੱਥੇ ਬੱਚੇ ਜਿਹੜੇ ਪੜ੍ਹਦੇ ਨੇ, ਉੱਥੇ ਸਟਰੈਂਥ ਘੱਟ ਆ, ਉੱਥੇ ਸਕੂਲ ਨੇ, ਜਿਹਦਾ ਕਹਿਣ ਦਾ ਭਾਵ ਹੈ ਮਰਜਰ ਵਾਲਾ ਆਸਪੈਕਟ ਨੂੰ ਡੀਲ ਕੀਤਾ ਗਿਆ। ਹਾਲਾਂਕਿ ਸਾਡਾ ਪਿੰਡਾਂ ਤੱਕ ਵਸਿਆ ਹੋਇਆ ਹਿੰਦੁਸਤਾਨ ਆ, ਬਹੁਤ ਦੂਰ ਤੱਕ ਹਰ ਪਿੰਡ ਦੇ ਵਿੱਚ ਸਕੂਲ, ਜਿਹੜਾ ਪ੍ਰਾਇਮਰੀ ਸਕੂਲ ਥਰੂ ਇਹ ਬੜੀ ਲੰਬੀ ਸਟਰਗਲ ਤੋਂ ਬਾਅਦ ਲੋਕਾਂ ਨੇ ਖਿਲਾਇਆ, ਚਾਹੇ ਰਾਈਟ ਟੂ ਐਜੂਕੇਸ਼ਨ ਤਹਿਤ ਖੋਲਿਆ ਜਾਂ ਉਦੋਂ ਤੋਂ ਪਹਿਲਾਂ 19 ਕ੍ਰਿਸ਼ਨਨ ਜੱਜਮੈਂਟ ਦੇ ਤੌਰ ਤੇ ਸੀ। ਹੁਣ ਉਹ ਕਿਤੇ ਨਾ ਕਿਤੇ ਉਹ ਇੰਟਰਨੈਸ਼ਨਲੀ ਜਦੋਂ ਸਾਡੇ ਕਿਤੇ ਨਾ ਕਿਤੇ ਜਾਂਦੇ ਨੇ, ਜਦੋਂ ਨਰਸਿਮਹਾ ਰਾਓ ਹੁਣੀ ਗਏ ਸੀਗੇ ਮਤਲਬ ਐਜੂਕੇਸ਼ਨ ਫਾਰ ਆਲ ਵਾਲੀ ਕਾਨਫਰੰਸ, ਉੱਥੇ ਰਿਟਨ ਰੂਪ ਚ ਦੇ ਕੇ ਆਇਆ ਸੀ ਕਿ 6% GDP ਦਾ
ਖਰਚਾਂਗੇ, ਉਹਨਾਂ ਨੇ ਤਾਂ ਕਿਹਾ ਸੀ ਅਸੀਂ ਤੁਹਾਨੂੰ ਫੰਡ ਦੇਵਾਂਗੇ। ਪਰ ਹੌਲੀ ਹੌਲੀ ਕਿਉਂਕਿ ਇਹਨਾਂ ਨੇ ਜਿਹੜੀਆਂ ਵਰਲਡ ਬੈਂਕ ਦੀਆਂ ਪਾਲਿਸੀਆਂ ਆਉਂਦੀਆਂ ਰਹੀਆਂ, ਜਿਵੇਂ ਡਿਸਟ੍ਰਿਕਟ ਐਜੂਕੇਸ਼ਨ ਪ੍ਰੋਗਰਾਮ ਆਏ, ਜਾਂ ਹੁਣ ਸਰਵ ਸਿੱਖਿਆ ਅਭਿਆਨ ਆ ਜਿਹੜੀ, ਯਾਨੀ ਸਟੇਟ ਤੋਂ ਬਾਹਰ ਵਾਲੀ ਪ੍ਰੋਸੈਸ ਨੂੰ ਸੋਚਣਾ ਸ਼ੁਰੂ ਕਰਦੇ ਆ ਕਿ ਸਟੇਟ ਐਜੂਕੇਸ਼ਨ ਦੀ ਥਾਂ ਤੇ ਜਿਹੜੇ ਹੋਰ ਪ੍ਰਾਈਵੇਟ ਪਲੇਅਰ ਆ ਕਿਸੇ ਨਾ ਕਿਸੇ ਲੈਵਲ ਤੇ ਉਹਨਾਂ ਦੀ ਇੰਟਰਵੈਂਸ਼ਨ ਕੀਤੀ ਜਾਵੇ। ਮੇਰਾ ਕਹਿਣ ਦਾ ਭਾਵ ਹੈ ਕਿ ਰਾਈਟ ਟੂ ਐਜੂਕੇਸ਼ਨ 2009 ਨੂੰ ਡਿਲੂਟ ਇਸ ਢੰਗ ਨਾਲ ਕਰਨ ਦੀ ਕਿ ਸਕੂਲਾਂ ਦੀ ਪਿੰਡ 'ਚ ਲੋੜ ਨਹੀਂ, ਉਹਨਾਂ ਨੂੰ ਮਰਜਰ ਕਰਕੇ ਕੋਈ ਕੰਪਲੈਕਸ ਸਕੂਲ ਬਣਾਇਆ ਜਾਓ। ਇਹਨਾਂ ਨੇ ਉਹਦੇ ਕੰਪਲੈਕਸ ਸਕੂਲ ਵਾਲਾ ਜਿਹੜਾ ਪੈਰਾ ਯੂਜ਼ ਕੀਤਾ, ਉਹਦੇ 'ਚ ਇਹਨਾਂ ਨੇ ਕੋਠਾਰੀ ਕਮਿਸ਼ਨ ਦਾ ਨਾਂ ਯੂਜ਼ ਕੀਤਾ, ਵੀ ਕੋਠਾਰੀ ਕਮਿਸ਼ਨ ਵੀ ਆਉਂ ਕਹਿੰਦਾ। ਕੋਠਾਰੀ ਕਮਿਸ਼ਨ ਕਾਮਨ ਸਕੂਲ ਸਿਸਟਮ ਦੀ ਗੱਲ ਕਰਦਾ ਸੀ। ਉਹ ਕੰਪਲੈਕਸ, ਉਹ ਕਹਿੰਦੇ ਵੀ ਹਰ ਪਿੰਡ ਸਕੂਲ ਚਾਹੀਦਾ, ਹਰ ਨੇੜੇ ਤੇੜੇ ਦਾ ਇੱਕੋ ਹੀ ਮੁਹੱਲੇ ਇੱਕ ਏਰੀਏ 'ਚ 1ਲੀ ਤੋਂ 8ਵੀਂ ਤੱਕ ਸਕੂਲ ਹੋਵੇ। ਉਹ ਤੋਂ ਬਾਅਦ ਵਿੱਚ ਇੱਕ ਨੇੜੇ ਦੇ ਕੁਝ ਪਿੰਡਾਂ ਦੀ ਮੈਪਿੰਗ ਦੇ ਹਿਸਾਬ ਨਾਲ ਕੰਪਲੈਕਸ ਸਕੂਲ ਕਰਦੇ। ਉਹ ਪਿੰਡ ਨੂੰ ਰਿਜੈਕਟ ਨਹੀਂ ਸੀ ਕਰਦਾ ਕਿ ਪਿੰਡ ਦੇ ਲੈਵਲ ਤੇ ਸਕੂਲ ਨਾ ਹੋਵੇ। ਇਹਨਾਂ ਨੇ ਪਿੰਡ ਦੇ ਸਕੂਲ ਦੀ ਥਾਂ ਤੇ ਯੂਜ਼ ਵਰਡ ਉੱਤੇ ਕੋਠਾਰੀ ਕਮਿਸ਼ਨ ਨੇ, ਕਿ ਉਹਦੀ ਚੀਜ਼ ਫੁੱਲਫਿਲ ਨਹੀਂ ਹੋਈ, ਹੁਣ ਅਸੀਂ ਕਰ ਰਹੇ ਹਾਂ। ਉਹਦਾ ਕਨਸੈਪਚੁਅਲ ਫਰੇਮਵਰਕ ਵੱਖਰਾ ਸੀ, ਇਹ ਕਨਸੈਪਚੁਅਲ ਫਰੇਮਵਰਕ ਐਂਟਾਇਰਲੀ ਵੱਖਰਾ ਵਾ। ਇਸੇ ਤਰ੍ਹਾਂ ਰਾਈਟ ਟੂ ਐਜੂਕੇਸ਼ਨ ਤੋਂ ਬਾਅਦ ਚ ਫਿਰ ਜਿਹੜੀ ਇਹਨਾਂ ਨੇ ਇੱਕ ਬਹੁਤ ਜ਼ਿਆਦਾ ਪ੍ਰਚਾਰਿਆ ਜਾਂਦਾ ਵੀ ECC ਦੀ ਗੱਲ ਕਰਦੇ ਨੇ, ਅਰਲੀ ਕੇਅਰ ਐਜੂਕੇਸ਼ਨ, ਅਰਲੀ ਚਾਈਲਡ ਕੇਅਰ ਐਜੂਕੇਸ਼ਨ, ਕਿ ਅਸੀਂ 85% ਬੱਚੇ ਦਾ ਬ੍ਰੇਨ ਡਿਵੈਲਪ ਹੋ ਜਾਂਦਾ 10 ਤੋਂ 16 ਤੱਕ ਨੂੰ। ਇਹ ਪਹਿਲਾਂ 86 ਦੀ ਪਾਲਿਸੀ ਨੇ ਵੀ ਕਿਹਾ ਸੀ, 1964 ਦੀ ਨੇ ਵੀ ਕਿਹਾ ਸੀ। 86 ਨੇ ਜ਼ੋਰ ਨਾਲ ਕਿਹਾ ਸੀ, ਉਹਨਾਂ ਨੇ ਆਂਗਨਵਾੜੀ ਦੇ ਤੌਰ ਤੇ ਇਹਨਾਂ ਨੂੰ ਕਿਹਾ ਸੀ ਕਿ ਸਕੂਲ ਜਿਹੜੇ ਉਹਨਾਂ ਦੇ ਨਾਲ ਕਲੱਬ ਕਰਕੇ ਉਹ ਬੱਚਾ ਉੱਥੇ ਜਾਵੇ। ਪਰ ਇਹਨਾਂ ਨੇ ਇੱਕ ਨਵੇਂ ਰੂਪ 'ਚ, ਮੈਂ ਜਿਹੜੀ ਇਹਦੀਆਂ ਪਾਲਿਸੀ ਦੇ ਵਿੱਚ ਜ਼ਿਕਰ ਕੀਤੀ ਹੋਈ ਲਾਈਨ ਆ, ਉਹ ਬੇਸਿਕਲੀ ਕਿ ਇਹਨਾਂ ਨੇ ਕਿਹਾ ਵੀ ECC ਜਿਹੜਾ ਵਾ trained volunteer from both the local community beyond social workers, counselors, community involvement in the school system। ਹੁਣ ਇਹ ਕਹਿੰਦੇ ਵੀ ਸਕੂਲ ਸਿਸਟਮ 'ਚ ਅਸੀਂ ਕਮਿਊਨਿਟੀ ਦੀ ਪਾਰਟਿਸਿਪੇਸ਼ਨ ਕਰਾਂਗੇ, ਉੱਥੇ ਵਲੰਟੀਅਰ ਟ੍ਰੇਨ ਕਰਾਂਗੇ, ਜਿਹੜੇ ਲੋਕਲ ਕਮਿਊਨਿਟੀਜ਼ ਆਵਾਂਗੇ। ਹੁਣ ਕੋਈ ਵੀ ਇਹਦੇ 'ਚ ਨਹੀਂ ਵੀ ਕੌਣ ਉਹ ਲੋਕ ਹੋਣਗੇ, ਕੀ ਉਹਨਾਂ ਦੀ ਐਲੀਜੀਬਿਲਿਟੀ ਹੋਊ, ਕੌਣ ਇਹਨਾਂ ਨੂੰ ਇਨਵਾਈਟ ਕਰੂਗਾ, ਕੀ ਉਹ ਫਾਰਮਲ ਹੋਣਗੇ, ਕੀ ਇਨਫਾਰਮਲ ਹੋਣਗੇ, ਕਿਸ ਲੈਵਲ ਦਾ ਉਹਦੇ 'ਚ ਸ਼ਾਮਲ ਹੋਊ। ਇਹ ਇੱਕ ਨਵੇਂ ਕਿਸਮ ਦਾ ਇੱਕ ਕਿ ਆਊਟ ਆਫ ਸਕੂਲ ਸਿਸਟਮ ਆ ਜਿਹੜਾ, ਉਹ ਇਹਦੇ 'ਚ ਜਿਵੇਂ ਆਪਣੇ SSA ਰਾਹੀਂ ਪ੍ਰਾਈਵੇਟ ਨੂੰ ਲਿਆ ਕੇ ਅਲੱਗ-ਅਲੱਗ ਸਟਰਕਚਰ ਬਣਾਏ ਗਏ, ਉਸੇ ਤਰ੍ਹਾਂ ਇੱਕ ਜਿਹੜੇ ਪਿੰਡ ਦਾ ਇੱਕ ਕਸਬਾ ਉਹਦੇ 'ਚ ਵਲੰਟੀਅਰ ਕਿਸਮ ਦੇ ਨਿਯੁਕਤ ਕਰਕੇ ਉੱਥੋਂ ਨੂੰ ਚਲਾਇਆ ਜਾਏ। ਜਾਣੀ ਆਊਟ ਸਕੂਲ ਸਿਸਟਮ ਦੀ ਗੱਲ ਇਹਦੇ ਰਾਹੀਂ ਕੀਤੀ ਗਈ ਆ ਕਿ ECC ਨੂੰ ਇਸ ਤਰ੍ਹਾਂ ਕੀਤਾ ਜਾਊਗਾ। ਇਸੇ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਕਿ ਇਹਨਾਂ ਨੇ ਰੈਗੂਲੇਸ਼ਨਰੀ ਬਾਡੀ ਦੀ ਗੱਲ ਕੀਤੀ ਹੈ ਕਿ ਅਲੱਗ-ਅਲੱਗ ਹੋਣਗੀਆਂ, ਬੋਰਡ ਅਲੱਗ ਹੋਊਗਾ, ਫੰਡ ਅਲੱਗ ਹੋਣਗੇ। ਇਹਦੇ ਵੱਖ-ਵੱਖ ਸਵਾਲ, ਉਹ ਇੱਕ ਵੱਖਰਾ ਇਸ਼ੂ ਆ ਜਿਹੜਾ ਇਹਨਾਂ ਨੇ ਡੀਲ ਕੀਤਾ ਇਸ ਪਾਲਿਸੀ ਦੇ ਵਿੱਚ। ਕਹਿਣ ਦਾ ਭਾਵ ਇਹ ਤਾਂ ਹੈ ਕਿ ਐਜੂਕੇਸ਼ਨ, ਫਿਰ ਇਹ ਸਟਰਕਚਰਲ ਚੇਂਜ ਹੈ ਜਾਂ 5+3+4 ਦੀ ਗੱਲ ਕੀਤੀ ਗਈ ਹੈ। ਇੱਕ ਬਹੁਤ ਜ਼ੋਰ ਦਿੱਤਾ ਗਿਆ ਕਿ ਇਹਦੇ 'ਚ ਮਲਟੀ ਕੰਪਲੈਕਸ ਦੀ ਗੱਲ ਕੀਤੀ ਗਈ ਹੈ, ਕੰਪਲੈਕਸ ਸਕੂਲ ਦੀ ਗੱਲ ਕੀਤੀ ਹੈ। ਨੋ ਡਾਊਟ ਨਾ ਹੁਣ ਵੀ ਜਿਹੜੇ ਮਲਟੀਪਰਪਜ਼ ਸਕੂਲ ਦਾ ਕਨਸੈਪਟ ਆਇਆ ਸੀ 1952 ਤੇ 53 ਦੀ ਪਾਲਿਸੀ 'ਚ, ਉਦੋਂ ਬਾਅਦ 'ਚ ਆਇਆ 1964 ਨੇ ਇਹਨੂੰ ਸੈਕੰਡਰੀ ਐਜੂਕੇਸ਼ਨ ਦੇ ਲੈਵਲ ਤੇ ਕੀਤਾ। ਵੱਖ-ਵੱਖ ਲੈਵਲ ਤੇ ਜੇ ਸਬਜੈਕਟ ਦੀ ਖੁੱਲ੍ਹ ਦਿੱਤੀ ਜਾਂਦੀ ਹੈ, ਪਰ ਇਹਦਾ ਭਾਵ ਇਹ ਨਹੀਂ ਕਿ ਤੁਸੀਂ ਪੁਰਾਣਾ ਜਿਹੜਾ ਸਿਸਟਮ ਉਹਦੇ 'ਚ ਹੀ ਜੇ ਤੁਸੀਂ ਟੀਚਰ ਦੇ ਦਿਓ, ਉੱਥੇ ਟੀਚਰ ਦੇ ਕੇ 2 ਸਬਜੈਕਟ ਵੱਧ ਸਟਾਰਟ ਕੀਤੇ ਜਾ ਸਕਦੇ। ਆਲਰੇਡੀ ਜਿਹੜਾ ਐਗਜ਼ਿਸਟਿੰਗ ਸਿਸਟਮ ਆ, ਕਿਉਂਕਿ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਲੈਵਲ ਤੇ ਆ, ਨੋ ਡਾਊਟ ਮੈਪਿੰਗ ਕਰਨੀ ਚਾਹੀਦੀ ਹੈ। ਵੱਖ-ਵੱਖ ਲੈਵਲ ਤੇ ਮੈਪਿੰਗ ਦੇ ਆਧਾਰ ਤੇ ਸਕੂਲ ਖੁੱਲਣੇ ਚਾਹੀਦੇ ਆ, ਪਰ ਉਹਦੇ 'ਚ ਹਰ ਪਿੰਡ 'ਚ ਪ੍ਰਾਇਮਰੀ ਸਕੂਲ, ਐਲੀਮੈਂਟਰੀ ਤੱਕ ਦੀ ਐਜੂਕੇਸ਼ਨ ਜਿਹੜੀ ਬੜੇ ਲੰਬੇ ਸਮੇਂ ਤੋਂ ਬਾਅਦ ਨੈਸ਼ਨਲ ਇੰਟਰਨੈਸ਼ਨਲ ਰਿਕਮੈਂਡੇਸ਼ਨਾਂ ਤੋਂ ਬਾਅਦ ਤੇ ਅਚੀਵਮੈਂਟ ਤੋਂ ਬਾਅਦ 'ਚ, ਜਾਂ ਸਾਡੇ 1947 ਦੇ ਸੰਵਿਧਾਨ ਤੋਂ ਬਾਅਦ ਕਿ ਉਹ ਲਾਜ਼ਮੀ ਤੌਰ ਤੇ ਹਰ ਇੱਕ ਨੂੰ ਕੰਪਲਸਰੀ ਐਜੂਕੇਸ਼ਨ, ਦੁਨੀਆ ਤਾਂ +2 ਤੱਕ ਫ੍ਰੀ ਐਜੂਕੇਸ਼ਨ ਐਂਡ ਕੰਪਲਸਰੀ ਦਿੰਦੀ ਹੈ। ਦੂਜਾ ਇੱਕ ਜਿਹੜਾ ਇਹਦੇ 'ਚ ਮਸਲਾ ਵਾ ਕਿ ਹੌਲੀ-ਹੌਲੀ ਕਿ ਜਿਹੜਾ ਕਿਤੇ ਵੀ ਜਿਹੜਾ ਪ੍ਰਾਈਵੇਟ ਆ, ਉਹ ਜਿਸ ਕਿਸਮ ਦਾ ਕੰਪੇਅਰ ਬਣ ਗਏ ਨੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪ੍ਰਾਈਵੇਟ ਐਜੂਕੇਸ਼ਨ। COVID-19 ਦੇ ਦੌਰਾਨ ਦੇਖਿਆ ਕਿ ਜਿਹੜੇ ਅਰਬਨ ਏਰੀਆ ਜਾਂ ਰੂਰਲ ਏਰੀਆ ਵੀ ਨੇ, ਅਰਬਨ ਦੇ ਵਿੱਚ ਬਹੁਤ ਜ਼ਿਆਦਾ ਬੱਚੇ, ਮਾਪੇ ਇਕਨੋਮਿਕ ਸਟ੍ਰੈਸ ਚਲੇ ਗਏ, ਗਾ ਬੱਚਿਆਂ ਨੇ ਸਕੂਲ 'ਚ ਜਾਣਾ ਹੀ ਹੁੰਦਾ, ਬੱਚਿਆਂ ਦੇ ਮਾਂ-ਬਾਪ ਫੀਸ ਦੇ ਕੇ, ਪੈਸੇ ਦੇ ਕੇ ਪ੍ਰਾਈਵੇਟ ਐਜੂਕੇਸ਼ਨ ਹਾਸਲ ਕਰ ਰਹੇ ਨੇ। ਉਹ ਇੱਕ ਨਵੇਂ ਕਿਸਮ ਦਾ ਸਟ੍ਰੈਸ ਕ੍ਰੀਏਟ ਹੋ ਗਿਆ, ਜਿਹੜੀ ਰਿਸਪੌਂਸਿਬਿਲਿਟੀ ਸਟੇਟ ਨੇ ਲੈਣੀ ਸੀ। ਹੁਣ ਇਸ ਪਾਲਿਸੀ 'ਚ ਕਹਿਤਾ
ਕਿ ਪਬਲਿਕ ਪ੍ਰਾਈਵੇਟ ਪਲੱਸ ਫੈਲਨਥ੍ਰੋਪਿਸਟ, ਇਹ ਦਾਨੀ ਸੱਜਣ ਲਵਾਂਗੇ, ਪਬਲਿਕ ਨੂੰ ਪ੍ਰਾਈਵੇਟ, ਤਿੰਨਾਂ ਦੀ ਭਾਗੀਦਾਰੀ ਬਣਾ ਦਿਆਂਗੇ। ਕੋਈ ਇਸ ਕਿਸਮ ਦੀ ਪਾਲਿਸੀ ਦੀ ਟਰਨ, ਜਿਹੜਾ ਕੋਠਾਰੀ ਕਮਿਸ਼ਨ ਬਹੁਤ ਜ਼ੋਰ ਨਾਲ ਗੱਲ ਰੱਖਦੇ ਸੀ, ਉਹ ਕਹਿੰਦੇ ਸੀਗੇ ਵੀ ਇੱਕ ਨਵੇਂ ਕਿਸਮ ਦਾ ਕਾਸਟ ਸਿਸਟਮ ਇਨ ਐਜੂਕੇਸ਼ਨ ਸੁਸਾਇਟੀ 'ਚ ਕ੍ਰੀਏਟ ਹੋ ਜਾਂਦਾ ਜਦੋਂ ਅਸੀਂ ਇੱਕ ਗਰੀਬ ਤੇ ਅਮੀਰ ਵਾਲੇ ਸਕੂਲ ਅਲੱਗ ਬਣਾ ਦਿੰਦੇ ਹਾਂ, ਤਨਖਾਹਾਂ ਵੀ ਉਹਨਾਂ ਦੀਆਂ ਅਲੱਗ ਬਣਾ ਦਿੰਦੇ ਹਾਂ, ਸਾਰੇ ਰੂਲਸ ਐਂਡ ਰੈਗੂਲੇਸ਼ਨ। ਉਹ ਕਹਿੰਦੇ ਜਦ ਤੱਕ ਕਾਮਨ ਸਕੂਲ ਦੇ ਤੌਰ ਤੇ ਅਸੀਂ ਚੀਜ਼ ਨਹੀਂ ਡਿਵੈਲਪ ਕਰਦੇ ਤਾਂ ਸਾਡੀ ਸੁਸਾਇਟੀ ਬ੍ਰੇਕ ਹੋ ਜਾਂਦੀ ਹੈ। ਇਸ ਕਰਕੇ ਇਸ ਨੇ ਜਿਹੜਾ ਪ੍ਰਾਈਵੇਟ ਨੇ ਉਹਨਾਂ ਨੂੰ ਰੈਕੋਗਨਾਈਜ਼ ਕੀਤਾ, ਨਾਲ ਹੀ ਰੂਲਸ ਐਂਡ ਰੈਗੂਲੇਸ਼ਨ ਦੇ ਤੌਰ ਤੇ ਇਹਨਾਂ ਨੇ ਕਿਹਾ ਜਿਹੜੇ ਪਬਲਿਕ ਤੇ ਪ੍ਰਾਈਵੇਟ ਤੇ ਫੈਲਨਥ੍ਰੋਪਿਸਟ ਨੇ, ਇਹ ਤਿੰਨ ਧਿਰਾਂ ਇਕੱਠੀਆਂ ਹੋ ਕੇ ਇਹ ਸਕੂਲ ਹੌਲੀ ਹੌਲੀ, ਕਿਉਂਕਿ ਜਿੰਨੇ ਪ੍ਰਾਈਵੇਟ ਪਲੇਅਰਸ ਵਿਕਸਿਤ ਹੋ ਰਹੇ ਨੇ, ਜਿਵੇਂ ਹੁਣ ਇਹ ਖਾਸ ਕਰ ਜਿਹੜੀ ਟੈਕਨੋਲੋਜੀ ਦੇ ਲੈਵਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਕਿੰਨੀ ਜਿਹੜੀ ਉਹਦੀਆਂ ਕੀਤਾ ਗਿਆ ਕਿ ਕਿੰਨੇ ਬਿਲੀਅਨ ਡਾਲਰ ਦਾ ਆਉਣ ਵਾਲੇ 4 ਸਾਲ ਦੇ ਵਿੱਚ ਆਨਲਾਈਨ ਐਜੂਕੇਸ਼ਨ ਦੇ ਤੌਰ ਤੇ ਬਿਜ਼ਨਸ ਜਾਣਾ। ਇਹ ਨਿਊ ਲਿਬਰਲਿਜ਼ਮ ਨੂੰ ਤਾਂ ਪੁਸ਼ ਕਰ ਸਕਦਾ, ਪਰ ਇਹ ਕਿਸੇ ਨਾ ਕਿਸੇ ਲੈਵਲ ਤੇ ਜਿਹੜੇ ਬੱਚੇ ਆ, ਐਜੂਕੇਸ਼ਨ ਸਕੂਲ ਦਾ ਬੜੇ ਵੱਡੇ ਮਾਇਨੇ ਹੁੰਦੇ ਨੇ, ਉਹਨਾਂ ਨੇ ਵੱਖ-ਵੱਖ ਸਮਾਜ ਦੇ ਵਰਗ ਹਿੱਸੇ, ਉਹਨਾਂ ਨੇ ਇੱਕ ਦੂਜੇ ਨਾਲ ਇੰਟਰੈਕਟ ਕਰਨਾ। ਇਸ ਪਾਲਿਸੀ ਨੇ ਤਾਂ ਜਿਹੜੀਆਂ ਕੈਟੇਗਰੀਆਂ ਜਿਨ੍ਹਾਂ ਤੇ ਬੜਾ ਲੰਬਾ ਸਮਾਂ 86 ਤੇ 92 ਦੀ ਪਾਲਿਸੀ ਤੱਕ ਚੱਲਦੀਆਂ ਰਹੀਆਂ, ਕੈਟੇਗਰੀਆਂ ਸੀ, OBC ਵੀ ਦਾ ਕੋਈ ਕਨਸੈਪਟ ਨਹੀਂ, SC ਦਾ ਨਹੀਂ, ਇਸੇ ਤਰ੍ਹਾਂ ਨਾਲ ਦੀ ਨਾਲ ਜਿਹੜੀਆਂ ਹੈਗੀਆਂ ਮਿਨੋਰਿਟੀ ਦਾ ਨਹੀਂ, ਉਹਨਾਂ ਦੀ ਥਾਂ ਤੇ ਇੱਕੋ ਹੀ ਜਿਹੜਾ ਇਹਨਾਂ ਨੇ ਕਨਸੈਪਟ ਇਹਦੇ ਵਿੱਚ ਯੂਜ਼ ਕੀਤਾ, ਉਹਦਾ ਨਾਮ ਲਿਖਿਆ SEDG, ਸੋਸ਼ੋ ਇਕਨੋਮਿਕ ਡਿਸਐਡਵਾਂਟੇਜ ਗਰੁੱਪ ਨੂੰ ਗਿਆ ਵਾ। ਇਹ ਗਰੁੱਪਾਂ ਦੇ ਤੌਰ ਤੇ ਸਾਰਿਆਂ ਲਈ ਇੱਕੋ ਹੀ ਪਾਤ ਆ। ਜਿਹੜਾ 92 ਦੀ ਪਾਲਿਸੀ ਦੇ ਵਿੱਚ ਇਸ ਕਰਕੇ ਸੀਗਾ ਕਿ ਉਦੋਂ ਇੱਕ ਬੜੀ ਲੰਬੀ ਡਿਬੇਟ ਸੀ ਕਿ ਵੱਡੇ ਪੱਧਰ ਤੇ ਜਿਹੜੇ SC ਬੱਚੇ ਨੇ ਜਾਂ ਹੋਰ ਬੱਚੇ ਨੇ ਸਕੂਲਾਂ ਤੋਂ ਬਾਹਰ ਰਹਿੰਦੇ ਨੇ, ਜਿਹੜੇ ਸਕੂਲ ਨੂੰ ਜਿਹਨੂੰ ਇਹਨੂੰ ਡ੍ਰੌਪ ਆਊਟ ਕਹਿੰਦੇ ਨੇ। ਇਹ ਸਟੱਡੀਜ਼ ਹੋਈਆਂ ਨੇ ਕਿ ਆਦਿਵਾਸੀਆਂ ਚੋਂ 94% ਸਕੂਲ ਐਜੂਕੇਸ਼ਨ ਚੋਂ ਵਿੱਚੇ ਹੀ ਛੱਡ ਜਾਂਦੇ ਨੇ +2 ਤੱਕ, ਦਲਿਤ ਬੱਚੇ 92% ਨੇ, ਮੁਸਲਿਮ ਬੱਚੇ 91%, OBC 90% ਤੇ ਹੋਰ ਜਿਹੜੀਆਂ ਜਾਤੀਆਂ ਉਹਨਾਂ ਦੇ 10% ਨੇ। ਲਗਭਗ 85% ਆ ਜਿਹੜੇ ਉਹਨਾਂ ਨੂੰ ਬੇਦਖਲ ਕਨਸੈਪਟ ਯੂਜ਼ ਕਰਦੇ ਨੇ ਪ੍ਰੋਫੈਸਰ ਅਨਿਲ ਸਤਗੋਪਾਲ ਜੀ ਕਿ ਇਹ ਬੇਦਖਲ ਹੋ ਗਏ। ਹੁਣ ਇਹਨਾਂ ਨੇ ਕਿਹਾ ਜੀ ਅਸੀਂ 2 ਕਰੋੜ ਤੋਂ ਉੱਪਰ ਨੇ, 6.2 ਕਰੋੜ ਸਾਡੇ ਜਿਹੜੇ ਟੋਟਲ ਬਣਦੇ ਨੇ ਬੱਚੇ ਜਿਹੜੇ ਆਊਟ ਆਫ ਸਕੂਲ ਨੇ, ਉਹਨਾਂ ਨੂੰ ਲੈ ਕੇ ਆਉਣਾ। ਅਸੀਂ ਬਜਟ ਦੇਣਾ ਨਹੀਂ, ਬਜਟ ਅਸੀਂ ਦੇਣਾ 0.5% GDP ਦਾ, ਤੇ ਲਗਾਤਾਰ ਬਜਟ ਘਟਾ ਰਹੇ ਹਾਂ। ਅਸੀਂ ਪਹਿਲੇ ਸਕੂਲ ਆ ਜਿਹੜਾ ਉਹਨਾਂ ਨੂੰ ਕਲੋਜ਼ ਕਰਨਾ ਚਾਹੁੰਦੇ ਆ, ਉਹਨਾਂ ਦੀ ਥਾਂ ਤੇ ਇੱਕ ਮਲਟੀ ਕੰਪਲੈਕਸ ਖੋਲ੍ਹਣਾ ਚਾਹੁੰਦੇ ਆ। ਉਹਦੀ ਥਾਂ ਤੇ ਅਸੀਂ 6.2 ਕਰੋੜ ਤੋਂ ਲੈ ਕੇ 6.2 ਤੱਕ ਦੀ ਜਿਹੜੀ ਵੇਰੀਏਸ਼ਨਸ ਆ, ਉਹ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ। ਕਹਿਣ ਦਾ ਭਾਵ ਆ ਕਿ ਇਸ ਪਾਲਿਸੀ ਨੇ ਇਹ ਫੈਕਟਰ ਨੇ ਜਿਹੜੇ ਤਾਂ ਐਜੂਕੇਸ਼ਨ ਦੇ ਇਨਲਾਜ। ਦੂਸਰਾ ਜਿਹੜੀ ਇਹਦੀ ਬੜੀ ਸੀਰੀਅਸ ਇੰਪਲੀਕੇਸ਼ਨਸ ਨੇ ਉਹ ਹੈਗੀਆਂ ਕਿ ਵੱਖ-ਵੱਖ ਜਿਹੜੀਆਂ ਸਾਡੀ ਜਿੰਨੀ ਟ੍ਰੈਡੀਸ਼ਨ ਸੀ, ਜਿਵੇਂ ਬੁੱਧਿਜ਼ਮ ਦੀ ਟ੍ਰੈਡੀਸ਼ਨ ਸੀ ਜਾਂ ਵੱਖ-ਵੱਖ ਜੋਤੀਰਾਏ ਫੂਲੇ ਦੀ ਟ੍ਰੈਡੀਸ਼ਨ ਸੀ, ਕਿੰਨੀਆਂ ਐਜੂਕੇਸ਼ਨ ਕੰਟਰੀਬਿਊਸ਼ਨ ਆ ਉਹ ਸਾਰੀਆਂ ਮਿਸਿੰਗ ਆ। ਓਨਲੀ ਵਨ ਕਿ ਇੰਡੀਆ ਦਾ ਐਜੂਕੇਸ਼ਨ ਸਿਸਟਮ ਇੰਡੀਅਨ ਐਨੀਸ਼ੀਐਂਟ ਜਿਹੜੀਆਂ ਟ੍ਰੈਡੀਸ਼ਨਸ ਨੇ ਉਹਨਾਂ ਟ੍ਰੈਡੀਸ਼ਨਸ ਨੂੰ ਵੀ ਬ੍ਰਾਹਮਣੀਕਲ ਟ੍ਰੈਡੀਸ਼ਨ ਦੇ ਵਿੱਚ ਫਿੱਟ ਕਰਕੇ ਉਹ ਸਾਰੇ ਦਾ ਸਾਰਾ ਡਿਸਕੋਰਸ ਉਹਦੇ ਚ ਬਿਲਡ ਕੀਤਾ ਗਿਆ। ਦੂਜੀਆਂ ਜਿਹੜੀਆਂ ਕੈਟੇਗਰੀਆਂ ਜਾਂ ਜੈਂਡਰ ਦਾ ਕੁਐਸਚਨ ਆ, ਮਤਲਬ ਦਲਿਤ ਹੈਗਾ, ਇਹ ਸਾਰੀਆਂ ਕੈਟੇਗਰੀਆਂ ਜਿਹੜੀਆਂ 1992 ਦੇ ਪ੍ਰੋਗਰਾਮ ਆਫ ਐਕਸ਼ਨ ਚ 4 ਸਾਲ ਦੀ ਬਹਿਸ ਤੋਂ ਬਾਅਦ ਪਾਈਆਂ ਸੀ, ਇਸ ਪਾਲਿਸੀ ਚੋਂ ਉਹ ਮਿਸ ਨੇ। ਇਸੇ ਤਰ੍ਹਾਂ ਜਿਹੜਾ ਹੈਗਾ ਸਾਡੇ ਕੋਲੇ ਭਾਸ਼ਾ ਦੇ ਸਵਾਲ ਤੇ ਤਾਂ ਬਹੁਤ ਹੋਰ ਐਕਸਪਰਟ ਨੇ ਮੇਰੇ ਤੋਂ, ਇਹ ਜਿਹੜੇ ਵੱਖ-ਵੱਖ ਉੱਤੇ ਫਿਰ ਕੋਈ ਸਵਾਲ ਕਰੋ ਆਪਾਂ ਗੱਲ ਕਰ ਲਾਂਗੇ। ਇਹ ਦੂਜਾ ਹੈਗਾ, ਲਗਾਤਾਰ ਇਹ ਚ ਕਿਹਾ ਜਾ ਰਿਹਾ ਕਿ ਅਸੀਂ ਗਲੋਬਲ ਸਟੈਂਡਰਡ, ਅੱਜ ਤੱਕ ਕੋਈ ਵੀ ਦੁਨੀਆ ਦੇ ਗਲੋਬਲ ਸਟੈਂਡਰਡ ਨਹੀਂ, ਹਰ ਖੇਤਰ ਦੇ ਆਪਣੇ ਮਾਰਕੀਟ ਦੇ ਆਧਾਰ ਤੇ ਸਟੈਂਡਰਡ ਬਣਦੇ ਨੇ। ਇਹਨਾਂ ਨੇ ਬਹੁਤ ਜ਼ੋਰ ਦਿੱਤਾ ਜਿਹੜੀ ਆਊਟਕਮ ਜਾਨੀ ਲਰਨਿੰਗ ਆਊਟਕਮ ਜਿਹਨੂੰ ਕਹਿੰਦੇ ਆ ਕਿ ਬੱਚੇ ਦੀ ਪਰਫਾਰਮੈਂਸ ਕੀ ਆ। ਇਹ ਤਾਂ ਸਿੰਪਲ ਆ, ਜੇ ਤੁਸੀਂ ਸਕੂਲ ਚੰਗਾ ਦੇ ਦਿਓਗੇ, ਟੀਚਰ ਚੰਗਾ ਦੇ ਦਿਓ, ਕਿਤਾਬ ਚੰਗੀ ਦੇ ਦਿਓਗੇ, ਉਹਦੀ ਲਰਨਿੰਗ ਆਊਟਕਮ ਆ ਜਿਹੜੀ ਉਹ ਬਹੁਤ ਵਧੀਆ ਹੋਊਗੀ। ਉਹਨੂੰ ਇਹਦੇ ਤੇ ਮੇਜਰ ਕਰਨ ਤੇ ਜ਼ੋਰ ਹੈ ਕਿ ਇੰਟਰਨੈਸ਼ਨਲ ਸਟੈਂਡਰਡ ਤੇ ਕਰਾਂਗੇ। ਉਹ ਇੰਟਰਨੈਸ਼ਨਲ ਸਟੈਂਡਰਡ ਕਿਹੜੇ ਹੋਣਗੇ? ਕੋਈ ਇੰਟਰਨੈਸ਼ਨਲ, ਹਰ ਦੁਨੀਆ ਦੇ ਵੱਖੋ, ਕਿਊਬਾ ਦੇ ਵੱਖਰੇ ਆ, ਬ੍ਰਾਜ਼ੀਲ ਦੇ ਵੱਖਰੇ ਆ, ਜਾਪਾਨ ਦੇ ਵੱਖਰੇ ਆ, ਇੰਗਲੈਂਡ ਦੇ ਵੱਖਰੇ ਆ, ਇੰਡੀਆ ਦੇ ਵੱਖਰੇ ਆ, ਪੰਜਾਬ ਦੇ ਵੱਖਰੇ ਆ, ਕੇਰਲਾ ਦੇ ਵੱਖਰੇ ਆ, ਹਰ ਥਾਂ ਤੇ ਵੱਖੋ ਵੱਖਰੀਆਂ ਉਹਦੀਆਂ ਵੇਰੀਏਸ਼ਨ ਤੇ ਐਜੂਕੇਸ਼ਨ, ਫੈਮਿਲੀ ਸਟਰਕਚਰ, ਉਹਦੀ ਕਾਸਟ ਸਟਰਕਚਰ, ਵੱਖੋ ਵੱਖਰੀਆਂ ਵੇਰੀਏਸ਼ਨ। ਅਸੀਂ ਇੱਕ
ਇੱਕ ਕਿ ਅਸੀਂ ਅੱਗੇ ਕਹਿੰਦੇ ਨੇ ਕਿ ਅਸੀਂ ਵਰਲਡ ਕਲਾਸ ਬਣਨਾ ਐਜੂਕੇਸ਼ਨ 'ਚ, ਕਿ ਬਹੁਤ ਵੱਡੀ ਵਰਲਡ ਕਲਾਸ ਪਤਾ ਨਹੀਂ ਕਿਸ ਤਰ੍ਹਾਂ, ਜਦ 0.6% ਅਸੀਂ GDP ਦਾ ਖਰਚ ਕਰ ਰਹੇ ਹਾਂ ਤੇ ਲੋਕ ਆਪਣਾ ਬਹੁਤ ਵੱਡਾ ਐਕਸਪੈਂਡੀਚਰ ਕਰ ਰਿਹਾ, ਕਿਸ ਲੈਵਲ ਤੇ ਅਸੀਂ ਵਰਲਡ ਕਲਾਸ ਦਾ ਕਿਹੜੇ ਕਿਸ ਪੱਧਰ ਤੇ ਆਉਂ। ਇਸੇ ਤਰ੍ਹਾਂ ਜਿਹੜੀਆਂ ਮਾਰਕੀਟ ਵਾਲੀਆਂ ਏਜੰਸੀਆਂ, ਉਹਨੂੰ ਪਹਿਲਾਂ ਯੂਨੀਵਰਸਿਟੀਆਂ ਤੱਕ ਸੀ, ਹੁਣ ਇਹ ਨੈਸ਼ਨਲ ਟੈਸਟਿੰਗ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਕਿ ਥੱਲੇ ਤੱਕ ਉਹ ਟੈਸਟਿੰਗ ਕਰਨਗੀਆਂ। ਟੈਸਟਿੰਗ ਦਾ ਭਾਵ ਆਊਟਕਮ, ਜਿਵੇਂ ਪ੍ਰਥਮ ਵਾਲੇ ਆਊਟਕਮ ਕੱਢਦੇ ਨੇ ਕਿ 5ਵੀਂ ਦੇ ਬੱਚੇ ਨੂੰ ਆਹ ਨਹੀਂ ਆਉਂਦਾ, ਤੀਜੀ ਦੇ ਨੇ ਆਹ ਨਹੀਂ ਆਉਂਦਾ, ਤੁਸੀਂ ਚੰਗਾ ਸਕੂਲ ਦੇ ਦਿਓ, ਚੰਗਾ ਅਧਿਆਪਕ ਦੇ ਦਿਓ ਤੇ ਉਸ ਨੂੰ ਚੰਗੇ ਕਿਸਮ ਦੀ ਉਹਦੀ ਮਨੀਟਰਿੰਗ ਕਰ ਲਓ ਤੇ ਆਪਣੇ ਆਪ ਉਹਦੀ ਆਊਟਕਮ ਚੰਗੇ ਆ ਜੂਗਾ। ਉਹ ਆਊਟਕਮ ਦੇ ਮੇਜਰ ਜਿਹੜੇ ਹੁੰਦੇ ਆ, ਤੁਸੀਂ ਉਹਦੇ ਚ ਇਨਪੁੱਟ ਕੀ ਕਰਦੇ ਆ, ਬਾਅਦ ਚ ਉਹਦੇ ਚ ਆਊਟਕਮ, ਇਹ ਆਊਟਕਮ ਜਿਹੜੀ ਆ ਉਹਦੇ ਚ ਮੇਜਰ ਕਰਨ ਵਾਲੇ ਨੂੰ ਆਸਪੈਕਟ ਨੂੰ ਇਹ ਡੀਲ ਕਰਨ ਦੀ ਗੱਲ ਕਰਦੇ ਨੇ। ਇੱਕ ਨਾ ਬੜਾ ਜ਼ਿਆਦਾ ਜ਼ੋਰ ਦਿੱਤਾ ਗਿਆ ਵੀ ਅਸੀਂ ਜੀ ਬਹੁਤ ਰੂਟ ਰੱਖ ਲੈਨੇ, ਕਿਤੋਂ ਵੀ ਬੱਚਾ ਛੱਡ ਕੇ ਜਾ ਸਕਦਾ, ਵੀ ਉਹਨੂੰ ਸਰਟੀਫਿਕੇਟ ਦੇ ਦਿਆਂਗੇ। 8ਵੀਂ ਵਾਲਾ ਚਲਿਆ ਗਿਆ ਆਪਣੇ ਤੌਰ ਤੇ, 10ਵੀਂ ਵਾਲਾ ਉਹ ਕੋਈ ਏਡੀ ਮਤਲਬ ਜਿੱਥੋਂ ਛੱਡਦਾ ਬੱਚਾ, ਇਹਦਾ ਮਤਲਬ ਉਹ ਸਕੂਲ ਛੱਡ ਗਿਆ ਉਹਨੂੰ, ਬੱਚੇ ਨੂੰ ਸਰਟੀਫਿਕੇਟ ਚਾਹੀਦਾ ਤਾਂ ਇਹ ਹੈ ਵੀ ਅਸੀਂ 12ਵੀਂ ਤੱਕ ਕੋਈ ਬੱਚਾ ਛੱਡੇ ਹੀ ਨਾ, ਸਾਡੇ ਐਜੂਕੇਸ਼ਨ ਸਾਰੀ ਦੀ ਸਾਰੀ 100% ਅਸੀਂ ਐਜੂਕੇਸ਼ਨ, ਇਹ ਕੌਨਸੈਪਟ ਹੀ ਕਿਉਂ ਆਵੇ ਸਾਡੇ ਕੋਲੇ ਜੀ ਅਸੀਂ ਸਕੂਲ ਦੇ ਲੈਵਲ ਤੇ ਬੱਚਾ ਐਜੂਕੇਸ਼ਨ ਛੱਡ ਗਿਆ। ਇੱਕ ਸਵਾਲ ਜਿਹੜਾ ਬਹੁਤ ਹੀ ਸੀਰੀਅਸ ਆ ਇਹਦੇ ਵਿੱਚ, ਉਹ ਹੈਗਾ ਨੈਸ਼ਨਲ ਕਰਿਕੂਲਮ ਫਰੇਮਵਰਕ। ਇਹਨਾਂ ਨੇ ਕਿਹਾ ਵੀ ਨੈਸ਼ਨਲ ਕਰਿਕੂਲਮ ਫਰੇਮਵਰਕ ਫਾਰ ਸਕੂਲ ਐਜੂਕੇਸ਼ਨ ਜਿਹੜਾ ਸਿਲੇਬਸ ਆ, ਹੁਣ 2005 ਦਾ ਨੈਸ਼ਨਲ ਕਰਿਕੂਲਮ ਬਣਿਆ, ਉਹਦੇ ਆਧਾਰ ਤੇ ਅਸੀਂ ਪੜ੍ਹਾ ਰਹੇ ਹਾਂ। ਇਹ ਜਿਹੜਾ ਨੈਸ਼ਨਲ ਕਰਿਕੂਲਮ ਫਰੇਮਵਰਕ ਇਹਨਾਂ ਨੇ ਕਿਹਾ 2020 ਬਣੂਗਾ, ਵਿਦਆਊਟ ਕਮੇਟੀਆਂ ਬਣਾਇਆ, ਹਾਲੇ ਤੱਕ ਕੋਈ ਕਮੇਟੀ ਨਹੀਂ, ਕੋਈ ਸਟਰਕਚਰ ਨਹੀਂ ਬਣੇ ਕਿ ਕਿਸ ਕਿਸਮ ਦਾ ਸਿਲੇਬਸ ਬਣੂ, ਕਿਸ ਕਿਸਮ ਦੀਆਂ ਚੀਜ਼ਾਂ ਬਣਨੀਆਂ, ਕਿਹੜੇ ਐਕਸਪਰਟ ਹੋਣਗੇ, ਕੀ ਹੋਊਗਾ, ਕਿਸੇ ਲੈਵਲ ਦੀ। ਜਦੋਂ ਪਹਿਲੇ ਕਰਿਕੂਲਮ ਜਿੰਨੇ ਫਰੇਮਵਰਕ ਬਣਦੇ ਸੀ, ਜੇ 86 ਦੀ ਪਾਲਿਸੀ ਆਈ ਹੈ ਤਾਂ 2005 ਜਾ ਕੇ ਬਣਿਆ, ਉਹਦੀਆਂ ਬੇਸਲਾਈਨ ਬਣਦੀਆਂ ਨੇ, ਉਸ ਤੋਂ ਬਾਅਦ ਜਾ ਕੇ ਨੈਸ਼ਨਲ ਕਰਿਕੂਲਮ ਫਰੇਮਵਰਕ ਬਣਦੇ ਨੇ। ਇਹਨਾਂ ਨੇ ਪਹਿਲਾਂ ਹੀ ਉਹਦੇ ਤੇ ਡਿਸਾਈਡ ਕਰਤਾ ਕਿ ਨੈਸ਼ਨਲ ਕਰਿਕੂਲਮ ਫਰੇਮਵਰਕ ਆ ਜਿਹੜਾ ਉਹ ਅਸੀਂ 2020 ਬਣਾਵਾਂਗੇ, ਤੇ ਉਹਦੇ ਹਿਸਾਬ ਨਾਲ ਮੈਨੂੰ ਨਹੀਂ ਸਮਝ ਆਉਂਦਾ ਵੀ ਇਹ ਕਿਸ ਰੂਪ ਚ ਬਣਾਉਂਦੇ ਨੇ, ਇਹ ਆਲਰੇਡੀ ਕਿਸ ਲੈਵਲ ਤੇ ਇਹ ਸਿਲਸਿਲਾ ਸਿੱਟਦਾ ਵਾ। ਇਹਦੇ ਨਾਲ ਹੀ ਇੱਕ ਜਿਹੜੀ ਵੱਡਾ ਖਦਸ਼ਾ, ਪਹਿਲਾਂ ਜਿੰਨੀਆਂ ਵੀ ਕਿਤਾਬਾਂ ਬਣਦੀਆਂ ਨੇ ਸਕੂਲਾਂ ਦੀਆਂ, ਮੈਂ ਸਾਰੀਆਂ ਦੇ ਸਾਰੀਆਂ ਉਹ CBSE NCERT ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਣਾਉਂਦੇ ਨੇ। ਹੁਣ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਪ੍ਰਾਈਵੇਟ ਏਜੰਸੀਜ਼ ਨੇ ਜਿਹੜੀਆਂ ਪ੍ਰੋਡਕਸ਼ਨ ਚ ਸ਼ਾਮਲ ਨੇ ਕਿਤੇ ਨਾ ਕਿਤੇ, ਕਿ ਅਸੀਂ ਸਟੈਂਡਰਡ ਕਰਨਾ ਚਾਹੁੰਦੇ ਹਾਂ, ਉਹਨਾਂ ਦੀ ਭਾਗੀਦਾਰ ਵੀ ਉਹਨੂੰ ਸ਼ਾਮਲ ਕਰਾਂਗੇ। ਕਹਿਣ ਦਾ ਭਾਵ ਆ ਕਿ ਪ੍ਰਾਈਵੇਟ ਪਬਲਿਸ਼ਰ ਆ ਜਿਹੜੇ, ਉਹਨਾਂ ਦੀ ਵੀ ਕਿਸੇ ਨਾ ਕਿਸੇ ਰੂਪ ਚ ਇਹਦੇ ਭਾਗੀਦਾਰੀ ਦੀ ਵਕਾਲਤ ਕੀਤੀ ਗਈ ਆ। ਇਹ ਜਿਹੜੇ ਨੇ ਇਹ ਜਿਹੜੇ ਆਸਪੈਕਟਸ ਨੇ ਜਿਨ੍ਹਾਂ ਨੂੰ ਇਹ ਪਾਲਿਸੀ ਨੇ ਬਾਈ ਐਂਡ ਲਾਰਜਲੀ ਡੀਲ ਕੀਤਾ ਵਾ, ਉਹਦੇ ਚ ਸਾਡੇ ਕੋਲੇ ਜਿਹੜਾ ਹੈਗਾ ਐਜੂਕੇਸ਼ਨ ਦਾ ਸਟਰਕਚਰ, ਉਹ ਤੋਂ ਬਾਅਦ ਫਾਈਨਾਂਸ ਦਾ ਮਸਲਾ, ਸਕੂਲ ਸਿਸਟਮ ਦਾ ਮਸਲਾ, ਟੀਚਿੰਗ ਦਾ ਮਸਲਾ, ਟੀਚਿੰਗ ਲਰਨਿੰਗ ਦਾ ਮਸਲਾ। ਇਹਦੇ ਚ ਟੋਟਲ ਦੇ ਵਿੱਚ ਜਿਹੜੀ ਸਾਡੀ ਪਾਲਿਸੀ ਆ ਉਹ ਇਸ ਕਿਸਮ ਦਾ ਏਜੰਡਾ ਲੈ ਕੇ ਆ ਰਹੀ ਆ, ਜਿਸ ਨਾਲ ਜਿਹੜੇ ਸਕੂਲ ਦਾ ਕਨਸੈਪਟ ਆ, ਜਿਹੜਾ ਸੁਸਾਇਟੀ ਦੀ ਐਜ ਏ ਹੋਲਿਸਟਿਕ ਬਣਤਰ ਆ, ਜਿਹੜੀ ਸਟੇਟ ਦੀ ਰਿਸਪੌਂਸਿਬਿਲਿਟੀ ਹੁੰਦੀ ਆ ਕਿ ਅਸੀਂ ਜੇ ਇਕੁਅਲ ਸਮਾਜ ਬਣਾਉਣਾ, ਗਰੀਬ ਦਾ ਤੇ ਅਮੀਰ ਦਾ ਬੱਚਾ ਇੱਕੋ ਸਕੂਲ ਚ ਪੜ੍ਹੇ, ਉਹਨੂੰ ਸਟਰੈਂਥਨ ਕਰਕੇ। ਪ੍ਰੋਬਲਮ ਤਾਂ ਉੱਥੇ ਨੇ ਕਿ ਬੱਚਾ ਗਰੀਬ ਪ੍ਰਾਈਵੇਟ ਉਹ ਐਜੂਕੇਸ਼ਨ ਜਿਹੜਾ ਖਰੀਦ ਨਹੀਂ ਸਕਦਾ, ਜਾਨੀ ਐਜੂਕੇਸ਼ਨ ਸਕੂਲ ਪੱਧਰ ਤੱਕ, ਪਹਿਲਾਂ ਹਾਇਰ ਪੱਧਰ ਤੱਕ ਇੱਕ ਕਮੋਡਿਟੀ ਬਣੀ ਸੀ ਵੇਚਣ ਤੇ ਖਰੀਦਣ, ਉਹ ਸਕੂਲ ਲੈਵਲ ਤੱਕ ਨੂੰ ਕਿਤੇ ਵੀ ਇਹ ਪਾਲਿਸੀ ਦੇ ਵਿੱਚ ਇਹ ਨਹੀਂ ਕਿ ਸਟੇਟ ਤੋਂ ਕਿਹਾ ਜ਼ਰੂਰ ਗਿਆ ਕਿ ਉਹ ਅਧਿਆਪਕ ਜੀ ਅਸੀਂ ਪਰਮਾਨੈਂਟ ਰੱਖਾਂਗੇ ਜੀ, ਆਹ ਰੱਖਾਂਗੇ ਟੋਟਲ ਦਾ, ਤੇ ਨਾਲ ਦੀ ਨਾਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਗੱਲ ਕੀਤੀ ਹੈ ਕਿ ਜਿਹੜੀਆਂ ਸਾਡੀਆਂ ਪ੍ਰਾਈਵੇਟ ਪਾਰਟਨਰਸ਼ਿਪ ਆ ਉਹਦੀ ਵਧਾਵਾਂਗੇ। ਪਹਿਲਾਂ ਹੀ ਕ੍ਰਾਈਸਿਸ ਐਜੂਕੇਸ਼ਨ ਦਾ ਵੱਡੇ ਪੱਧਰ ਤੇ ਇਹ ਆ, ਲੋਕਾਂ ਦਾ ਵੱਧ ਐਕਸਪੈਂਡੀਚਰ ਆ ਜਿਹੜਾ ਉਹ ਕਿਸੇ ਨਾ ਕਿਸੇ ਲੈਵਲ ਤੇ ਐਜੂਕੇਸ਼ਨ ਜਾਂਦਾ। ਇਸ ਕਰਕੇ ਜਿਹੜੀ ਇੱਕ ਸਟੇਟ ਦੀ ਰਿਸਪੌਂਸਿਬਿਲਿਟੀ ਹੈ ਐਜੂਕੇਸ਼ਨ ਚ, ਉਹਦੇ ਚੋਂ ਲਗਾਤਾਰ ਇਹ ਸਾਰੀ ਪਾਲਿਸੀ ਚ ਉਹਦੇ ਚੋਂ ਵਿਦਡਰਾ ਕਰਦੀ ਆ। ਫਿਰ ਆਪਣੇ ਕਿਸਮ ਦਾ ਇੱਕ ਜਿਹੜਾ ਏਜੰਡਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਸ ਕਿਸਮ ਦਾ, ਜਿਹਨੂੰ ਕੋਈ ਬ੍ਰਾਹਮਣੀਕਲ ਕਹਿ ਲਓ, ਕੋਈ ਹਿੰਦੂਤਵ ਕਹਿ ਲਓ, ਕਿ ਇੱਕ ਸਪੈਸ਼ਲ ਕਿਸਮ ਦੀ ਜਿਹੜੀ ਆ ਵੈਲਿਊ ਸਿਸਟਮ ਆ ਜਿਹੜਾ ਉਹ ਹਿੰਦੁਸਤਾਨ ਦੀ ਐਜੂਕੇਸ਼ਨ ਦੇ ਅੰਦਰ ਸਕੂਲ ਪੱਧਰ ਤੇ, ਉਹ ਵੀ ਉਹੋ ਜਿਹੇ ਮੁਲਕ 'ਚ ਜਿੱਥੇ ਵੱਖੋ ਵੱਖਰੇ ਰੰਗ ਨੇ, ਵੱਖੋ ਵੱਖਰੀਆਂ ਨਸਲਾਂ ਨੇ,
ਵੱਖੋ ਵੱਖਰੇ ਧਰਮ ਨੇ, ਵੱਖੋ ਵੱਖਰੇ ਡਿਵੈਲਪਮੈਂਟ ਦੇ ਮਾਡਲ ਨੇ, ਵੱਖ-ਵੱਖ ਐਜੂਕੇਸ਼ਨ ਦਾ ਲੈਵਲ ਆ, ਜਿੱਥੇ ਵੱਖ-ਵੱਖ ਇੰਨੀਆਂ ਵੇਰੀਏਸ਼ਨਸ ਨੇ, ਉਹਨਾਂ ਵੇਰੀਏਸ਼ਨਸ ਦੀ ਕਿਤੇ ਵੀ ਇਹਦੇ 'ਚ ਦਿਖਾਈ ਨਹੀਂ ਦਿੰਦੀ ਇਸ ਪਾਲਿਸੀਜ਼ ਕਿ ਉਹਨਾਂ ਵੇਰੀਏਸ਼ਨਸ ਨੂੰ ਧਿਆਨ 'ਚ, ਜੇ ਤੁਸੀਂ ਕਠਾਰੀ ਕਮਿਸ਼ਨ ਦੀ ਅੱਜ ਵੀ ਰਿਪੋਰਟ ਪੜ੍ਹ ਲਓ, ਕੱਲੇ ਕੱਲੇ ਇਲਾਕੇ ਦੀ ਵੇਰੀਏਸ਼ਨਸ ਨੂੰ ਵਿੱਚ ਸ਼ਾਮਲ ਕੀਤਾ ਗਿਆ। ਜਦੋਂ 1992 ਦਾ ਵੀ ਹੋਇਆ, ਉਹਨਾਂ ਦੇ ਉਹਦੀਆਂ 'ਚ ਵੇਰੀਏਸ਼ਨਸ ਨੂੰ ਉਹਨਾਂ ਨੂੰ ਇਨਕਾਰਪੋਰੇਟ ਕੀਤਾ ਗਿਆ, ਕਿਉਂਕਿ ਨਿਊ ਸੋਸ਼ਲ ਮੂਵਮੈਂਟ ਜਦੋਂ ਉੱਠੀਆਂ, ਉਹਨਾਂ ਨੇ ਕੋਈ ਦਲਿਤ ਵਾਲਾ ਸਵਾਲ, ਕੋਈ ਆਦਿਵਾਸੀਆਂ ਵਾਲਾ ਸਵਾਲ, ਕੋਈ ਲੈਂਗੁਏਜ ਦਾ ਸਵਾਲ, ਕੋਈ ਮਿਨੋਰਿਟੀ ਦਾ ਸਵਾਲ, ਉਹ ਸਾਰੇ ਵਿਦਿਨ ਸਟਰਕਚਰ ਜਿੱਥੋਂ ਹੌਲੀ ਹੌਲੀ ਉਹਨਾਂ ਨੂੰ ਸਟੇਟ ਦੀਆਂ ਨੈਸ਼ਨਲ ਦੀਆਂ ਐਜੂਕੇਸ਼ਨ ਪਾਲਿਸੀਆਂ ਦੇ ਵਿੱਚ ਲੈ ਕੇ ਆਉਣਾ ਪਿਆ। ਸੋ ਇਸ ਕਰਕੇ ਇਸ ਐਜੂਕੇਸ਼ਨ ਦੇ ਪੱਧਰ ਤੇ ਜਿਸ ਇਹ ਪਾਲਿਸੀ ਨੇ ਜਿਵੇਂ ਕਹਿੰਦੇ ਆ ਵੀ ਉਹਦੇ 'ਚ ਬਜਟਿੰਗ ਦਾ ਇਸ਼ੂ, ਉਹਦੇ 'ਚ ਰੀਸਟਰਕਚਰਿੰਗ ਦਾ ਇਸ਼ੂ, ਇੰਨੇ ਇਸ ਲੈਵਲ ਦੇ ਇਸ਼ੂ ਸ਼ਾਮਲ ਕਰ ਲਏ, ਪਰ ਲਗਾਤਾਰ ਇਹ ਐਜੂਕੇਸ਼ਨ ਦੀ ਜਿਹੜੀ ਟ੍ਰੈਂਡ ਆ ਜਾਂ ਟੈਂਡੈਂਸੀ ਜਦੋਂ ਪੜ੍ਹਦੇ ਆ, ਉਹ ਪ੍ਰਾਈਵੇਟ ਪਲੇਅਰ ਦੇ ਪੱਖ 'ਚ ਜਾਂਦੀ ਆ, ਨਿਊ ਲਿਬਰਲਿਜ਼ਮ ਏਜੰਡੇ ਦੇ ਪੱਖ 'ਚ ਜਾਂਦੀ ਆ, ਕਾਰਪੋਰੇਟ ਦੇ ਪੱਖ 'ਚ ਜਾਂਦੀ ਆ, ਇੱਕ ਸਪੈਸ਼ਲ ਕਿਸਮ ਦੀ ਬ੍ਰਾਹਮਣੀਕਲ ਜਿਹੜਾ ਵੈਲਿਊ ਸਿਸਟਮ ਆ ਉਹਦੇ 'ਚ ਡੋਮੀਨੇਸ਼ਨ, ਬਹੁਤ ਵੱਡੀਆਂ ਟ੍ਰੈਡੀਸ਼ਨਸ ਨੌਨ ਬ੍ਰਾਹਮਣੀਕਲ ਕਲਚਰ ਦੀਆਂ ਰਹੀਆਂ ਨੇ, ਜਿਨ੍ਹਾਂ ਨੇ ਚਾਹੇ ਭੀਮ ਰਾਓ ਅੰਬੇਦਕਰ ਉਹਨਾਂ ਟ੍ਰੈਡੀਸ਼ਨਾਂ 'ਚੋਂ, ਚਾਹੇ ਬੁੱਧਿਜ਼ਮ ਦੀਆਂ ਟ੍ਰੈਡੀਸ਼ਨਾਂ ਨੇ, ਹਿੰਦੁਸਤਾਨ ਦੀਆਂ ਵੇਰੀਏਸ਼ਨਸ, ਚਾਹੇ ਪੰਜਾਬ 'ਚੋਂ ਸਿੱਖ ਰਿਲੀਜਨ 'ਚੋਂ ਆਉਂਦੀਆਂ ਨੇ, ਚਾਹੇ ਵੱਖ-ਵੱਖ ਕਲਚਰ ਬਿਲਡ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਨਕਾਰਪੋਰੇਟ ਕਰਨਾ ਹੁੰਦਾ, ਤੁਸੀਂ ਜਿਹੜਾ ਵੱਖ-ਵੱਖ ਲੈਵਲ ਤੇ ਜਦੋਂ ਕੱਲ ਨੂੰ ਕਰੀਕੁਲਮ ਬਣਨਾ, ਸਿਲੇਬਸ ਕਰਨਾ, ਉਹਦੀਆਂ ਪਿੰਨ ਪੁਆਇੰਟ ਕਰਦੀਆਂ ਨੇ ਪਾਲਿਸੀਆਂ, ਸਾਡੀ ਉਹ ਇੱਕ ਡਾਇਰੈਕਸ਼ਨ ਤੈਅ ਕਰਦੀਆਂ ਨੇ। ਸੋ ਇਸ ਕਰਕੇ ਇਹ ਕੁਝ ਨੁਕਤੇ ਜਿਹੜੇ ਨੇ ਪਾਲਿਸੀ ਦੇ ਮੇਨ ਕਰਕਸ ਨਾਲ ਰਿਲੇਟਡ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ। ਜੇ ਕੋਈ ਹੋਰ ਸਪੈਸ਼ਲ ਕੋਈ ਇਹਦੇ ਤੇ ਕੁਐਸਚਨ ਆਊ, ਇਹ ਬੜਾ ਵੱਡਾ ਸੀਰੀਅਸ ਇਸ਼ੂ ਆ। ਡਾਕਟਰ ਨੀਤੂ ਕਹਿ ਰਹੇ ਸੀ ਮੈਨੂੰ ਕਿ ਇਹਦੇ ਤੇ ਲਗਾਤਾਰ, ਮੈਨੂੰ ਯਾਦ ਆ ਕਿ 1992 ਦੀ ਜਿਹੜੀ ਚੇਂਜਸ ਆਈ, ਇੱਕੋ ਬੰਦੇ ਦੀ ਉਹ ਦੇਣ ਸੀ, ਡਾਕਟਰ ਆਪਣੇ ਅਨਲ ਸਾਦਕਪਾਲ, ਉਹਨਾਂ ਨੇ 86 ਦੀ ਪਾਲਿਸੀ ਤੋਂ ਬਾਅਦ ਇੱਕ ਲੰਬੀ ਬਹਿਸ ਸ਼ੁਰੂ ਕੀਤੀ, ਉਹ ਜਾ ਕੇ 92 ਦੇ ਵਿੱਚ ਉਹਦੀ ਉਹ ਕਮੇਟੀ ਬਣਾਉਣੀ ਪੈ ਗਈ ਸੀ ਗਵਰਨਮੈਂਟ ਨੂੰ, ਲਗਾਤਾਰ ਕੀਤਾ। ਜਿਵੇਂ ਡਾਕਟਰ ਮਨਮੋਹਨ ਸਿੰਘ ਹੋਣੀ ਜਦੋਂ ਪ੍ਰਾਈਮ ਮਿਨਿਸਟਰ ਸੀ, ਉਦੋਂ ਲਗਾਤਾਰ ਉਹ ਆਰਟੀ ਤੇ ਕਰਦੇ ਰਹੇ ਨੇ, ਆਰਟੀਈ ਦੇ ਲੈਵਲ ਤੇ ਇਸ ਗੱਲ ਤੇ ਉਹਨਾਂ ਨੇ ਲੜਾਈ ਲੜੀ ਕਿ 1992 ਦੀ ਜਿਹੜੀ 19 ਕ੍ਰਿਸ਼ਨਨ ਦੀ ਜੱਜਮੈਂਟ ਆ, ਜਿਹੜੀ ਇਹ ਕਹਿੰਦੀ ਆ ਕਿ ਇਟ ਇਜ਼ ਦੀ ਰਿਸਪੌਂਸਿਬਿਲਟੀ ਆਫ ਦੀ ਸਟੇਟ, ਸੰਵਿਧਾਨ ਦੇ ਮੁਤਾਬਕ ਰਾਜ ਦੀ ਜ਼ਿੰਮੇਵਾਰੀ ਆ ਕਿ ਹਰ ਇੱਕ ਨੂੰ ਫ੍ਰੀ, ਕੰਪਲਸਰੀ ਤੇ ਇੱਕੋ ਜਿਹੀ ਐਜੂਕੇਸ਼ਨ ਦੇਵੇ। ਅੱਜ ਸਾਡਾ ਅੱਜ ਇਸ਼ੂ, ਅਸੀਂ ਜੇ ਇਹ ਅਸੀਂ ਸਮਾਜ ਬਰਾਬਰਤਾ ਵਾਲਾ ਆਪਣੇ ਇੱਕ ਬਹੁਤ ਵਧੀਆ ਸਮਾਜ ਬਣਾਉਣਾ ਚਾਹੁੰਦੇ ਆ, ਉਸ ਲੈਵਲ ਦੇ ਅਸੀਂ ਇਸ ਸੁਸਾਇਟੀ ਨੂੰ ਬਿਲਡ ਕਰਨਾ ਚਾਹੁੰਦੇ ਆ, ਤਾਂ ਸਾਨੂੰ ਇਸ ਐਜੂਕੇਸ਼ਨ ਪਾਲਿਸੀ ਦਾ ਕ੍ਰਿਟੀਕ ਬਿਲਡ ਕਰਦੇ ਹੋਏ ਇੱਕ ਅਲਟਰਨੇਟਿਵ ਦੇ ਤੌਰ ਤੇ ਚੀਜ਼ ਵੀ ਖੜੀ ਕਰਨੀ ਚਾਹੀਦੀ ਆ। ਦੂਸਰਾ, ਸਟੇਟਾਂ ਨੂੰ ਪ੍ਰੈਸ਼ਰਾਈਜ਼ ਵੀ ਕਰਨਾ ਚਾਹੀਦਾ ਕਿ ਆਪਣੀ ਰਿਸਪੌਂਸਿਬਿਲਟੀ ਨੂੰ ਧਿਆਨ 'ਚ ਰੱਖਦੇ ਹੋਏ ਜੋ ਸਟੇਟ ਨੂੰ ਮਿਲੇ ਹੋਏ ਰਾਈਟ ਆ, ਉਹਦੇ ਆਧਾਰ ਤੇ ਸਟੇਟ ਦੇ ਜਿਹੜੇ ਐਜੂਕੇਸ਼ਨ ਦੇ ਐਕਸਪਰਟ ਨੇ, ਜਾਂ ਜੋ ਸਾਡੀ ਐਜੂਕੇਸ਼ਨ ਦੀਆਂ ਪ੍ਰੋਬਲਮਾਂ ਨੇ, ਜੋ ਬਜਟਿੰਗ ਦੀਆਂ ਪ੍ਰੋਬਲਮਾਂ ਨੇ, ਜਾਂ ਇਹਦੀਆਂ ਕੀ ਇੰਪੈਕਟ ਪੈਣ ਵਾਲੇ ਨੇ, ਉਹਦੇ ਅਲਟਰਨੇਟਿਵ ਦੇ ਤੌਰ ਤੇ ਇਹ ਇੱਕ ਏਜੰਡਾ ਜਿਹੜਾ ਐਜੂਕੇਸ਼ਨ ਦਾ ਉਹ ਪੁਸ਼ ਕਰਨਾ ਚਾਹੀਦਾ। ਤਾਂ ਹੀ ਇਹਨੂੰ ਐਜੂਕੇਸ਼ਨ ਦੇ ਲੈਵਲ ਤੇ ਅਸੀਂ ਕਿਸੇ ਨਾ ਕਿਸੇ ਪੱਧਰ ਤੇ ਇੱਕ ਅਲਟਰਨੇਟਿਵ, ਜੋ ਐਜੂਕੇਸ਼ਨ ਨੇ ਇੱਕ ਨਵੇਂ ਕਿਸਮ ਦੇ ਆਉਣ ਵਾਲੇ ਸਮੇਂ 'ਚ ਕ੍ਰਾਈਸਿਸ ਖੜੇ ਕਰਨੇ ਆ, ਉਸ ਨੂੰ ਅਸੀਂ ਠੱਲ ਪਾ ਸਕਦੇ ਹਾਂ। ਉਸ ਦਿਸ਼ਾ ਵੱਲ ਸਮੂਹ ਤੌਰ ਤੇ ਸੋਚਣ ਦੀ ਲੋੜ ਆ। ਥੈਂਕ ਯੂ ਵੈਰੀ ਮਚ। ਡਾਕਟਰ ਕੁਲਦੀਪ ਹੁਣਾਂ ਨੇ ਬਹੁਤ ਵਿਸਥਾਰ ਦੇ ਨਾਲ ਇਸ ਸਾਰੀ ਪਾਲਿਸੀ ਬਾਰੇ ਗੱਲ ਕੀਤੀ ਹੈ। ਡਾਕਟਰ ਸਾਹਿਬ, ਇੱਕ ਦੋ ਸਵਾਲ ਆਪਾਂ ਕਿ ਸਵਾਲ ਲਗਾਤਾਰ ਦੋਸਤ ਕੁਝ ਆਪਣੀਆਂ ਟਿੱਪਣੀਆਂ ਵੀ ਕਰਦੇ ਜਾ ਰਹੇ ਨੇ, ਕੁਝ ਸਵਾਲ ਵੀ ਕਰ ਰਹੇ ਨੇ, ਪਰ ਜਿਹੜਾ ਮੈਂ ਆਪਾਂ ਲਾਈਵ ਹੋਣ ਤੋਂ ਪਹਿਲਾਂ ਵੀ ਜਿਹੜੀ ਗੱਲ ਕਰ ਰਹੇ ਸੀ, ਤੁਸੀਂ ਥੋੜੀ ਜਿਹੀ ਉਸ ਡਾਇਰੈਕਸ਼ਨ 'ਚ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਹੜਾ ਬਹੁਤ ਹੀ ਬੇਸਿਕ ਜਿਹਾ ਸਵਾਲ ਆ ਪਰ ਮੈਨੂੰ ਬਹੁਤ ਇੰਪੋਰਟੈਂਟ ਲੱਗਦਾ ਕਿ ਇਸ ਵੇਲੇ ਪੂਰੇ ਆਲਮ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਇਸ ਕਿਸਮ ਦੀ ਨਿਰਾਸ਼ਾ ਦਾ ਮਾਹੌਲ ਹੈ। ਮਤਲਬ ਕਈ ਲੋਕ ਸਾਨੂੰ ਕਹਿ ਦਿੰਦੇ ਆ ਵੀ ਇਹਨਾਂ ਗੱਲਾਂ ਨਾਲ ਕੀ ਹੋਣਾ ਹੈ, ਇਹ ਤੁਸੀਂ ਹਾਰੀ ਹੋਈ ਲੜਾਈ ਲੜ ਰਹੇ ਹੋ ਬੇਸਿਕਲੀ। ਮਤਲਬ ਇਸ ਤਰ੍ਹਾਂ ਦਾ ਇੱਕ ਮੁਹਾਵਰਾ ਜਿਹੜਾ ਇੱਕ ਖਾਸ ਤੌਰ ਤੇ ਅਧਿਆਪਕ ਹੈ ਜਿਹੜਾ ਆਪਣੀ ਕਿਸਮ ਦੇ ਆਨਲਾਈਨ ਕਲਾਸਾਂ ਲਾਈ ਜਾਂਦਾ, ਰਿਕਾਰਡ ਭੇਜਣਾ ਉਹਨੇ ਆਪਣੀਆਂ ਕਲਾਸਾਂ ਦਾ ਆਪਣੇ ਪ੍ਰਿੰਸੀਪਲ ਨੂੰ, ਸਕੂਲਾਂ ਦੇ ਵਿੱਚ, ਕਾਲਜਿਸ ਦੇ ਵਿੱਚ ਅੱਗੇ, ਤਾਂ ਉਹ ਇੱਕ ਬੋਝ ਦੇ ਵਿੱਚ ਹੈ ਤੇ ਉਹਨੂੰ ਲੱਗਦਾ ਹੈ ਕਿ
ਕੋਈ ਹਾਰੀ ਹੋਈ ਲੜਾਈ ਆ ਤੇ ਉਹਦਾ ਕੀ ਭੂਮਿਕਾ ਬਣਦੀ ਹੈ? ਮਤਲਬ ਇੱਕ ਜਿਹੜਾ ਅਧਿਆਪਕ ਹੈ ਜਿਹਨੂੰ ਲੱਗਦਾ ਨਹੀਂ ਕਿ ਇਹ ਕੋਈ ਤਬਦੀਲੀ ਹੋ ਸਕਦੀ ਹੈ, ਕੀ ਸਾਡੇ ਕੋਲ ਇਤਿਹਾਸ ਦੇ ਵਿੱਚ ਇਸ ਕਿਸਮ ਦੇ ਕੋਈ ਸਬੂਤ ਹੈਗੇ ਨੇ ਜਿਹਦੇ ਨਾਲ ਸਾਨੂੰ ਲੱਗੇ? ਤੁਸੀਂ ਕਿਹਾ ਕਿ ਸਾਨੂੰ ਸਮੂਹਿਕ ਲੜਾਈਆਂ ਲੜਨੀਆਂ ਚਾਹੀਦੀਆਂ ਨੇ, ਪਰ ਉਹਦੇ ਕੀ ਤਰੀਕੇ ਤੁਹਾਨੂੰ ਲੱਗਦਾ ਹੈ ਕਿ ਹੋ ਸਕਦੇ ਆ? ਇੱਕ ਬੀਇੰਗ ਅ ਟੀਚਰ ਅਸੀਂ ਉਹਦੇ ਵਿੱਚ ਕਿਸ ਕਿਸਮ ਦੀ ਪਾਰਟਿਸਿਪੇਸ਼ਨ ਇਸ ਵੇਲੇ ਕਰ ਸਕਦੇ ਹਾਂ? ਇੱਕ ਤਾਂ ਇਹ ਬੇਸਿਕ ਜਿਹਾ ਸਵਾਲ ਹੈ ਜਿਹਦਾ ਮੈਨੂੰ ਲੱਗਦਾ ਤੁਸੀਂ ਜਵਾਬ ਦਿਓ। ਬੜਾ ਮਹੱਤਵਪੂਰਨ ਸਵਾਲ ਹੈ, ਬੇਸਿਕ ਹੀ ਸਵਾਲ ਹੈ ਕਿ ਇੱਕ ਗੱਲ ਜਿਹੜੀ ਆਉਣ ਵਾਲੇ ਸਮੇਂ 'ਚ ਬੜਾ ਨੈਗੇਟਿਵ ਇੰਪੈਕਟ ਪੈਣਾ, ਜਿਹੜੀ ਆਨਲਾਈਨ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਨਾ। ਸਕੂਲ ਦਾ ਮਤਲਬ ਹੁੰਦਾ ਕਿ ਬੱਚਾ ਤੇ ਅਧਿਆਪਕ ਜਦੋਂ ਕਲਾਸ 'ਚ ਉਹਦੇ ਨਾਲ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਮਰੀਕਨ ਉਹ ਟੀਚਰ ਨੇ ਕਿਹਾ ਕਿ ਮੈਨੂੰ ਆਨੰਦ ਨਹੀਂ ਆ ਰਿਹਾ, ਮੈਂ ਬੱਚੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੀ, ਮੈਨੂੰ ਸਮਝ ਨਹੀਂ ਬੱਚੇ ਦੇ ਘਰ 'ਚ ਕੀ ਤਕਲੀਫ ਆ, ਉਹਦੇ ਮੰਮੀ ਦੀ ਕੀ ਤਕਲੀਫ ਆ, ਡੈਡੀ ਦੀ ਕੀ ਆ। ਜੋ ਸਕੂਲ ਚਾਹੁੰਦਾ ਇਟ ਇਜ਼ ਲਿਵਿੰਗ ਲਿੰਕ, ਚਾਹੇ ਉਹ ਟੈਗੋਰ ਤੋਂ ਲੈ ਕੇ ਜੱਡੂ ਕ੍ਰਿਸ਼ਨਾ ਮੂਰਤੀ ਤੱਕ, ਕਿ ਹਿਊਮਨ ਬੀਇੰਗ ਨਾਲ ਡੀਲ ਕਰ ਰਿਹਾ, ਉਹ ਮਸ਼ੀਨ ਨਾਲ ਡੀਲ ਨਹੀਂ ਕਰ ਰਿਹਾ। ਜਿਸ ਕਿਸਮ ਦੀ ਐਲੀਨੇਸ਼ਨ ਵਿਗਿਆਨਕੀ ਕੱਲ ਤਾਂ ਵੱਧਦੀ ਜਾ ਰਹੀ ਆ, ਉਹ ਇਹਦਾ ਵੱਡਾ ਕਾਰਨ ਇਹੀ ਆ ਕਿ ਅਸੀਂ ਜਿਸ ਪੱਧਰ ਤੇ ਕਲੈਕਟਿਵਲੀ ਇਹਦੇ ਅਲਟਰਨੇਟਿਵ ਢੂੰਡਣੇ ਸੀ, ਉਹ ਦੂਰ ਤੱਕ ਪਿੰਡਾਂ ਦੇ ਵਿੱਚ ਇੱਕ ਸਕੂਲ 'ਚ 15-20 ਦੂਰ ਬੱਚੇ ਬਿਠਾ ਕੇ ਉਹਨਾਂ ਨੂੰ ਗੱਲ ਕੀਤੀ ਜਾ ਸਕਦੀ ਸੀ, ਉਹਨਾਂ ਨੂੰ ਕੋਈ ਦਿਸਿਆ ਜਾ ਸਕਦਾ ਸੀ। ਅਲਟਰਨੇਟਿਵ ਇਹਦੇ ਕਈ ਕਿਸਮ ਦੇ ਸਕੂਲ ਪਿੰਡਾਂ ਦੇ ਵਿੱਚ, ਜਿਵੇਂ ਬਹੁਤ ਥਾਵਾਂ ਤੇ ਚੀਜ਼ਾਂ ਬਚੀਆਂ ਸੀ, ਲਗਭਗ 5.5 ਲੱਖ ਪਿੰਡ ਨੇ ਹਿੰਦੁਸਤਾਨ ਦੇ, ਟੋਟਲ ਤੇ ਇੱਕੋ ਹੀ ਸਿਸਟਮ ਲਾਗੂ ਕਰਤਾ ਕਿ ਅਸੀਂ ਸਕੂਲ ਬੰਦ ਕਰਤੇ ਤੇ ਆਨਲਾਈਨ ਐਜੂਕੇਸ਼ਨ ਸ਼ੁਰੂ ਕਰਤੀ। ਮਿਡਲ ਕਲਾਸ ਸ਼ਹਿਰਾਂ ਦੇ ਕੱਲ ਨੂੰ ਆਉਣ ਵਾਲੇ ਸਾਲ ਬਾਅਦ ਦੇਖਣਾ ਬੱਚਿਆਂ ਦਾ ਬਣਦਾ ਕੀ ਹੈ। ਜਿੰਨੇ ਟੈਨਸ਼ਨ 'ਚ ਚਲੇ ਜਾਣੇ, ਜਿਸ ਪੱਧਰ ਤੇ ਸੁਣਨ ਦੀਆਂ ਆਵਾਜ਼ਾਂ ਦੀ ਪ੍ਰੋਬਲਮ ਆ ਜਾਣੀ ਹੈ, ਉਹ ਤਾਂ ਹੱਸਣ ਦੇ ਲੈਵਲ ਤੇ। ਕਿਉਂਕਿ ਇਹ ਸਟੱਡੀ ਹੋਈ ਆ ਇੰਗਲੈਂਡ ਦੀ, ਬੜੀ ਮਸ਼ਹੂਰ ਸਟੱਡੀ ਆ, ਕਿ ਜਿਹੜੇ ਸਕੂਲਾਂ ਦੇ ਨੇੜ ਸੀ, ਜਦੋਂ ਉਹਨਾਂ ਨੇ ਲੈਪਟਾਪ ਤੇ ਬੱਚੇ ਪੜ੍ਹਨ ਲੱਗੇ, ਉਹਨਾਂ ਦੀਆਂ ਲਿਖਣ ਦੀਆਂ ਸਕਿੱਲਸ ਮਰ ਗਈਆਂ ਸੀ। ਉੱਥੇ ਪੈਨਸਲਾਂ ਵਿਕਣੀਆਂ ਬੰਦ ਹੋ ਗਈਆਂ ਸੀਗੀਆਂ ਦੁਕਾਨਾਂ ਤੋਂ। ਫਿਰ ਉਹਨਾਂ ਨੇ ਕਿਹਾ ਵੀ ਇਸ ਲੈਵਲ ਤੇ ਅਸੀਂ ਕਿ ਬੱਚਿਆਂ ਦੀ ਲਿਖਣ ਪੜ੍ਹਨ ਦੀ ਪ੍ਰਕਿਰਿਆ 'ਚ ਨਹੀਂ ਸ਼ਾਮਲ ਕਰਾਂਗੇ, ਉਹਨਾਂ ਦੀ ਕ੍ਰੀਏਟਿਵਿਟੀ, ਉਹਨਾਂ ਦੀਆਂ ਸਾਰੀ ਅੰਦਰਲੀ ਜਿਹੜੀ ਡਿਵੈਲਪਮੈਂਟ ਆ, ਇੱਕ ਬੰਦਾ ਆਰਟ ਕਰਦਾ, ਪੇਂਟਰ ਕਰਦਾ, ਰਾਈਟਿੰਗ, 25 ਗਲੋਰੀਅਸ ਹਿਊਮਨ ਸੈਂਸ ਹੁੰਦੀਆਂ ਬੱਚੇ 'ਚ, ਨੱਚਣਾ, ਟੱਪਣਾ, ਗਾਉਣਾ, ਲਿਖਣਾ, ਪੜ੍ਹਨਾ, ਹੱਸਣਾ, ਰੋਣਾ, ਸ਼ੇਅਰ ਕਰਨੇ, ਉਹ ਥਰੂ ਇੰਸਟੀਟਿਊਸ਼ਨ ਆ ਜਾਂਦੇ ਨੇ। ਸਕੂਲ ਉਹ ਪਲੇਸ ਹੁੰਦੀ ਹੈ ਕਿਸੇ ਸਮਾਜ ਦੀ, ਜਿਹੜੀ ਉਹਦੀ ਕਾਸਟ ਨੂੰ ਵੀ ਤਬਦੀਲ ਕਰਦੀ, ਉਹਦੇ ਕਲਚਰ ਨੂੰ ਵੀ ਤਬਦੀਲ ਕਰਦੀ ਆ, ਉਹਦੇ ਵੈਲਿਊ ਸਿਸਟਮ ਨੂੰ ਵੀ ਤਬਦੀਲ ਕਰਦੀ ਆ। ਜਿਸ ਕਿਸਮ ਦੀ ਅੱਜ ਹਾਲਾਤ ਚੋਂ ਗੁਜ਼ਰ ਰਹੇ ਨੇ, ਉਸ ਵੇਲੇ ਚਾਹੀਦਾ ਤਾਂ ਇਹ ਸੀ ਕਿ ਬੱਚਿਆਂ ਨਾਲ ਉਹਨਾਂ ਨੂੰ ਮੈਂਟਲੀ ਸਪੋਰਟ ਦਿੱਤੀ ਜਾਂਦੀ। ਜਿਵੇਂ ਜਾਪਾਨ ਵਾਲਿਆਂ ਨੇ ਕੀ ਕੀਤਾ, ਉਹਨਾਂ ਦੇ ਕੋਲੇ ਕਿਤਾਬਾਂ ਪਹੁੰਚਾਤੀਆਂ, ਬੱਚੇ ਦੇ ਕੋਲੇ ਉਹਨਾਂ ਨੇ ਇੱਕ ਪ੍ਰਬੰਧ ਕਰ ਲਿਆ, ਕਿਤਾਬਾਂ ਤੋਂ ਬੱਚੇ ਪੜ੍ਹਦੇ ਨੇ, ਲਿਖਦੇ ਨੇ, ਉਹਦੇ ਹਿਸਾਬ ਨਾਲ ਹੀ ਉਹ ਕਲੈਕਟ ਕਰਦੇ ਨੇ, ਉਹਦੀ ਵੈਲਿਊਏਸ਼ਨ ਕਰ ਲੈਂਦੇ ਨੇ। ਉਹਨਾਂ ਨੇ ਉਹ ਪ੍ਰੋਸੈਸ ਅਡਾਪਟ ਕਰ ਲਿਆ। ਇੱਕ ਟੀਚਰ 4 ਕਲਾਸਾਂ ਲਾਉਂਦਾ, ਤੁਸੀਂ 2 ਮਹੀਨੇ ਲਗਾਤਾਰ ਆਨਲਾਈਨ 4-4 ਕਲਾਸਾਂ ਪੜ੍ਹਾ ਲਿਓ, ਟੀਚਰ ਦੇ ਵੀ ਪ੍ਰੋਬਲਮ ਆਊਗੀ ਮੈਂਟਲੀ, ਉਹਨੂੰ ਜਿਸ ਲੈਵਲ ਤੇ ਗਾਂਹ ਵਾਲਾ ਜਿਹੜਾ ਉਹ ਕੀ ਗਈ ਐਜੂਕੇਸ਼ਨ ਕਿਸ ਲੈਵਲ ਤੇ ਆ। ਇਹ ਟੈਂਪਰੇਰੀ ਅਲਟਰਨੇਟਿਵ ਤਾਂ ਸਾਡੇ ਤਾਂ ਐਜੂਕੇਸ਼ਨ ਹੀ ਉਸ ਲੈਵਲ ਤੇ ਲਿਜਾਣਾ ਚਾਹੁੰਦੇ ਆ। ਇਸ ਕਰਕੇ ਇੱਕ ਇਸ਼ੂ ਆਉਣ ਵਾਲੇ ਸਮੇਂ 'ਚ ਬੜੇ ਵੱਡੇ ਪੱਧਰ ਤੇ ਜਿਸ ਕਿਸਮ ਦੀਆਂ ਆਉਣ ਵਾਲੇ, ਇਹ ਤਾਂ ਸਾਈਕੋਲੋਜੀ ਦੇ ਲੈਵਲ ਤੇ ਕਿ ਮੈਂਟਲ ਟੈਨਸ਼ਨ ਕਿੰਨੀ ਜਾਂਦੀ ਆ, ਉਹਦੇ 'ਚ ਪ੍ਰੈਸ਼ਰ ਕਿੰਨਾ, ਇਹ ਤਾਂ ਟੀਚਰਸ ਨੂੰ ਇਹਨੂੰ ਅਲਟਰਨੇਟਿਵ ਦੇ ਤੌਰ ਤੇ, ਜਿੰਨੇ ਕੌਨਸ਼ੀਅਸ ਟੀਚਰ ਨੇ, ਈਵਨ ਮਾਂ-ਬਾਪ ਇਸ ਕਿਸਮ ਦੇ, ਮੈਂ ਤੁਹਾਡੇ ਨਾਲ ਡੇਟਾ ਸ਼ੇਅਰ ਕੀਤਾ ਸੀ, ਓਨਲੀ 8% ਜਿਹੜੇ ਨੇ ਉਹਨਾਂ ਦੇ ਕੋਲੇ ਐਕਸੈਸ ਆ ਮੋਬਾਈਲ ਦਾ, ਉਹਨਾਂ ਦੇ ਕਿਸੇ ਨਾ ਕਿਸੇ ਲੈਵਲ ਤੇ। ਬਾਕੀ 92% ਇਹਦਾ ਮਤਲਬ ਐਜੂਕੇਸ਼ਨ 'ਚ ਬਾਹਰ ਚਲੇ ਜਾਣ। ਇਹ ਵੀ ਉਸ ਵੇਲੇ ਲਿਆ ਕੇ ਉਹਦਾ ਅਲਟਰਨੇਟਿਵ ਵਿਦਨ ਇਸੇ ਸਿਸਟਮ ਕੱਢਿਆ ਜਾਂਦਾ। ਬੱਚੇ ਨੇ ਕੀ ਕਰਨਾ ਹੁੰਦਾ, ਇੱਕ ਸਕਿੱਲ ਹੀ ਸਿੱਖਣੀ ਆ, ਮੈਥ ਸਿੱਖਣਾ, ਪੰਜਾਬੀ ਸਿੱਖਣੀ ਆ, ਲੈਂਗੁਏਜ ਸਿੱਖਣੀ ਆ। 5 ਸਾਲ ਬੱਚੇ ਤੋਂ ਗਾਂਹ ਜਾ ਕੇ ਸਾਡੇ ਨਿੱਕੇ ਇੱਕ ਪਹਿਲੀ, ਦੂਜੀ, ਤੀਜੀ ਬੱਚੇ ਨੂੰ ਉਹਦੇ 'ਚ ਇੰਨੀ ਇਨਫੋਰਮੇਸ਼ਨ ਪਾ ਰਹੇ, ਓਨਲੀ ਦੁਨੀਆ ਦੇ ਸਿਸਟਮ 'ਚ ਸਭ ਤੋਂ ਟੌਪ ਦੀ ਓਨਲੀ ਉਹ ਮਦਰ ਟੰਗ, ਉਹਨੂੰ ਕ੍ਰੀਏਟਿਵ ਦੀ ਤਾਂ ਲੈਂਗੁਏਜ ਸਿੱਖ ਲੂਗਾ। ਨੰਬਰ 2 ਉਹਦੀ ਰੀਜ਼ਨਿੰਗ ਕੈਪੈਸਿਟੀ ਲਈ ਉਹਨੂੰ ਮੈਥ ਸਿੱਖ ਲੂ। 2 ਤਾਂ ਵਿਸ਼ੇ ਨੇ, ਜੋ 7 ਵਿਸ਼ੇ ਬਿਠਾ ਦੇਣੇ ਜਵਾਕ, ਨਾ ਪੰਜਾਬੀ ਲਿਖਣੀ ਜਾਣਦਾ, ਨਾ ਅੰਗਰੇਜ਼ੀ ਲਿਖਣੀ ਜਾਣਦਾ, ਨਾ ਮੈਥ। ਇਸ ਕਰਕੇ ਇਹ ਇੱਕ ਬੜਾ ਵੱਡਾ ਸਿਚੁਏਸ਼ਨ ਇਹੋ ਜਿਹੀ ਬਣ ਗਈ ਆ ਕਿ ਜਿਸ ਸਿਚੁਏਸ਼ਨ 'ਚ ਹਮੇਸ਼ਾ ਹੀ ਅਲਟਰਨੇਟਿਵ ਪਏ ਹੁੰਦੇ ਨੇ। ਇਨ ਐਵਰੀ ਕ੍ਰਾਈਸਿਸ ਦੇਅਰ ਇਜ਼ ਐਨ ਅਲਟਰਨੇਟਿਵ। ਆਪਾਂ ਵੀ ਸੋਚ ਹੀ ਰਹੇ ਆ, ਆਪਾਂ ਕਰਦੇ ਵੀ ਆ, ਜਿੱਥੇ ਕੋਈ ਗੱਲ ਕਹੀ ਜਾ ਸਕਦੀ ਆ, ਉਸ ਅਲਟਰਨੇਟਿਵ ਕ੍ਰੀਏਟ ਦੁਨੀਆ 'ਚ ਕਰਦੇ ਨੇ ਲੋਕ। ਉਹਨਾਂ ਨੇ ਵੱਖ-ਵੱਖ ਲੈਵਲ ਤੇ, ਕੋਈ ਪੇਂਟਿੰਗ ਦਾ, ਕੋਈ ਆਰਟ ਦਾ, ਕੋਈ ਮਿਊਜ਼ਿਕ ਦਾ, ਕਿਸੇ ਤੁਹਾਨੂੰ ਯਾਦ ਆ ਵੀ ਜਦੋਂ COVID-19 ਸ਼ੁਰੂ ਕੀਤਾ, ਇਟਲੀ ਦੇ ਵਿੱਚ ਲੋਕਾਂ ਨੇ ਮਿਊਜ਼ਿਕ ਤੇ ਸ਼ੁਰੂ ਕਰ ਲਈਆਂ ਕਲਾਸਾਂ।
ਉਹ ਬੱਚੇ ਛੱਤਾਂ ਤੇ ਖੜ ਕੇ ਜਾਂ ਹੋਰ ਆ। ਠੀਕ ਹੈ, ਇੱਕ ਬਿਮਾਰੀ ਉਹਦਾ ਇੱਕ ਵੱਡੀ ਕਹਾਣੀ ਆ ਕਿ ਜਿਹੜੀ ਬਿਮਾਰੀ ਨੂੰ 2016 ਚ ਕਹਿ ਰਹੇ ਸੀ ਆ ਰਹੀ ਆ, ਨਹੀਂ ਕਿਸੇ ਨੇ ਕੀਤਾ, ਸਾਰੀ ਦੁਨੀਆ ਚ ਘੁੰਮ ਗਈ, ਪਰ ਉਹਨੂੰ ਡੀਲ ਕਰਨ ਵਾਸਤੇ ਲੈਵਲ ਆਫ ਕਿਊਬਾ ਵਰਗਾ ਕੰਟਰੀ ਹੈ ਜਿੱਥੇ ਹੈਲਥ ਵੀ 100% ਹੈ, ਐਜੂਕੇਸ਼ਨ ਤੇ ਫੂਡ ਵੀ ਹੈ। ਤਿੰਨ ਚੀਜ਼ਾਂ ਫੰਡਾਮੈਂਟਲ ਚਾਹੀਦੀਆਂ ਹੁੰਦੀਆਂ, ਐਜੂਕੇਸ਼ਨ, ਹੈਲਥ ਐਂਡ ਫੂਡ। ਇਹ ਤਿੰਨ ਸਿਕਿਉਰਿਟੀਜ਼ ਆ ਜਿਹੜੀਆਂ ਦੇ ਦਿਓ ਤੁਹਾਡਾ ਸਮਾਜ ਚੱਲ ਜਾਂਦਾ। ਇਸ ਕਰਕੇ ਜਦੋਂ ਅਸੀਂ ਕਲੈਕਟਿਵਲੀ ਸੋਚਾਂਗੇ ਵੀ ਇਹਦੇ ਅਲਟਰਨੇਟਿਵ ਕੀ ਆ, ਤਾਂ ਉਹ ਇੱਕ ਅਲਟਰਨੇਟਿਵ ਫੋਰਸ ਵੀ ਬਣ ਜੂ। ਜੇ ਸਾਡੇ ਪਿੰਡਾਂ 'ਚ ਸਕੂਲ ਟੀਚਰ ਨੇ ਜੋ ਅੰਡਰ ਪ੍ਰੈਸ਼ਰ ਨੇ ਅਲਟਰਨੇਟਿਵ ਜੇ ਸੋਚਣ, ਉਹ ਅਲਟਰਨੇਟਿਵ ਬਿਲਡ ਕਰਕੇ ਦਿਖਾਉਣ ਵੀ ਸਾਡੇ ਬੱਚਿਆਂ ਨੇ ਕਿੰਨੀਆਂ ਸੋਹਣੀਆਂ ਹੱਥ ਨਾਲ ਪੇਂਟਿੰਗ ਕੀਤੀ, ਉਹਨਾਂ ਨੇ ਆਰਟ ਦਾ ਕੰਮ ਕੀਤਾ, ਉਹ ਹੌਲੀ ਹੌਲੀ ਉਹ ਅਲਟਰਨੇਟਿਵ ਦਿਖਾਈ ਦੇਣੇ ਸ਼ੁਰੂ ਹੁੰਦੇ ਨੇ। ਇਸ ਕਰਕੇ ਬੇਸਿਕ ਕੁਐਸਚਨ ਇਹ ਆ, ਜਿਹੜਾ ਨਿਰਾਸ਼ਤਾ ਦਾ ਸਵਾਲ ਹੁੰਦਾ, ਅਸੀਂ ਕਿਉਂਕਿ ਜਦੋਂ ਐਲੀਨੇਸ਼ਨ ਦਾ ਲੈਵਲ ਵੱਧਦਾ ਕਿਸੇ ਕ੍ਰਾਈਸਿਸ 'ਚ, ਅਸੀਂ ਅਲਟਰਨੇਟਿਵ ਭੁੱਲ ਜਾਂਦੇ, ਉਦੋਂ ਡਿਪਰੈਸ਼ਨ 'ਚ ਜਾਂਦੇ। ਗ੍ਰਾਮਸ਼ੀ ਵਰਗਾ ਵਿਅਕਤੀ ਜਿਹੜਾ 20 ਸਾਲ ਜੇਲ੍ਹ 'ਚ ਰਿਹਾ, ਉਹ ਕਹਿੰਦਾ ਤੁਹਾਡੀਆਂ ਵੈਲਿਊਜ਼, ਤੁਹਾਡਾ ਕਲਚਰ, ਤੁਹਾਡਾ ਗੀਤ, ਤੁਹਾਡਾ ਮਿਊਜ਼ਿਕ, ਤੁਹਾਡੀ ਸੋਚਣੀ ਉਹ ਕਿਸ ਕਿਸਮ ਦੀ ਹੈ। ਜੇ ਤੁਸੀਂ 24 ਘੰਟੇ ਡਿਸਕੋਰਸ ਹੀ ਨੈਗੇਟਿਵ ਚਲਾਉਣਾ ਤੇ ਨੈਗੇਟਿਵ ਉਹ ਚੀਜ਼ਾਂ ਦੇ ਵਿੱਚ ਜਾਣਾ, ਤਾਂ ਉਹਦੇ ਨਾਲ ਸਿਚੁਏਸ਼ਨ ਕੀ ਬਣੂ। ਮੈਂ ਦੇਖ ਰਿਹਾ ਕਿ ਪੰਜਾਬ 'ਚ ਬਹੁਤ ਹਿੱਸੇ ਨੇ ਜਿਹੜੇ ਕਿਸੇ ਨਾ ਕਿਸੇ ਲੈਵਲ ਤੇ ਡਾਇਲੌਗ ਤੇ ਡਿਸਕੋਰਸ ਖੜਾ ਕਰ ਰਹੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵੀ ਅਲਟਰਨੇਟਿਵ ਆ ਜਿਹੜਾ ਕ੍ਰੀਏਟ ਹੋ ਸਕਦੇ ਨੇ। ਇਸ ਕਰਕੇ ਸਕੂਲਾਂ ਦੇ ਪੱਧਰ ਤੇ ਜਿੱਥੇ ਵੀ ਜਿਹੜੇ ਟੀਚਰ ਨੇ, ਚਾਹੇ ਸਕੂਲ ਟੀਚਰ ਆ, ਜਿੱਥੇ ਬੱਚੇ ਦਾ ਦਰਦ ਆ, ਦੁੱਖ ਆ, ਜੇ ਉਹ ਸ਼ੇਅਰ ਕਰਦੇ ਆ, ਪਹਿਲਾਂ ਉਹਨਾਂ ਨੂੰ ਪੁੱਛਣ ਕਿ ਤੁਹਾਡੀ ਮੰਮੀ ਦਾ ਹਾਲ ਠੀਕ ਆ, ਡੈਡੀ ਦਾ ਠੀਕ ਆ, ਪਰਿਵਾਰ ਦਾ ਠੀਕ ਆ, ਬੱਚੇ ਇਸ ਵੇਲੇ ਹਿਊਮਨਿਸਟਿਕ ਵੇ ਨਾਲ, ਲਿਬਰਲ ਐਟੀਟਿਊਡ ਦੇ ਨਾਲ ਕੋਆਪਰੇਟ ਕਰਕੇ ਐਜੂਕੇਸ਼ਨ ਦਾ ਸਟੇਟ ਦਾ ਏਜੰਡਾ ਪੁਸ਼ ਕਰਨਾ ਚਾਹੁੰਦੀ ਆ। ਨੈਕਸਟ ਪਾਲਿਸੀ ਜਦੋਂ ਹੀ ਇਹਨਾਂ ਨੂੰ ਪਤਾ ਲੱਗਦਾ ਕਿ ਗੂਗਲ ਤੇ ਅੰਬਾਨੀ ਹੋਣਾ ਨੂੰ ਕਿ ਬਹੁਤ ਵੱਡਾ 4 ਸਾਲ ਚ ਆਉਣ ਲਈ $13 ਬਿਲੀਅਨ ਦਾ ਇਹ ਵੱਡਾ ਵਪਾਰ ਸ਼ੁਰੂ ਹੋ ਜੂ, ਤਾਂ ਉਹ ਪੁਸ਼ ਕਰਦੇ ਨੇ ਆਨਲਾਈਨ ਐਜੂਕੇਸ਼ਨ। ਉਹਨਾਂ ਦੀ ਸੋਸਾਇਟੀ ਨਹੀਂ, ਮਾਰਕੀਟ ਇਜ਼ ਮੋਰ ਇੰਪੋਰਟੈਂਟ। ਜੀ, ਦੇਖੀ ਦਾ ਕਨੈਕਸ਼ਨ ਟੁੱਟ ਗਿਆ। ਨਹੀਂ ਮੈਂ ਤੁਸੀਂ ਫਰੇਮ ਚੋਂ ਥੋੜਾ ਜਿਹਾ ਬਾਹਰ ਜਾ ਰਹੇ ਸੀ, ਇਧਰਲੇ ਪਾਸੇ ਨੂੰ ਥੋੜਾ ਜਿਹਾ ਜੇ ਹੋ ਜਾਂਦਾ ਆਪੋਜ਼ਿਟ ਸਾਈਡ ਨੂੰ, ਇਸ ਲਈ ਮੈਂ ਚਲੀ ਗਈ। ਤੋ ਇੱਕ ਜਿਹੜਾ ਸਵਾਲ ਮਤਲਬ ਇੱਕ ਤਾਂ ਇਹ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਸਟੇਟ ਤੇ ਸੈਂਟਰ ਦੋਨਾਂ ਦੀ ਸਾਂਝੀ ਸੂਚੀ ਦੇ ਵਿੱਚ ਆਉਂਦੀ ਹੈ, ਪਰ ਜਿਹੜੀ ਇਹ ਪਾਲਿਸੀ ਹੈ, ਜਿਹੜੀ ਕੌਮੀ ਪਾਲਿਸੀ ਹੁਣ ਆਈ ਹੈ, ਉਹਦੇ ਵਿੱਚ ਇਹ ਸੈਂਟਰ ਵੱਲ ਨੂੰ ਇਹਦੀ ਸ਼ਿਫਟ ਜਿਹੜੀ ਜ਼ਿਆਦਾ ਦਿਖਾਈ ਦੇ ਰਹੀ ਹੈ, ਜਿਵੇਂ ਬਹੁਤ ਸਾਰੇ ਐਕਸਪਰਟਸ ਗੱਲ ਕਰ ਰਹੇ ਨੇ। ਤੇ ਜਿਹੜੀਆਂ ਸਾਡੀਆਂ ਸਟੇਟਸ ਨੇ ਉਹਨਾਂ ਦੀ ਕੀ ਪੋਜੀਸ਼ਨ ਹੈ, ਕੀ ਕੋਈ ਸਟੇਟਸ ਨੇ ਇਸ ਕਿਸਮ ਦੀ ਪੋਜੀਸ਼ਨ ਲਈ ਹੈ ਇਹਦੇ ਖਿਲਾਫ, ਉਹ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰੋ। ਤੇ ਪੰਜਾਬ ਸਟੇਟ ਨੂੰ ਵੀ ਕੀ ਅਸੀਂ ਫੋਰਸ ਕਰ ਸਕਦੇ ਹਾਂ? ਜੀ ਦੇਖੋ, ਬੜਾ ਬਹੁਤ ਹੀ ਮਹੱਤਵਪੂਰਨ ਸਵਾਲ ਆ ਇਹ। ਬੇਸਿਕਲੀ ਸੈਂਟਰ ਨੇ ਪੁਸ਼ ਕਰਤੀ ਪਾਲਿਸੀ, ਇਹੋ ਜੀ ਕਦੇ ਵੀ ਪਾਲਿਸੀ 'ਚ ਨਹੀਂ ਹੋਇਆ, ਨਾ 86 ਦੀ 'ਚ ਹੋਇਆ। ਉਹ ਠੀਕ ਆ, 86 ਦੀ ਪਾਲਿਸੀ 'ਚ ਥੋੜਾ ਕਰੈਕਟਰ ਸੀਗਾ, ਦੇਸ਼ ਦੀ ਏਕਤਾ ਦਾ ਅਖੰਡਤਾ ਵਾਲਾ ਨੈਸ਼ਨਲਿਜ਼ਮ ਵਾਲਾ ਕਰੈਕਟਰ ਸੀ ਉਹਦੇ 'ਚ, ਪਰ ਉਦੋਂ ਸਟੇਟਾਂ ਦੀ ਪਾਰਟਿਸਿਪੇਸ਼ਨ ਕਨਸਟੀਟਿਊਸ਼ਨ ਦੀ ਕੀਤੀ ਗਈ, ਉਹਦੀਆਂ ਵੈਲਿਊਜ਼ ਨਹੀਂ ਕਨਸਟੀਟਿਊਸ਼ਨ। ਜਿਵੇਂ ਜਦੋਂ ਡਰਾਫਟ ਆਇਆ 2019 ਵਾਲਾ, ਉਹਦੇ 'ਚ ਕਨਸਟੀਟਿਊਸ਼ਨ ਦਾ ਕੋਈ ਵੀ, ਹੁਣ ਇਹਦੀਆਂ ਵੈਲਿਊਜ਼ ਆ ਸਾਡੀਆਂ ਕਨਸਟੀਟਿਊਸ਼ਨ ਦੀਆਂ 4, ਸੈਕੂਲਰਿਜ਼ਮ, ਸੋਸ਼ਲਿਜ਼ਮ, ਇਕੁਐਲਿਟੀ, ਇਹ ਸਾਰੇ ਦੇ ਸਾਰੇ, ਸੋਵਰਨਟੀ, ਇਹ ਸਾਰੇ ਦੇ ਸਾਰੇ, ਉਹਦਾ ਇਹਦੇ ਵਿੱਚ ਨਹੀਂ ਕੋਈ। ਤੁਸੀਂ ਪੁਰਾਣੀ ਪਾਲਿਸੀ ਕੱਢ ਕੇ ਦੇਖ ਲਓ, ਉਹ ਬੇਸਲਾਈਨ ਦਿੱਤੀ ਹੋਈ ਆ ਸਾਡੀ, ਇਹਦੇ 'ਚ ਉਸ ਕਿਸਮ ਦੀ ਬੇਸਲਾਈਨ ਨਹੀਂ ਦਿੱਤੀ। ਇਹ ਸੈਂਟਰਲਾਈਜੇਸ਼ਨ ਆਫ ਜਿਹੜੇ ਐਜੂਕੇਸ਼ਨ ਆ, ਇਹਦੇ 'ਚ ਇਹ ਜਿਹੜੀਆਂ ਸਟੇਟਾਂ ਨੇ, ਸਟੇਟਾਂ 'ਚ ਤਾਂ ਕੇਰਲਾ ਨੇ ਇਹਦੀ ਕਮੇਟੀ ਬਣਾਈ ਹੈ, ਕਰਨਾਟਕਾ ਵਾਲਿਆਂ ਨੇ ਲੈਂਗੁਏਜ ਦੇ ਸਵਾਲ ਤੇ ਸੋਚਿਆ ਸੀ, ਤਾਮਿਲਨਾਡੂ ਵਾਲਿਆਂ ਨੇ ਸੋਚਿਆ ਸੀ, ਤੇ ਜਿੱਥੇ ਜਿੱਥੇ ਜਿਵੇਂ ਪੰਜਾਬ ਆ, ਪੰਜਾਬ ਨੇ ਹਲੇ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ, ਨਾ ਪੱਖ 'ਚ ਨਾ ਹੋਰ ਪੱਧਰ ਤੇ, ਪਰ ਸਟੇਟਾਂ ਨੂੰ ਇਹਦੇ 'ਚ ਪੁਸ਼ ਹੋਣਾ ਪਊਗਾ। ਜਿਵੇਂ ਹੁਣ ਇਹਨਾਂ ਨੇ ਹਾਇਰ ਐਜੂਕੇਸ਼ਨ ਤੇ ਆ, ਅਫੀਲੀਏਸ਼ਨ ਕਾਲਜ ਕਹਿੰਦੇ ਨੇ, ਕੋਠਾਰੀ ਆਪਣੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਤੋਂ ਬਾਅਦ ਜਿਹੜਾ 2009 ਚ ਬਣਿਆ ਸੀ ਹਾਇਰ ਐਜੂਕੇਸ਼ਨ ਤੇ, ਪ੍ਰੋਫੈਸਰ ਜਸ਼ਪਾਲ ਦੀ ਅਗਵਾਈ ਚ ਇੱਕ ਕਮੇਟੀ ਬਣੀ ਸੀ। ਉਹਨਾਂ ਨੇ ਕਿਹਾ ਸੀ ਕਿ 1500 ਤੋਂ ਵੱਧ ਕੈਪਿੰਗ ਕਾਲਜ ਦੇ ਵਿੱਚ ਵਿਦਿਆਰਥੀ ਨਹੀਂ ਹੋਣੇ ਚਾਹੀਦੇ। ਉਹ ਕਹਿੰਦੇ ਉਹ ਨਹੀਂ ਸੈੱਟ ਆ ਸਕਦੇ, ਤੇ 3000 ਤੋਂ ਵੱਧ ਯੂਨੀਵਰਸਿਟੀ ਨਹੀਂ ਹੋਣਾ ਚਾਹੀਦੇ। ਉਹਨਾਂ ਦੀ ਇਹ ਸੀਗੀ ਆਪਣੇ ਜਸ਼ਪਾਲ ਦੀ, ਇਹ ਕਹਿੰਦੇ ਵੀ 3000 ਤੋਂ ਘੱਟ ਵਾਲਾ ਕੋਈ ਕਾਲਜ ਨਹੀਂ ਚਾਹੀਦਾ। ਹੁਣ ਜਿਹੜੇ ਅਫੀਲੀਏਸ਼ਨ ਕਾਲਜ ਨੇ, ਇਹ ਤਾਂ ਸਟੇਟ ਦੀ ਜ਼ਿੰਮੇਵਾਰੀ ਆ ਨਾ, ਕਿ ਇਹਨਾਂ ਨੇ ਕਿਹਾ 2025 ਤੱਕ ਇਹਨਾਂ ਨੂੰ ਬਾਈਂਡ ਅਪ ਕਰਨ ਵੱਲ ਨੂੰ। ਇਸੇ ਤਰ੍ਹਾਂ ਜਿਹੜੇ ਇੱਕ ਸਿੰਗਲ ਡਿਸਪਲਿਨ ਨੇ, ਬੋਡੀਜ਼ ਨੇ, ਜਸ਼ਪਾਲ ਨੇ ਵੀ ਇੱਥੇ ਕੰਮ ਕੀਤਾ ਹੀ, ਪ੍ਰੋਫੈਸਰ ਜਸ਼ਪਾਲ ਉਹਨਾਂ ਨੇ, ਕਿ ਜਿਹੜੀਆਂ ਬੋਡੀਜ਼ ਆ ਉਹਨਾਂ ਦੀ ਇੰਡੀਪੈਂਡੈਂਸ ਰੱਖੀ ਜਾਵੇ। ਹੁਣ ਜਦੋਂ ਸਟੇਟਾਂ ਨੂੰ
ਸਾਡੀ ਕੱਲ ਨੂੰ ਇਹਦੇ ਚ ਪ੍ਰੈਸ਼ਰ ਕਿਸ ਲੈਵਲ ਤੇ ਬਿਲਡ ਹੁੰਦਾ ਕਿ ਸਾਡੀ ਸਟੇਟ ਦੀਆਂ ਵੇਰੀਏਸ਼ਨਸ ਨੂੰ ਧਿਆਨ ਚ ਰੱਖ ਕੇ ਕੱਲ ਨੂੰ ਸਿਲੇਬਸਾਂ ਦੇ ਮਸਲੇ, ਸਾਡਾ ਸਟੇਟ ਵੱਖਰੇ ਕਿਸਮ ਦੀ ਆ, ਬਿਹਾਰ ਦੀ ਵੱਖਰੇ ਕਿਸਮ ਦੀ ਆ, ਆਂਧਰਾ ਦੀ ਵੱਖਰੇ ਕਿਸਮ ਦੀ ਆ, ਉਹਨਾਂ ਦੀ ਲੈਂਗੁਏਜ ਭਾਸ਼ਾ ਸਾਰੀਆਂ ਵੱਖਰੀਆਂ। ਸਾਡਾ ਕਲਚਰ ਹੈ, ਸਾਡੇ ਕੋਲੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ, ਇਹਨੇ ਸਿਲੇਬਸ ਨਿਰਧਾਰਿਤ ਕਰਨੇ ਆ, ਨਾ ਕਿ ਸੈਂਟਰ ਚੋਂ ਪੁਸ਼ ਹੋ ਕੇ ਆਉਣੇ ਆ। ਇਸ ਕਰਕੇ ਸਟੇਟਾਂ ਦੀ ਡਿਊਟੀ ਬਣਦੀ ਆ ਕਿ ਉਹ ਮਾਹਰਾਂ ਨੂੰ ਲੈ ਕੇ ਜਾਂ ਐਜੂਕੇਸ਼ਨ ਤੇ ਜਿਹੜੇ ਚਾਹੀਦੇ, ਕਿਉਂਕਿ ਬਹੁਤ ਕੰਪੋਨੈਂਟ ਨੇ, ਜਿਵੇਂ ਖਾਸ ਕਰ ਅਪਰੈਸਡ ਸੈਕਸ਼ਨ ਵਾਲਾ ਹੈਗਾ, ਰੀਸਟਰਕਚਰਿੰਗ ਵਾਲਾ ਵਾ, ਫਾਈਨਾਂਸ ਵਾਲਾ ਮਸਲਾ, ਟੀਚਿੰਗ ਦੀ ਅਪਾਇੰਟਮੈਂਟ ਵਾਲਾ ਮਸਲਾ ਵਾ, ਇਸੇ ਤਰ੍ਹਾਂ ਜਿਹੜੇ ਕਲੱਬਿੰਗ ਵਾਲਾ ਮਸਲਾ ਵਾ। ਇਹ ਬਹੁਤ ਮਸਲੇ ਨੇ, ਕੱਲੇ ਕੱਲੇ ਮਸਲੇ ਨੂੰ ਲੈ ਕੇ। ਤੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਕਲਚਰ ਦੀ ਉਹਦੇ ਚ ਕੋਈ ਨਹੀਂ, ਇਹਦੀ ਇੱਕ ਆਪਣੀ ਵੇਰੀਏਸ਼ਨ ਆ, ਇਹਦੀ ਆਪਣੀ ਇੱਕ ਹਿਸਟਰੀ ਆ, ਇਹਦੀਆਂ ਹਿਸਟੋਰੀਕਲ ਟ੍ਰੈਡੀਸ਼ਨਸ ਨੇ, ਇੱਕ ਮਿਨੋਰਿਟੀ ਜਿਹੜੀ ਹੈਗੀ ਉਹਦੇ ਇਸ਼ੂਜ਼ ਨੇ। ਇਹ ਤਾਂ ਸਟੇਟ ਗਵਰਨਮੈਂਟ ਨੂੰ ਚਾਹੀਦਾ ਕਿ ਸਾਰੇ ਨੂੰ ਪਿੰਨ ਪੁਆਇੰਟ ਕਰਕੇ ਉੱਥੇ ਇੱਕ ਆਪਣਾ ਏਜੰਡਾ ਪੁਸ਼ ਕਰੇ ਤੇ ਸਟੇਟਾਂ ਨੂੰ ਆਪਣੀ ਰਿਸਪੌਂਸਿਬਿਲਿਟੀ। ਹਾਲਾਂਕਿ ਬਹੁਤ ਲੰਬਾ ਚੌੜਾ ਵਿਸ਼ਾ, ਇਹਦੇ ਬਾਰੇ ਅਸੀਂ ਖਾਸੀ ਗੱਲਬਾਤ ਕਰ ਸਕਦੇ ਹਾਂ, ਪਰ ਮੈਂ ਇੱਕ ਲਾਸਟ ਸਵਾਲ ਜ਼ਰੂਰ ਕਰਨਾ ਚਾਹੁੰਦੀ ਹਾਂ। ਉਹ ਇਹ ਹੈ ਕਿ ਜਿਹੜੀ ਜਦੋਂ ਅਸੀਂ ਇਸ ਪਾਲਿਸੀ ਬਾਰੇ ਇਸ ਕਿਸਮ ਦਾ ਕ੍ਰਿਟੀਕਲ ਜਿਹੜਾ ਸਾਡਾ ਦੇਖਦੇ ਹਾਂ ਸਾਰੇ ਕਿਤੇ ਕਿ ਬਹੁਤ ਜ਼ਿਆਦਾ ਇਹਦਾ ਕ੍ਰਿਟਿਸਿਜ਼ਮ ਹੋ ਰਿਹਾ। ਅਸੀਂ ਪਿਛਲਾ ਲੈਕਚਰ ਕਰਵਾਇਆ ਮੈਡਮ ਸੁਰਿੰਦਰਪਾਲ ਦਾ, ਉਹਨਾਂ ਦਾ ਵੀ ਇਹੀ ਸੀਗਾ ਕਿ ਇਹਦੇ ਚ ਵਾਅਦੇ ਕੁਝ ਹੋਰ ਨੇ ਤੇ ਹਕੀਕਤਾਂ ਕੁਝ ਹੋਰ ਨੇ। ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਵੇਂ ਅਸੀਂ ਨਾ ਜਿਹੜੀ ਪਿਛਲੀ ਨੀਤੀ ਸੀਗੀ ਉਹਦੇ ਤੋਂ ਬਹੁਤ ਸੈਟੀਸਫਾਈਡ ਸੀ। ਇੱਕ ਇਨਰ ਟੋਨ ਇਸ ਗੱਲ ਦੇ ਵਿੱਚ, ਜਦੋਂ ਅਸੀਂ ਇਸ ਨੀਤੀ ਨੂੰ ਕ੍ਰਿਟਿਸਾਈਜ਼ ਕਰਦੇ ਹਾਂ ਤਾਂ ਇੱਕ ਇਨਰ ਟੋਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਉਹਦੇ ਤੋਂ ਅਸੀਂ ਜਿਵੇਂ ਬਹੁਤ ਸੈਟੀਸਫਾਈਡ ਸੀਗੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਕਾਫੀ ਨਾ, ਦੇਖੋ ਕਾਰਨ ਇਹ ਆ ਵੀ ਜਿਹੜੀ 86 ਦੀ ਪਾਲਿਸੀ ਆ, ਏਜੰਡਾ ਨਿਊ ਲਿਬਰਲਿਜ਼ਮ ਦਾ ਉਦੋਂ ਸਟਾਰਟ ਵੀ ਹੋ ਗਿਆ ਸੀ। 1986 ਤੋਂ ਲੈ ਕੇ 2019 ਤੱਕ ਪਹੁੰਚਦੇ ਆ, ਪ੍ਰਾਈਵੇਟ ਐਜੂਕੇਸ਼ਨ ਨੂੰ ਛੋਟ ਦਿੰਦੇ ਅਦਾਰੇ ਬਦਲਦੇ ਆਏ ਨੇ ਉਹਦੇ ਚ। ਪਰ ਉਸ ਪਾਲਿਸੀ ਨੂੰ ਸਿਰਫ ਇੰਨਾ ਹੀ ਉਹਦੇ ਪੱਖ ਸੀ ਕਿ ਸਟੇਟਾਂ ਦੀ ਪਾਰਟਿਸਿਪੇਸ਼ਨ ਕੀਤੀ, ਵੇਰੀਏਸ਼ਨਸ ਨੂੰ ਧਿਆਨ ਚ ਰੱਖਿਆ ਸੀ। ਨੈਸ਼ਨਲ ਕਰੀਕੁਲਮ ਫਰੇਮ ਉਦੋਂ ਪ੍ਰੋਫੈਸਰ ਜਸ਼ਪਾਲ ਵਰਗਿਆਂ ਨੂੰ ਕਮੇਟੀਆਂ ਚ ਬਣਾਉਣਾ, ਪ੍ਰੋਫੈਸਰ ਕ੍ਰਿਸ਼ਨ ਕੁਮਾਰ ਨੂੰ, ਅਨਲ ਸਾਧਕਪਾਲ ਨੂੰ, ਕਈ ਬੰਦੇ ਇਹੋ ਜਿਹੇ ਸੀ ਜਿਹੜੇ 1964 ਦੀ ਟ੍ਰੈਡੀਸ਼ਨ ਚੋਂ ਆਏ ਹੋਏ ਬੰਦੇ ਸੀ, ਜਿਹੜੇ ਯੂਰੋਪੀਅਨ ਕਿਸਮ ਦੇ ਕਨਸੈਪਟ ਸੀ। ਇਸ ਕਰਕੇ ਉਹਨਾਂ ਚ ਜਿਵੇਂ 64 ਦੀ ਤਾਂ ਪਾਲਿਸੀ ਨੂੰ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਪਾਲਿਸੀ ਹੈ, 86 ਚ ਆ ਕੇ ਪ੍ਰੋਬਲਮ ਆਉਂਦੀਆਂ ਨੇ, ਉਸ ਤੋਂ ਬਾਅਦ ਪੁਸ਼ ਹੁੰਦੀ ਹੈ। ਇਹ ਪਾਲਿਸੀ ਜਿਹੜੀ ਆਉਂਦੀ ਆ, ਇਹ ਟੋਟਲ ਦੀ ਟੋਟਲ ਰੀਸਟਰਕਚਰਿੰਗ ਕਰਦੀ ਆ, ਕਿਉਂਕਿ ਸਕੂਲ ਤੋਂ ਲੈਵਲ ਤੋਂ ਸਾਰੇ, ਕਿਉਂਕਿ ਹੁਣ ਜਿਹੜੀ ਇਕਨੋਮੀ ਆ, ਇਕਨੋਮੀ ਟੋਟਲ ਦੀ ਟੋਟਲ ਪ੍ਰਾਈਵੇਟ ਪੁਸ਼ ਹੋ ਕੇ ਉਹਦੇ ਹਿਸਾਬ ਨਾਲ ਐਜੂਕੇਸ਼ਨ ਚੇਂਜ ਕੀਤੀ ਜਾ ਰਹੀ ਆ। ਉਦੋਂ ਮਿਕਸ ਇਕਨੋਮੀ ਸੀ, ਉਹਦੇ ਚੋਂ 50-50 ਸੀਗਾ। ਫਿਰ ਵੀ ਜਿਵੇਂ 19 ਕ੍ਰਿਸ਼ਨਨ ਦੀ ਜੱਜਮੈਂਟ ਆਉਂਦੀ ਆ 92 ਚ, ਤਾਂ ਇਹਨਾਂ ਨੂੰ ਜ਼ੋਰ ਲਾ ਕੇ ਕਨਸਟੀਟਿਊਸ਼ਨ ਵੱਲ ਨੂੰ ਮੁੜਨਾ ਪੈਂਦਾ, ਜਿਹਦੇ ਕਰਕੇ RTE 2000 ਲਾਗੂ ਕਰਨਾ ਪੈਂਦਾ, ਕਿਉਂਕਿ ਸੰਵਿਧਾਨ ਕਹਿੰਦਾ ਇਹਦੇ ਤੇ ਕਰੋ ਤੁਸੀਂ, ਕਿਉਂਕਿ ਇੰਟਰਨੈਸ਼ਨਲੀ ਲੈ ਕੇ ਦੇ ਕੇ ਆਏ। ਇਸ ਕਰਕੇ ਉਹ ਚੀਜ਼ਾਂ ਆਉਂਦੀਆਂ ਨੇ। ਇਹ ਪਾਲਿਸੀ ਉਹ ਸਾਰੀਆਂ ਚੀਜ਼ਾਂ ਨੂੰ ਡਿਲਿਊਟ ਕਰਕੇ ਖੁੱਲੇ ਰੂਪ ਦੇ ਵਿੱਚ, ਜਿੱਥੇ ਜਿੱਥੇ ਪ੍ਰਾਈਵੇਟ ਪਲੇਅਰ ਨੇ, ਇਹ ਤਾਂ ਨਿਊ ਲਿਬਰਲਿਜ਼ਮ ਦਾ ਏਜੰਡਾ ਇਸ ਕਿਸਮ ਦਾ ਪੁਸ਼ ਹੋ ਰਿਹਾ, ਸਟੇਟ ਪ੍ਰਾਈਵੇਟ ਪਲੇਅਰ ਦੇ ਪੱਖ 'ਚ ਚੀਜ਼ਾਂ ਡਿਵੈਲਪ ਕਰ ਰਹੀ ਆ। ਚਾਹੀਦਾ ਤਾਂ ਇਹ ਸੀ ਵੀ ਪੁਰਾਣੀ ਦਾ ਸਾਰੀ ਦਾ, ਇਹਦੇ ਨਾਲੋਂ ਨਾ ਇੱਕ ਬੜਾ ਤੁਹਾਡਾ ਮਹੱਤਵਪੂਰਨ ਪੁਆਇੰਟ ਇਸ ਕਰਕੇ ਆ, ਇਹ ਤੋਂ ਪਹਿਲਾਂ 2016 ਦੀ ਪਾਲਿਸੀ ਇਹਨਾਂ ਦੀ ਸਰਕਾਰ ਨੇ ਬਣਾਈ ਸੀ, ਜਿਹਨੂੰ ਕਹਿੰਦੇ ਆ ਸੁਬਰਾਮਨੀਅਮ ਕਮੇਟੀ। 2016 ਉਹਦੇ 3 ਪੱਖ ਸੀਗੇ, ਉਹ ਇੱਕ ਲੰਬੀ ਬਹਿਸ ਆ। ਪਹਿਲਾ ਪੱਖ ਸੀਗਾ ਕਿ ਉਹਨਾਂ ਨੇ ਇਵੈਲੂਏਸ਼ਨ ਕੀਤੀ ਸੀ, ਫਿਰ ਉਹਨਾਂ ਨੇ ਉਹਦਾ ਕ੍ਰਿਟੀਕ ਦਿੱਤਾ ਸੀ, ਲਾਸਟ 'ਚ ਉਹਦੇ 'ਚ ਪ੍ਰੋਗਰਾਮ ਐਕਸ਼ਨ ਦਿੱਤੇ ਸੀ। ਉਹ ਇਹਦੇ ਨਾਲੋਂ ਪੁਰਾਣੀ ਸਾਰੀ ਪਾਲਿਸੀ ਦਾ ਰਿਵਿਊ ਕਰਦੀ ਆ, ਉਹਦੇ ਕਮਜ਼ੋਰੀਆਂ ਕਰਦੀ ਆ, ਥਰਡ ਉਹ ਪੁਸ਼ ਕਰਦੀ। ਉਹਦੀ ਇੱਕ ਵੀ ਲਾਈਨ ਦਾ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਵੀ ਉਸ ਬੰਦੇ ਨੇ ਕੰਮ ਕਰ ਕੀਤਾ ਸੀ, ਕਿਉਂਕਿ ਉਹ ਪਾਲਿਸੀ ਪੁਰਾਣੀਆਂ ਦੀ ਕੰਟੀਨਿਊਟੀ ਦੇ ਵਿੱਚੋਂ ਸੀ, ਉਸ ਲੈਵਲ ਤੇ ਸੀਗੀ। ਹੁਣ ਇਹ ਹੁੰਦਾ ਵੀ ਜਿੰਨਾ ਵੀ ਜਿਹੜੀ ਮਿਲੀਆਂ ਹੋਈਆਂ ਰਹਿ ਸੀ, ਜਿਵੇਂ ਰਾਈਟ ਟੂ ਐਜੂਕੇਸ਼ਨ ਵਾਲੀ ਰਹਿ ਸੀਗੀ, ਜਾਂ ਕਿਸੇ ਨਾ ਕਿਸੇ ਲੈਵਲ ਤੇ ਸਾਰੀਆਂ ਪਾਲਿਸੀਆਂ ਨੇ ਓਪਨਲੀ ਨਹੀਂ ਸੀ ਕਿਹਾ ਕਿ ਪ੍ਰਾਈਵੇਟ ਪਲੇਅਰਸ ਵੀ ਪਾਰਟਿਸਿਪੇਟ ਕਰਨਗੇ। ਇਹ 86 ਦੀ ਪਾਲਿਸੀ ਨੇ ਥੋੜੇ ਰਸਤੇ ਦਿੱਤੇ, ਪਰ ਓਪਨਲੀ ਨਹੀਂ ਸੀ ਕਿਹਾ। ਉਹਨੇ ਕਹੀ ਪ੍ਰਾਈਵੇਟ ਸਕੂਲ, ਖਾਸ ਕਰ ਜਿਹੜੀ ਓਪਨ ਲਰਨਿੰਗ ਵਾਲਾ ਕਨਸੈਪਟ ਦਿੱਤਾ ਸੀ, ਪਰ ਐਜ ਸਕੂਲ ਸਟਰਕਚਰ ਤੇ ਨਹੀਂ ਦਿੱਤਾ ਸੀ। ਉਹਨਾਂ ਨੇ ਟੋਟਲ ਦਾ ਟੋਟਲ ਸਟੇਟ ਦੀ ਬਜਟਿੰਗ ਦੀ ਹੋਰ ਦੀ, ਇਹਨਾਂ ਨੇ ਥੱਲੇ ਰੀਸਟਰਕਚਰਿੰਗ ਓਪਨ ਕਰਤੀ, ਬਜਟਿੰਗ ਕਹਿਤਾ ਸੀ ਇਸ ਲੈਵਲ ਤੇ ਦੇਾਂਗੇ। ਇਸ ਕਰਕੇ ਇਸ ਪਾਲਿਸੀ ਦਾ ਏਜੰਡਾ ਉਸ ਪਾਲਿਸੀਆਂ ਨੂੰ ਇੰਟਾਇਰਲੀ ਡਿਫਰੈਂਟ। ਤੇ ਕੀ
ਡਾਕਟਰ ਸਾਹਿਬ ਕੋਈ ਇਹੋ ਜਿਹੀ ਗੱਲ ਵੀ ਹੈਗੀ ਆ ਜਿਹੜੀ ਇਸ ਪਾਲਿਸੀ ਦੀ ਸਾਨੂੰ ਚੰਗੀ ਲੱਗਦੀ ਹੈ, ਕੋਈ ਇੱਕ ਬੜੀ ਪੋਜ਼ਿਟਿਵ ਚੰਗੀ ਇੱਕ ਲਾਈਨ ਬਹੁਤ ਹੀ ਵਧੀਆ ਇਸ ਪਾਲਿਸੀ, ਇਹਨਾਂ ਨੇ ਕਿਹਾ ਵੀ ਜਿਹੜੀਆਂ ਸਾਇੰਸ ਦੀਆਂ ਕਿਤਾਬਾਂ ਹੋਣਗੀਆਂ ਨਾ ਉਹ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਚ ਹੋਣਗੀਆਂ। ਇੱਕ ਲਾਈਨ ਮੈਨੂੰ ਕਾਫੀ ਵਧੀਆ ਲੱਗੀ ਵੀ 2 ਭਾਸ਼ਾਵਾਂ ਚ ਕਿਤਾਬ ਹੋਊਗੀ ਪੜ੍ਹਾਈ ਚ। ਭਾਸ਼ਾ ਦੇ ਨੁਕਤੇ ਤੇ ਤੁਸੀਂ ਥੋੜਾ ਜਿਹਾ ਹੋਰ ਇਹ ਪਾਲਿਸੀ ਕੀ ਕਰਦੀ ਹੈ, ਮਤਲਬ ਕਈਆਂ ਨੂੰ ਲੱਗਦਾ ਹੈ ਕਿ ਪੋਜ਼ਿਟਿਵ ਹੈ, ਮਾਤ ਭਾਸ਼ਾ ਦੀ ਗੱਲ ਹੋਈ ਹੈ, ਇਹਦੇ ਬਾਰੇ ਤੁਸੀਂ ਕੀ ਸੋਚਦੇ? ਦੇਖੋ ਕਾਰਨ ਇਹਦਾ ਇਹ ਹੈ ਵੀ ਜੇ ਮਾਤ ਭਾਸ਼ਾ ਦਾ ਜਦੋਂ ਤੁਸੀਂ ਦੂਜਾ ਸਿਸਟਮ ਇੱਕ ਇਕੁਅਲ ਰੱਖਣਾ ਵਾ, ਉਹਨੂੰ ਪੁਸ਼ ਕਰਨਾ, ਜੇ ਪਾਲਿਸੀ ਚ ਪਾ ਵੀ ਦਿਓ ਜਾਂ ਤਾਂ ਤੁਸੀਂ, ਇਹ ਬਹੁਤ ਮਹੱਤਵਪੂਰਨ ਸਵਾਲ ਇਸ ਕਰਕੇ ਆ, ਜਦੋਂ ਰਾਈਟ ਟੂ ਐਜੂਕੇਸ਼ਨ ਐਕਟ 2009 ਬਣ ਰਿਹਾ ਸੀ ਉਦੋਂ ਇੱਕ ਕਮੇਟੀ ਬਣੀ ਸੀ ਜਿਹਦੀ ਕਮੇਟੀ ਨੇ ਕਿਹਾ ਸੀ ਕਿ ਜਦੋਂ ਜਿਹੜੇ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਕਹਿੰਦੇ ਹੋ ਕਿ ਉੱਥੇ ਅਸੀਂ ਇਹ ਰਾਈਟ ਟੂ ਐਜੂਕੇਸ਼ਨ ਲਾਗੂ ਕਰਨਾ, ਪਹਿਲਾਂ ਤੁਸੀਂ ਉਹਨਾਂ ਦੀ ਜ਼ੁਬਾਨ ਜਿਹੜੀ ਆ ਸਟੇਟ ਵਾਲੀ ਬਣਾਓ, ਮਦਰ ਟੰਗ ਬਣਾਓ। ਤੁਸੀਂ ਉਹਨਾਂ ਦਾ ਮਦਰ ਟੰਗ 'ਚ ਐਜੂਕੇਸ਼ਨ, ਹੁਣ ਇੱਕ ਦਬਿਆ ਹੋਇਆ ਬੱਚਾ ਅਪਰੈਸਡ ਸੈਕਸ਼ਨ ਵਾਲਾ ਆਪਣੀ ਲੈਂਗੁਏਜ ਦਾ ਜਦੋਂ ਦੂਜੀ ਲੈਂਗੁਏਜ ਜਾਂਦਾ ਉਹ ਆਪੇ ਭੱਜ ਕੇ ਸਕੂਲ ਛੱਡ ਜਾਊਗਾ, ਉਹ ਸਕੂਲ ਕਿਤੇ ਨਾ ਕਿਤੇ ਛੱਡ ਕੇ ਬਾਹਰ ਚਲਿਆ ਜਾਊਗਾ। ਇਸ ਕਰਕੇ ਕਿ ਤੁਸੀਂ ਲੈਂਗੁਏਜ ਵਾਲਾ ਸਵਾਲ ਆ ਜਿਹੜਾ ਤੁਸੀਂ ਹੁਣੇ ਪ੍ਰਾਈਵੇਟ ਸਕੂਲਾਂ ਨੂੰ ਜੇ ਕਹਿੰਦੇ ਜੀ ਅਸੀਂ ਸਟੇਟ ਵਾਲੀ ਟੋਟਲ ਪਾਲਿਸੀ ਲਾਗੂ ਕਰਾਂਗੇ, ਆਹ ਚੀਜ਼ਾਂ ਨੂੰ ਰਿਫਾਰਮ ਕਰਨਗੇ, ਉਹ ਇਸ ਕਿਸਮ ਦੀ ਕੋਈ ਵੀ ਇਹਦੇ ਵਿੱਚ ਗੱਲ ਨਹੀਂ। ਉਹ ਜ਼ਰੂਰ ਕਹਿਤਾ ਜੀ ਕਿ ਲੈਂਗੁਏਜ ਆ ਜਿਹੜੀਆਂ ਜੇ ਕਿਸੇ ਨਾ ਕਿਸੇ ਲੈਵਲ ਤੇ ਲੈਂਗੁਏਜ ਤਾਂ ਪੁੱਛ ਹੋਣਗੀਆਂ ਜੇ ਸਟੇਟ ਉਸ ਲੈਵਲ ਤੇ ਉਹਦੀ ਵੈਲ ਪਾਵਰ ਇਹ ਹੋਊਗੀ ਕਿ ਅਸੀਂ ਦੂਜਾ ਸਿਸਟਮ ਰੋਕਣਾ। ਮੈਂ ਤੁਹਾਡੇ ਨਾਲ ਨਾ ਇਹ ਪੁਆਇੰਟ ਤੇ ਇੱਕ ਨੁਕਤਾ ਸ਼ੇਅਰ ਕਰਦਾ ਕਿ 2017 ਦੀ ਬ੍ਰਿਟਿਸ਼ ਕੌਂਸਲ ਦੀ ਇੱਕ ਸਟੱਡੀ ਸੀ, no evidence to support that view ਕਿ English as a medium of instruction is better attain fluency in English via English as a basic language ਦੇ ਤੌਰ ਤੇ ਪੜਾਇਆ ਜਾਂਦਾ ਸਬਜੈਕਟ। ਲੈਂਗੁਏਜ ਨੂੰ ਨੋ ਡਾਊਟ ਇੱਕ ਸਬਜੈਕਟ ਦੇ ਤੁਸੀਂ ਇੱਕ ਨਵੀਂ ਸਿਚੁਏਸ਼ਨ ਬਣ ਗਈ, ਇੱਕ ਦੀ ਥਾਂ ਤੇ 2 ਜਾਂ 3 ਜਿੰਨੀਆਂ ਮਰਜ਼ੀ ਲੈਂਗੁਏਜ ਪੜ੍ਹਾ ਲਓ, ਪਰ ਤੁਹਾਡਾ ਸਵਾਲ ਇਹ ਹੈ, ਇਹ ਬੇਸਿਕਲੀ ਕਲੀਅਰ ਹੋ ਚੁੱਕਿਆ ਬੜੀਆਂ ਦੇ ਤੇ ਸਟੱਡੀਜ਼ ਨੇ। ਜਦੋਂ ਬੱਚਾ ਜਿਹੜੀ ਵੀ ਮੰਨ ਲਓ ਕਿਸੇ ਦੀ ਮਦਰ ਟੰਗ ਇੰਗਲਿਸ਼ ਬਣ ਜਾਂਦੀ ਹੈ, ਕਿਹਦੀ ਪੰਜਾਬੀ ਬਣ ਗਈ, ਕਿਹਦੀ ਹਿੰਦੀ ਬਣ ਗਈ, ਕਿਹਦੀ ਉਰਦੂ ਬਣ ਗਈ, ਉਹ ਜਦੋਂ ਬਣਦੀ ਉਹਦੇ 'ਚ ਕ੍ਰੀਏਟਿਵਿਟੀ ਆਉਂਦੀ, ਉਹ 'ਚ ਮੈਮਰੀ ਦਾ ਲੈਵਲ ਨਹੀਂ ਆਉਂਦਾ। ਹੁਣ ਜਦੋਂ ਅਸੀਂ ਕਰਦੇ ਹਾਂ ਮੈਮਰੀ ਬੱਚਾ ਯਾਦ ਹੀ ਕਰਦਾ, ਉਹਦੀ ਕ੍ਰੀਏਟਿਵਿਟੀ ਤੇ ਇੰਪੈਕਟ ਪੈਂਦਾ, ਜਿਹਦੇ ਕਰਕੇ ਇਹ ਬਹੁਤ ਵੱਡੇ ਲੈਂਗੁਇਸਟਿਕ ਨੋਮ ਚਮਸਕੀ ਦਾ ਇਹ ਕਹਿਣਾ ਕਿ ਜਿਹੜੀ ਲੈਂਗੁਏਜ ਆ ਮਦਰ ਟੰਗ ਆ ਉਹਦੇ ਜਦੋਂ ਬੱਚਾ ਸਿੱਖਦਾ ਜਿਹਨੂੰ ਹਿਡਨ ਕੈਰੀਕੁਲਮ ਉਹ ਘਰੋਂ ਲੈ ਕੇ ਆਉਂਦਾ ਸ਼ਬਦ ਕਈ ਤਾਏ ਦੇ, ਚਾਚੇ ਦੇ, ਮਾਮੇ ਦੇ, ਹੋਰ ਜੇ ਉਹ ਸਾਰੇ ਨੈਚੁਰਲੀ ਉਹ ਆਪਣੀ ਚੀਜ਼ ਬਿਲਡ ਕਰ ਲੈਂਦਾ। ਜੇ ਉਹਨੂੰ ਦੂਜੀ ਲੈਂਗੁਏਜ ਚ ਪੜਾਉਂਦੇ ਆ ਤਾਂ ਉਹ ਮੈਮਰੀ ਕਰਦਾ, ਉਹ ਰੱਟਾ ਹੀ ਲਾਉਂਦਾ, ਉਹ ਰੱਟਾ ਲਾ ਕੇ ਯਾਦ ਕਰਦਾ। ਜਿਹੜਾ ਇਹਨਾਂ ਨੇ ਵਰਡ ਯੂਜ਼ ਕੀਤਾ ਕਿ ਅਸੀਂ ਰੱਟੇ ਦੀ ਐਜੂਕੇਸ਼ਨ ਨੂੰ ਰੋਕਣ ਵਾਸਤੇ ਚਾਹਾਂਗੇ ਕਿ ਪਹਿਲੀ ਤੋਂ 5ਵੀਂ ਤੱਕ ਇਸ ਕਿਸਮ ਦੀ ਹੋਵੇ, ਪਰ ਉਹਦਾ ਟੋਟਲ ਦਾ ਜਿਹੜਾ ਸਟਰਕਚਰ ਆ, ਤੁਸੀਂ ਇੱਕ ਵੱਡਾ ਜਿਹੜਾ ਇਸ਼ੂ ਹੈ ਇਹਦੇ ਚ ਨਾ ਬਹੁਤ ਜਿਹੜਾ ਵੱਡਾ ਡਰਾਬੈਕ ਆ ਕਿ ਇਹ ਪਿੰਡ ਨੂੰ ਇਕਾਈ ਨਹੀਂ ਮੰਨਦੇ। ਦਿਸ ਇਜ਼ ਦੀ ਸੀਰੀਅਸ ਡਰਾਬੈਕ ਇਨ ਦਿਸ ਪਾਲਿਸੀ। ਪਿੰਡ ਬਹੁਤ ਦੂਰ ਤੱਕ, ਪਹਿਲੀਆਂ ਪਾਲਿਸੀਆਂ ਵਿਲੇਜ ਨੂੰ ਇਕਾਈ ਮੰਨਦੀਆਂ ਸੀ, ਉਹ ਅਸੈਸ ਤੇ ਇਕੁਇਟੀ ਦੀ ਗੱਲ ਕਰਦੀਆਂ ਸੀ ਕਿ ਹਰ ਪਿੰਡ ਤੱਕ ਅਸੀਂ ਐਜੂਕੇਸ਼ਨ ਲੈ ਕੇ ਜਾਣੀ ਆ, ਵਿਲੇਜ ਇਕਾਈ ਸੀ, ਇਹ ਪਿੰਡ ਨੂੰ ਇਕਾਈ ਨਹੀਂ ਮੰਨਦੇ। ਜਿਹਦੇ ਕਰਕੇ ਕਹਿੰਦੇ ਇਹਨਾਂ ਨੇ ਪਾਲਿਸੀ 'ਚ ਪਾਇਆ ਕਿ ਬਹੁਤ ਛੋਟੇ ਛੋਟੇ ਸਕੂਲ ਆ, ਉਹਨਾਂ ਦਾ ਕੀ ਫਾਇਦਾ। ਇਸ 86 ਦੀ ਪਾਲਿਸੀ ਅਸੈਸ ਤੇ ਇਕੁਇਟੀ ਦੀ ਗੱਲ ਤਾਂ ਕਰਦੀ ਆ, ਹਰ ਥਾਂ ਤੇ ਸਕੂਲ ਚਾਹੀਦਾ। ਹੁਣ ਬੱਚੇ ਜਿਹੜੇ ਨੇ ਇਹ ਦੇਖਿਆ ਗਿਆ ਵੀ ਜਿਹੜੇ ਨਾ ਸਕੂਲ 'ਚ ਹੋਵੇ, ਕਿਹੜਾ ਗਰੀਬ, ਕਿਹੜਾ ਆਦਿਵਾਸੀ, ਕਿਹੜਾ ਟਰਾਈਬਲ, ਪਹਿਲੀਆਂ ਪਾਲਿਸੀਆਂ ਕਹਿੰਦੀਆਂ ਸੀ ਵੀ ਐਜੂਕੇਸ਼ਨ ਅਸੀਂ ਸਕੂਲ ਤੱਕ ਲੈ ਕੇ ਜਾਵਾਂਗੇ, ਮਤਲਬ ਸਕੂਲ ਪਿੰਡ ਤੱਕ ਲੈ ਕੇ ਜਾਵਾਂਗੇ। ਇਹ ਪਿੰਡ ਨੂੰ ਐਜ ਇਕਾਈ ਨਹੀਂ ਮੰਨਦੇ, ਜਿਹਦੇ ਕਰਕੇ ਕੰਪਲੈਕਸ ਦੀ ਗੱਲ ਕਰਦੇ। ਇੱਥੋਂ ਤੱਕ ਲੈ ਕੇ ਆਇਆ ਵੀ ਅਸੀਂ ਰੋਡ ਬਣਾ ਦਿਆਂਗੇ, ਬੱਚਿਆਂ ਲਈ ਪ੍ਰਬੰਧ ਕਰ ਦਿਆਂਗੇ, ਸਾਈਕਲਿੰਗ ਪਾਲਿਸੀ ਬਹੁਤ ਵਧੀਆ ਸੀ, ਉੱਥੇ ਜਾਣਗੇ। ਠੀਕ ਆ, ਬੱਚਾ ਇੱਕ 10ਵੀਂ ਤੋਂ ਬਾਅਦ 11ਵੀਂ 12ਵੀਂ 9ਵੀਂ ਉਹ ਤਾਂ ਬੱਚਾ ਜਾ ਸਕਦਾ, ਤੁਸੀਂ ਅਪ ਟੂ ਪਿੰਡ ਦਾ ਸਕੂਲ ਹੀ ਨਾ ਹੋਵੇ। ਇਸ ਕਰਕੇ ਇਹਨੂੰ ਨਾ ਜਿਹੜੀਆਂ ਇਹਨੂੰ ਜਦੋਂ ਮਤਲਬ ਕਿਉਂਕਿ ਜਿਸ ਲੈਵਲ ਤੇ ਇਹਨੂੰ ਕੈਟੇਗਰਾਈਜ਼, ਜਦੋਂ ਅਸੀਂ ਡੀਕੋਡ ਕਰਦੇ ਹਾਂ ਕਿਸੇ ਚੀਜ਼ ਨੂੰ, ਉਹ ਜਦੋਂ ਪੁਰਾਣੀਆਂ ਚੀਜ਼ਾਂ ਦਾ ਕਨਸੈਪਟ ਨਾਲ ਜੋੜਿਆ ਜਾਂਦਾ, ਉਹਦੇ 'ਚ ਉਹਨੂੰ ਦੇਖਦੇ ਵੀ ਉੱਥੇ ਵੀ ਫਲਾਹ ਉਹਨਾਂ 'ਚ ਰਿਹਾ। ਕੋਠਾਰੀ ਕਮਿਸ਼ਨ ਵੇਲੇ ਕੋਠਾਰੀ ਨੇ ਤਾਂ ਇਹ ਲਿਖ ਹੀ ਦਿੱਤਾ ਸੀ, ਕਲੀਅਰ ਕੱਟ ਉਹਨਾਂ ਦੀ ਸੀ ਕਿ ਜਿੱਦਾਂ ਸਕੂਲ ਸਾਂਝਾ ਟੁੱਟ ਗਿਆ ਉਹਦੇ ਭਾਰਤ ਟੁੱਟਿਆ ਹੋ। ਵੀ ਆਰ ਲਿਵਿੰਗ ਇਨ ਦੈਟ ਸੋਸਾਇਟੀ ਜਿੱਥੇ ਤੁਸੀਂ ਇੱਕ ਟੁੱਟਿਆ ਹੋਏ ਸਮਾਜ 'ਚ ਜਾ ਰਹੇ। ਦੀਜ਼ ਆਰ ਦੀ ਵਰਡਿੰਗ। ਕਹਿੰਦਾ ਹੈਵਸ ਐਂਡ ਹੈਵਸ ਨੋਟ ਵਾਲੇ ਦੇ ਵੱਖਰੇ ਸਕੂਲ ਹੋ ਜਾਣਗੇ, ਉਹਦੇ 2 ਸਮਾਜ ਹੋਣਗੇ। ਇਟ ਇਜ਼ ਨੋਟ ਅ ਵਨ ਸੋਸਾਇਟੀ। ਸਾਡੀ ਕੋਸ਼ਿਸ਼ ਆ ਵੀ ਅਸੀਂ ਵਨ ਸੋਸਾਇਟੀ ਵੱਲ ਨੂੰ ਜਾ ਕੇ ਕਲੈਕਟਿਵ ਸੋਸਾਇਟੀ ਵੱਲ ਨੂੰ ਡਿਵੈਲਪ ਕਰੀਏ। ਇੱਕ ਹੁੰਦੀ ਹੈ ਇੱਕ ਸਪਲਿਟ ਸੋਸਾਇਟੀ ਵੱਲ ਨੂੰ ਦੂਜੇ ਪਾਸੇ ਜਾਂਦੇ ਆ। ਉਹਦੀ ਬੜੀ ਸਿੰਪਲ ਧਾਰਨਾ, ਤਾਂਹੀਓ ਕਾਮਨ ਸਕੂਲ ਸਿਸਟਮ ਤੇ ਜ਼ੋਰ ਦਿੰਦੇ ਸੀ
ਕਿ ਇੱਕ ਮਹੱਲੇ ਦਾ ਬੱਚਾ ਦੂਜੇ ਮਹੱਲੇ 'ਚ ਕਿਉਂ ਜਾਵੇ। ਮੰਨ ਲਓ ਮੈਂ ਪਟਿਆਲੇ ਰਹਿ ਰਿਹਾ, ਇੰਨੇ ਬੱਚੇ ਇੱਧਰੋਂ ਉੱਧਰੋਂ ਘੁਮਾਏ ਜਾ ਰਹੇ ਆ, ਵਿਚਾਰਿਆਂ ਦਾ ਬੁਰਾ ਹਾਲ ਹੋ ਜਾਂਦਾ। ਇੱਕ ਇੱਕ ਬਸਤੀ 'ਚ ਉੱਥੇ ਹੀ ਸਕੂਲ ਚਾਹੀਦਾ, ਉੱਥੇ ਹੀ ਵਿਚਾਰਾ ਜਵਾਕ ਛੋਟਾ ਛੋਟਾ, ਉੱਥੇ ਹੀ ਪੀਐਨ ਦਾ ਬੱਚਾ, ਉੱਥੇ ਹੀ ਡੀਸੀ ਦਾ ਬੱਚਾ, ਉੱਥੇ ਹੀ ਮਿਡਲ ਕਲਾਸ ਦਾ, ਸਾਰੇ ਪੜ੍ਹਨ, ਇੱਕ ਹੋਲਿਸਟਿਕ ਸੁਸਾਇਟੀ ਡਿਵੈਲਪ ਹੋਊਗੀ। ਜਦੋਂ ਅਪਰ ਕਲਾਸ ਦੇ ਬੱਚੇ ਹੋਰ 'ਚ ਜਾ ਰਿਹਾ, ਮਿਡਲ ਦੇ ਹੋਰ ਜਾ ਰਿਹਾ, ਗਰੀਬ ਦੇ ਹੋਰ ਜਾ, ਹੁਣ ਤਾਂਹੀਓ ਤਾਂ ਜਦੋਂ ਗਏ ਨੇ ਲੋਕ, ਤੁਰੇ ਗਏ ਨੇ, ਉਦੋਂ ਇਹ ਬਹੁਤ ਵੱਡੀ ਰਿਫਲੈਕਸ਼ਨ ਸੀਗੀ, ਅਲੱਗ-ਅਲੱਗ ਲੋਕਾਂ ਦੀ ਅਪਰੋਚ ਸੀ। ਗਰੀਬ ਬੰਦਾ ਜਾਂਦਾ, ਅਗਲਾ ਕਹਿੰਦਾ ਮੇਰਾ ਕੀ ਕੰਸਰਨ। ਜਦੋਂ ਇੱਕ ਦੂਜੇ ਨਾਲ ਇਕੱਠੇ ਪੜ੍ਹੇ ਹੋਣਗੇ, ਉਦੋਂ ਇੱਕ ਕੰਸਰਨ ਫੀਲ ਹੋਊ। ਜੇ ਤੁਸੀਂ ਕਿਸੇ ਇੰਨੀ ਦੇਣ, ਇਹ ਤਾਂ ਸਾਰੀ ਦੁਨੀਆ ਦੇ ਅਮੀਰ ਤੋਂ ਅਮੀਰ ਮੁਲਕ ਵੀ ਇਹ ਕਰ ਰਹੇ ਨੇ ਕਿ ਉੱਥੇ ਕਲੈਕਟਿਵ ਕੋਆਪਰੇਟਿਵ ਸਕੂਲ +2 ਤੱਕ ਐਜੂਕੇਸ਼ਨ ਇਕੁਅਲ ਤੇ ਕੁਆਲਿਟੀ ਦੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ। ਉਹਦਾ ਕਾਰਨ ਤੁਸੀਂ ਹੋਲਿਸਟਿਕ ਸਮਾਜ ਬਣਾਉਣਾ ਚਾਹੁੰਦੇ ਹੋ ਕਿ ਸਪਲਿਟ ਸਮਾਜ ਬਣਾਉਣਾ ਚਾਹੁੰਦੇ ਆ, ਇਹ ਇਸ਼ੂ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਬੇਸ਼ੱਕ ਸਾਡੇ ਦੋਸਤ ਹਲੇ ਵੀ ਲਗਾਤਾਰ ਟਿੱਪਣੀਆਂ ਕਰ ਰਹੇ ਨੇ, ਜਿਵੇਂ ਗੁਰਪ੍ਰੀਤ ਬੰਗੀ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਇਹਦੇ 'ਚ ਜਿਹੜਾ ਸਵੇਰ ਦਾ ਨਾਸ਼ਤੇ ਦੀ ਗੱਲ ਕਹੀ ਗਈ ਹੈ ਬੱਚਿਆਂ ਨੂੰ, ਉਹਦੇ ਨਾਲ ਬੱਚਿਆਂ ਦਾ ਜਿਹੜਾ ਕੁਪੋਸ਼ਣ ਹੈ ਉਹ ਦੂਰ ਹੋ ਸਕਦਾ। ਸਵੇਰ ਦੇ ਨਾਸ਼ਤੇ ਦੀ ਜਿਹੜੀ ਬੱਚਿਆਂ ਦੀ ਗੱਲ ਕਹੀ ਗਈ ਹੈ ਕਿ ਬ੍ਰੇਕਫਾਸਟ ਵੀ ਮਿਲੂਗਾ ਬੱਚਿਆਂ ਨੂੰ, ਉਹਦੇ ਨਾਲ ਕੁਪੋਸ਼ਣ ਹੈ ਜਿਹੜਾ ਗਰੀਬ ਬੱਚਿਆਂ ਦਾ ਹੋ ਸਕਦਾ। ਇਸ ਤਰ੍ਹਾਂ ਦਾ ਵੀ ਇੱਕ ਗੱਲ ਸਾਡੇ ਕੋਲ ਆ ਰਹੀ ਹੈ। ਤੇ ਬਹੁਤ ਸਾਰੇ ਇਹ ਤਾਂ ਸਾਡੇ ਐਜੂਕੇਸ਼ਨ ਐਜ਼ ਏ ਲਾਈਫ, ਇਹ ਜਿਹੜਾ ਨਾ 1992 ਦੀ ਜਿਹੜੀ 19 ਕ੍ਰਿਸ਼ਨਨ ਜੱਜਮੈਂਟ ਦਾ ਵੀ ਰੌਲਾ ਇਹ ਪਿਆ ਸੀ। 1947 ਚ ਸਾਡੇ ਸੰਵਿਧਾਨ 'ਚ ਲਿਖਿਆ ਗਿਆ ਸੀ, ਇਟ ਇਜ਼ ਦੀ ਰਿਸਪੌਂਸਿਬਿਲਿਟੀ ਆਫ ਦ ਸਟੇਟ ਕਿ ਬੱਚੇ ਨੂੰ ਸਕੂਲ 'ਚ ਭੋਜਨ ਦੇਣਾ, ਉਹਦਾ ਨਿਊਟ੍ਰੀਸ਼ਨ ਦਾ ਲੈਵਲ ਦੇਖਣਾ ਤੇ ਐਜੂਕੇਸ਼ਨ ਦੇਖਣਾ, ਇਹ ਸਟੇਟ ਦੀ ਜ਼ਿੰਮੇਵਾਰੀ ਹੈ। 92 ਦੇ ਵਿੱਚ ਜਦੋਂ ਰਾਈਟ ਟੂ ਐਜੂਕੇਸ਼ਨ ਵਾਲੇ ਮਸਲੇ ਤੇ ਆਏ ਆ, ਉਦੋਂ ਰਾਈਟ ਟੂ ਐਜੂਕੇਸ਼ਨ ਦਾ ਇਸ਼ੂ ਇਸ ਕਰਕੇ ਰਿਜੈਕਟ ਕਰਤਾ ਸੀ, ਉਹਦੇ 'ਚ ਭੋਜਨ ਵਾਲਾ ਸਵਾਲ ਨਹੀਂ ਸੀ ਡੀਲ ਕੀਤਾ ਗਿਆ। ਜਿਹੜਾ ਮਿਡ ਡੇ ਮੀਲ ਆ ਉਹ ਵਰਕਰਸ ਨੇ ਲੜ ਕੇ ਲਿਆ ਸੀ 19th ਸੈਂਚੁਰੀ 'ਚ, ਇੰਡਸਟਰੀਅਲ ਯੂਨਿਟ ਇੰਗਲੈਂਡ 'ਚ ਬਹੁਤ ਵੱਡੀ ਲੋਕਾਂ ਨੇ ਲੜਾਈ ਦਿੱਤੀ ਸੀ। ਉਹੀ ਨਹੀਂ ਭੋਜਨ ਦੇਤਾ ਸਰਕਾਰਾਂ ਨੇ। ਲੋਕ ਕਹਿੰਦੇ ਨੇ ਇਟ ਇਜ਼ ਦੀ ਰਿਸਪੌਂਸਿਬਿਲਿਟੀ, ਕਿਉਂਕਿ ਸਾਡੇ ਸੰਵਿਧਾਨ 'ਚ 92 'ਚ ਵੀ ਇਹ ਸੰਵਿਧਾਨ 'ਚ ਸੀ ਕਿ ਲਾਈਫ ਨੂੰ ਡਿਵੈਲਪ ਕਰਨਾ, ਉਹ ਲਾਈਫ ਦਾ ਕੈਪੀਟਲ ਆ ਬੱਚਾ, ਲਾਈਫ ਦਾ। ਜੇ 50 ਕਰੋੜ ਬੱਚੇ ਸਾਡੇ ਨੇ, ਇਟ ਇਜ਼ ਵਨ ਟਾਈਪ ਆਫ, ਦੁਨੀਆ ਦੇ ਸਭ ਤੋਂ ਅਮੀਰ ਮੁਲਕਾਂ 'ਚ ਅਸੀਂ ਕਨਵਰਟ ਇਸ ਕਰਕੇ ਹੋ ਸਕਦੇ ਹਾਂ ਜੇ 50 ਕਰੋੜ ਨੂੰ ਅਸੀਂ ਐਜੂਕੇਸ਼ਨ ਪ੍ਰੋਪਰ ਦੇ। 50 ਦੁਨੀਆ ਦੇ ਮੁਲਕ ਹੈ ਜਿੱਥੇ ਪਾਪੂਲੇਸ਼ਨ ਗਰੋਥ ਨਹੀਂ ਹੋ ਰਹੀ। ਸਾਡੇ ਮੁਲਕ ਕੋਲੇ ਸਭ ਤੋਂ ਵੱਡੀ ਕੈਪੀਟਲ ਤਾਂ ਨਹੀਂ, ਹਿਊਮਨ ਰਿਸੋਰਸ ਕਹਿ ਲਓ, ਉਹਦੇ 'ਚ ਸਾਨੂੰ ਵੱਧ ਤੋਂ ਵੱਧ 6% ਦਾ 1964 ਦਾ ਕਹਿ ਰਹੇ ਨੇ, ਚਾਹੀਦਾ ਤਾਂ 12% GDP ਦਾ ਵਾ। ਉਹਦੀ ਕਾਸਟ ਕੱਢ ਲਓ, ਉਹਦਾ ਇੰਸਟੀਟਿਊਸ਼ਨ ਕੱਢ ਲਓ, ਖਰਚਾ ਕੱਢ ਲਓ, ਅਧਿਆਪਕ ਦੀ ਸੈਲਰੀਆਂ ਕੱਢ ਲਓ, ਚਾਹੀਦਾ 12% GDP ਦਾ, ਅਸੀਂ 6% ਹੀ ਲਿਖੇ ਆ ਰਹੇ ਤੇ ਖਰਚਦੇ ਆ 1%। ਬਜਟ ਦਾ ਖਰਚਦੇ ਆ 2.3%। ਡਾਇਰੈਕਟ ਤਾਂ ਹੁਣ ਵੀ ਦਿੱਤਾ। ਸੋ ਡਾਕਟਰ ਸਾਹਿਬ, ਅਸੀਂ ਆਪਣੇ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਹੀ 10 ਮਿੰਟ ਜ਼ਿਆਦਾ ਲੈ ਚੁੱਕੇ ਹਾਂ। ਹਾਲਾਂਕਿ ਬਹੁਤ ਗੱਲਾਂ ਹੋ ਚੁੱਕੀਆਂ ਨੇ। ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਲਈ ਮੈਂ ਇਹ ਕਹਿਣਾ ਚਾਹਾਂਗੀ ਕਿ ਅਸੀਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹ ਇਸ ਲੈਕਚਰ ਤੇ ਹੋਈਆਂ ਟਿੱਪਣੀਆਂ ਨੂੰ ਬਾਅਦ ਦੇ ਵਿੱਚ ਦੇਖ ਲੈਣ, ਤੇ ਜੇ ਕਿਸੇ ਗੱਲ ਤੇ ਉਹ ਆਪਣੀ ਗੱਲ ਵੀ ਕਰਨਾ ਚਾਹੁੰਦੇ ਹੋਣ ਤਾਂ ਲਿਖਤੀ ਰੂਪ ਦੇ ਵਿੱਚ ਜਾਂ ਉਸ ਬੰਦੇ ਨਾਲ ਕੰਟੈਕਟ ਕਰਕੇ ਕੀਤੀ ਜਾ ਸਕਦੀ ਹੋਊਗੀ, ਕਿਉਂਕਿ ਅਸੀਂ ਇੱਥੇ ਸਾਰੇ ਕਮੈਂਟ ਨਹੀਂ ਮੈਂ ਪੜ੍ਹ ਸਕਦੀ ਤੇ ਨਾ ਹੀ ਸਾਰੇ ਦੋਸਤਾਂ ਦੇ ਨਾਮ ਲੈ ਸਕਦੀ ਹਾਂ। ਸੋ ਬਹੁਤ ਸਾਰੇ ਦੋਸਤ ਧੰਨਵਾਦ ਕਰ ਰਹੇ ਨੇ। ਤੇ ਇੱਕ ਜਿਹੜਾ ਬਹੁਤ ਵਾਰ ਗੱਲ ਕਹੀ ਗਈ ਹੈ ਕਿ ਇਸ ਲੈਕਚਰ ਨੂੰ ਤੁਸੀਂ YouTube ਤੇ ਜ਼ਰੂਰ ਅਪਲੋਡ ਕਰੋ, ਤਾਂ ਦੋਸਤਾਂ ਨੂੰ ਮੈਂ ਦੱਸ ਦਿਆਂ ਕਿ ਬੀਇੰਗ ਅ ਟੀਚਰ ਦਾ ਆਪਣਾ YouTube ਚੈਨਲ ਸਾਡਾ ਹੈ। ਅਸੀਂ ਇਸ ਪੇਜ ਤੇ ਹੋਣ ਵਾਲੇ ਸਾਰੇ ਲੈਕਚਰ ਲਗਾਤਾਰ YouTube ਤੇ ਅਪਲੋਡ ਕਰ ਰਹੇ ਹਾਂ। 1-2 ਦਿਨਾਂ ਦੇ ਵਿੱਚ ਹੀ ਉਹ ਅਸੀਂ ਅਗਲੇ 1-2 ਦਿਨਾਂ 'ਚ ਹੀ ਅਪਲੋਡ ਕਰ ਦਿੰਦੇ ਹੁੰਦੇ ਹਾਂ। ਪਿਛਲੇ ਸਾਰੇ ਲੈਕਚਰ ਵੀ YouTube ਤੇ ਹੈਗੇ ਨੇ, ਤੁਸੀਂ ਇਹਨੂੰ ਸਾਂਝਾ ਕਰ ਸਕਦੇ ਹੋ। ਸੋ ਡਾਕਟਰ ਕੁਲਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਇਹਦੇ ਕਾਲਜ ਜਾਂ ਯੂਨੀਵਰਸਿਟੀ ਨਾਲ ਜੁੜੇ ਮਸਲਿਆਂ ਤੇ ਵੀ ਅਸੀਂ ਤੁਹਾਨੂੰ ਯਾਦ ਕਰੀਏ ਤੇ ਫਿਰ ਤੋਂ ਇਸ ਮੰਚ ਰਾਹੀਂ, ਇਸ ਪੇਜ ਰਾਹੀਂ ਅਸੀਂ ਮਿਲੀਏ। ਬਹੁਤ ਬਹੁਤ ਸ਼ੁਕਰੀਆ ਜੀ। ਸਾਰੇ ਦੋਸਤਾਂ ਦਾ ਬਹੁਤ ਧੰਨਵਾਦ। ਡਾਕਟਰ ਨੀਤੂ ਅਰੋੜਾ, ਬਹੁਤ ਬਹੁਤ ਸ਼ੁਕਰੀਆ ਦੋਸਤੋ।